ਅੱਜ ਦੇ ਸਮੇਂ ਦੇ ਵਿੱਚ ਭਾਰਤ ਦੇ ਵਿੱਚ ਕੈਂਸਰ ਦਾ ਵੱਖ-ਵੱਖ ਤਰੀਕੇ ਦੇ ਨਾਲ ਇਲਾਜ ਜਿਹੜਾ ਹੈ ਉਹ ਸੰਭਵ ਹੈ। ਸਭ ਤੋਂ ਵੱਡੀ ਗੱਲ ਕੀਤੀ ਜਾਵੇ ਤਾਂ ਇੱਕ ਅਜਿਹਾ ਡਿਪਾਰਟਮੈਂਟ ਵੀ ਹੈ ਇਸ ਕੈਂਸਰ ਦੇ ਇਲਾਜ ਦੇ ਵਿੱਚ ਜਿਸ ਦਾ ਨਾਮ ਹੈ ਰੇਡੀਓਥੈਰੇਪੀ, ਯਾਨੀ ਕਿ ਰੇਡੀਏਸ਼ਨਸ ਦੇ ਨਾਲ ਕੈਂਸਰ ਨੂੰ ਖਤਮ ਕਰਨਾ। ਉਹ ਡਿਪਾਰਟਮੈਂਟ ਜਿਹੜਾ ਹੈ ਅੱਜ ਅਸੀਂ ਉਸੇ ਡਿਪਾਰਟਮੈਂਟ ਦੇ ਵਿੱਚ ਜਾਣਕਾਰੀ ਲੈਣ ਲਈ ਸੋਹਾਣਾ ਹਸਪੀਟਲ ਦੇ ਮਲਟੀ ਸਪੈਸ਼ਲਿਟੀ ਹਸਪੀਟਲ ਜਿਹੜਾ ਹੈ ਸੋਹਾਣਾ ਦਾ, ਅਸੀਂ ਉੱਥੇ ਪਹੁੰਚੇ ਹਾਂ ਤੇ ਖਾਸ ਕਰਕੇ ਜਿਹੜਾ ਸੋਹਾਣਾ ਹਸਪੀਟਲ ਦਾ ਕੈਂਸਰ ਰਿਸਰਚ ਸੈਂਟਰ ਹੈ ਉਸ ਦੇ ਵਿੱਚ ਅਸੀਂ ਅੱਜ ਪਹੁੰਚੇ ਹਾਂ, ਜਿੱਥੇ ਕਿ ਹਰ ਇੱਕ ਪ੍ਰਕਿਰਿਆ ਦੇ ਨਾਲ ਕੈਂਸਰ ਦਾ ਇਲਾਜ ਕੀਤਾ ਜਾਂਦਾ ਤੇ ਸਭ ਤੋਂ ਵੱਡਾ ਮਹੱਤਵ ਜਿਹੜਾ ਹੈ ਉਸ ਦੇ ਵਿੱਚ ਰੇਡੀਓਥੈਰੇਪੀ ਦਾ ਹੈ, ਜਿਸ ਦੇ ਵਿੱਚ ਰੇਡੀਏਸ਼ਨ ਦੇ ਨਾਲ ਕੈਂਸਰ ਦਾ ਇਲਾਜ ਕਰਨ ਦੀ ਕੋਸ਼ਿਸ਼ ਜਿਹੜੀ ਹੈ ਉਹ ਕੀਤੀ ਜਾਂਦੀ ਹੈ ਤਾਂ ਜੋ ਮਰੀਜ਼ ਜਿਹੜਾ ਹੈ ਉਹ ਰੇਡੀਏਸ਼ਨ ਦੇ ਨਾਲ ਠੀਕ ਹੋ ਸਕੇ। ਹੁਣ ਇਸ ਦੇ ਵਿੱਚ ਇਹ ਰੇਡੀਏਸ਼ਨ ਕੰਮ ਕਿੱਦਾਂ ਕਰਦੀ ਹੈ, ਰੇਡੀਏਸ਼ਨ ਥੈਰੇਪੀ ਕਾਰਗਰ ਕਿਵੇਂ ਹੈ ਤੇ ਕਿਹੜੀਆਂ ਮਸ਼ੀਨਾਂ ਜਿਹੜੀਆਂ ਨੇ ਇਸ ਰੇਡੀਓਥੈਰੇਪੀ ਦੇ ਵਿੱਚ ਇਸਤੇਮਾਲ ਕੀਤੀ ਜਾਂਦੇ ਨੇ, ਇਸ ਦੇ ਬਾਬਤ ਸਾਡੇ ਨਾਲ ਗੱਲ ਕਰਨ ਲਈ ਅੱਜ ਸੋਹਾਣਾ ਦੇ ਕੈਂਸਰ ਦੇ ਜਿਹੜਾ ਰਿਸਰਚ ਸੈਂਟਰ ਹੈ ਉਸ ਦੇ ਡਾਕਟਰ ਰਾਕੇਸ਼ ਕੁਮਾਰ ਗੁਪਤਾ ਮੌਜੂਦ ਨੇ, ਜੋ ਕਿ ਕੰਸਲਟੈਂਟ ਨੇ, ਰੇਡੀਏਸ਼ਨ ਦੇ ਔਨਕੋਲੋਜਿਸਟ ਨੇ। ਉਸ ਤੋਂ ਬਾਅਦ ਸਾਡੇ ਨਾਲ ਡਾਕਟਰ ਰੂਪਾਲੀ ਅਗਰਵਾਲ ਮੌਜੂਦ ਨੇ, ਇਹ ਵੀ ਇੱਥੇ ਕੰਸਲਟੈਂਟ ਨੇ। ਸੋ ਇਹਨਾਂ ਦੋਨਾਂ ਡਾਕਟਰਸ ਦੇ ਨਾਲ ਅਸੀਂ ਗੱਲਬਾਤ ਕਰਾਂਗੇ, ਜਾਣੂ ਕਰਨ ਦੀ ਕੋਸ਼ਿਸ਼ ਕਰਾਂਗੇ, ਤੁਹਾਨੂੰ ਜਾਣੂ ਕਰਾਵਾਂਗੇ ਕਿ ਕਿਸ ਤਰੀਕੇ ਦੇ ਨਾਲ ਰੇਡੀਓਥੈਰੇਪੀ ਜਿਹੜੀ ਹੈ ਉਹ ਕੈਂਸਰ ਦੇ ਵਿੱਚ ਕਾਰਗਰ ਸਾਬਿਤ ਹੈ। ਸਭ ਤੋਂ ਪਹਿਲਾ ਸਵਾਲ ਡਾਕਟਰ ਰੂਪਾਲੀ ਮੇਰਾ ਤੁਹਾਡੇ ਨਾਲ ਹੈ, ਰੇਡੀਓਥੈਰੇਪੀ ਜਿਹੜੀ ਹੈਗੀ ਹੈ ਉਹ ਕਿਸ ਤਰੀਕੇ ਦੇ ਨਾਲ ਜਿਹੜਾ ਹੈ ਸਭ ਤੋਂ ਇਸ ਵਕਤ ਕਹਿ ਲਈਏ ਕਿ ਕਾਰਗਰ ਥੈਰੇਪੀ ਦੇ ਵਿੱਚੋਂ ਇੱਕ ਮੰਨੀ ਜਾ ਰਹੀ ਹੈ, ਕਿਉਂ ਜਿਹੜੀ ਹੈ ਥੈਰੇਪੀ ਜਿਹੜੀ ਹੈ ਉਹ ਆਮ ਜਨਤਾ ਲਈ ਬੈਨੀਫੀਸ਼ੀਅਲ ਬਣਦੀ ਜਾ ਰਹੀ है? जैसा कि हम जानते हैं अलग अलग टाइप के कैंसर्स होते हैं और सबसे ज़्यादा जो रेडिएशन थेरेपी का रोल हम देखा जाए तो एक तरह से ये सर्जरी की तरह एक्ट करती है। मतलब कहने का मतलब ये है कि ये सर्जरी की तरह कैंसर को बिल्कुल ख़त्म कर सकती है। खासकर कई तरह के कैंसर है, जैसे कि बच्चेदानी की मुंह का कैंसर है जिसको हम सर्विक्स कैंसर बोलते हैं, उसमें रेडिएशन थेरेपी का इतना अच्छा बेनिफिट देखा गया है कि पेशेंट सालों साल जीता है और कैंसर को हम पूरी तरह से ख़त्म कर सकते हैं। और ख़ासकर जैसे कि भारतवर्ष में सबसे ज़्यादा हेड एंड नेक जैसे कि मुँह के और गले के कैंसर सबसे ज़्यादा कॉमन है, सबसे ज़्यादा पाए जाते हैं, तो उसमें मेन रोल ही रेडिएशन का रहता है। रेडिएशन थेरेपी को यूज़ करके हम हर तरह से गले और मुंह के कैंसर्स को ख़त्म कर सकते हैं। तो जी डॉक्टर अग्रवाल, यही सवाल मेरा क्योंकि ਜਿਹੜਾ ਤੁਸੀਂ ਜਵਾਬ ਦੱਸਿਆ ਕਿ ਬਹੁਤ ਸਾਰੇ ਤਰੀਕੇ ਦੇ ਕੈਂਸਰ ਜਿਹੜੇ ਰੇਡੀਓਥੈਰੇਪੀ ਤੋਂ ਖਤਮ ਕੀਤੇ ਜਾ ਸਕਦੇ ਨੇ, ਸਾਡਾ ਡਾਕਟਰ ਰਾਕੇਸ਼ ਕੁਮਾਰ ਗੁਪਤਾ ਵੀ ਮੌਜੂਦ ਨੇ। ਗੁਪਤਾ ਜੀ, ਕਿੱਦਾਂ ਆਪਾਂ ਡਾਕਟਰ ਸਾਹਿਬ ਜਾਣਨਾ ਚਾਹਾਂਗੇ ਕਿ ਜਿੱਦਾਂ ਮੈਡਮ ਦੱਸਿਆ ਕਿ ਇਹ ਕੈਂਸਰ ਖਤਮ ਕੀਤੇ ਜਾ ਸਕਦੇ ਨੇ, ਕਿਸ ਤਰੀਕੇ ਦੇ ਨਾਲ ਰੇਡੀਓਥੈਰੇਪੀ ਐਕਟ ਕਰਦੀ ਹੈ ਕਿ ਜਿਸ ਨਾਲ ਕੈਂਸਰ ਜਿਹੜੇ ਨੇ ਉਹ ਖਤਮ ਹੋ ਜਾਂਦੇ ਨੇ? बिल्कुल, हम यहाँ पे हाई एनर्जी एक्सरेज आयोनाइजिंग रेडिएशंस का यूज़ करते हैं, जो वर्ल्ड का अपने यहाँ ट्रू बीम लीनियर स्लेटर है। उससे वो क्या करता है, जो कैंसर सेल्स होते हैं उनके डीएनए को ब्रेक कर देते हैं जी। जो डीएनए ब्रेक हो गया कैंसर सेल्स का, फिर वो फाइनली कैंसर सेल जो डेड हो जाते हैं और ट्यूमर श्रिंक होके खत्म हो जाते हैं। ਤੇ ਸਭ ਤੋਂ ਗੱਲ ਇੱਕ ਵੱਡਾ ਸਟੈਪ ਇਹ ਵੀ ਆਉਂਦਾ ਹੈ ਕਿ ਕੈਂਸਰ ਜਦੋਂ ਕਿਸੇ ਨੂੰ ਲੱਗਦਾ ਹੈ ਕਿ ਮੈਨੂੰ ਕੋਈ ਕੈਂਸਰ ਹੈਗਾ, ਡਿਟੈਕਸ਼ਨ ਕਿਸ ਤਰੀਕੇ ਕੀਤੀ ਜਾਂਦੀ ਹੈ ਉਸ ਕੈਂਸਰ ਦੀ? ਕਿਹੜੇ ਉਹ ਟੈਸਟ ਨੇ ਜਿਨ੍ਹਾਂ ਨਾਲ ਕੈਂਸਰ ਦੀ ਡਿਟੈਕਸ਼ਨ ਜਿਹੜੀ ਹੈ ਉਹ ਕੀਤੀ ਜਾ ਸਕਦੀ ਹੈ ਪੂਰੇ ਸਰੀਰ ਦੇ ਵਿੱਚ? बिल्कुल, एक हमारे यहाँ वर्ल्ड क्लास अच्छी मशीन है जिसमें पैट स्कैन मशीन कहते हैं, जिससे के द्वारा आप पूरे बॉडी में कहीं भी कैंसर है उसको डिटेक्ट कर सकते हैं। और एक अच्छी बात ये है कि हमारे सोहाना हॉस्पिटल में जो पैट स्कैन मशीन है उसके चार्जेस बहुत अफोर्डेबल है, बहुत लिमिटेड चार्ज है, जिसको कि ईजिली हर पर्सन अफोर्ड कर सकते हैं। ਠੀਕ ਹੈ ਡਾਕਟਰ ਰੂਪਾਲੀ, ਅਸੀਂ ਜਾਣਨਾ ਚਾਹਾਂਗੇ ਕਿ ਰੇਡੀਏਸ਼ਨ ਥੈਰੇਪੀ ਜਿਹੜੀ ਰੇਡੀਓਥੈਰੇਪੀ ਹੈਗੀ ਹੈ ਉਸ ਦੀ ਸ਼ੁਰੂਆਤ ਕਿਸ ਤਰੀਕੇ ਹੁੰਦੀ ਹੈ ਤੇ ਉਹ ਮਸ਼ੀਨਾਂ ਨਾਲ ਵੀ ਅਸੀਂ ਆਪਣੇ ਦਰਸ਼ਕਾਂ ਨੂੰ ਜ਼ਰੂਰ ਜਾਣੂ ਕਰਾਉਣਾ ਚਾਹਾਂਗੇ ਕਿਸ ਤਰੀਕੇ ਨਾਲ ਸ਼ੁਰੂਆਤ ਕੀਤੀ ਜਾਂਦੀ ਹੈ? रेडिएशन थेरेपी के ट्रीटमेंट के लिए बेसिकली सबसे पहले जब मरीज़ हमारे पास आता है, जिस पेशेंट का हमने डिसाइड कर लिया कि इसका इलाज रेडिएशन से किया जाएगा, सबसे पहले हम उसे लेते हैं सीटी सिमुलेटर पर। जैसे कि आप देख सकते हैं हमारे पास यहाँ पर सीटी सिमुलेटर की मशीन है जी। ਕਿੱਦਾਂ ਸ਼ੁਰੂ ਹੁੰਦਾ ਪ੍ਰੋਸੈਸ? जिस मरीज़ का हम ये डिसाइड कर लेते हैं कि रेडिएशन थेरेपी से हमने इलाज करना है, उस पेशेंट का सबसे पहले हम सीटी स्कैन किया जाता है, जिसे हम प्लानिंग सीटी स्कैन बोलते हैं। और ये प्लानिंग सीटी स्कैन के लिए हमें स्पेशल टाइप की सीटी स्कैन की मशीन चाहिए होती है, जिसे हम सीटी सिमुलेटर बोलते हैं। सिमुलेटर का मतलब है कि हम पेशेंट को उसी पोजीशन में सीटी स्कैन कर रहे हैं जिस पोजीशन में उसका ट्रीटमेंट होगा। जैसे कि आप देख सकते हैं हमारे यहाँ वर्ल्ड क्लास सीटी सिमुलेटर अवेलेबल है। ਤੁਹਾਨੂੰ ਉਸ ਮਸ਼ੀਨ ਵੱਲ ਲੈ ਕੇ ਜਾ ਰਹੇ ਹਾਂ, ਉਸ ਸੀਟੀ ਸਟਿਮੂਲੇਟਰ ਵੱਲ ਲੈ ਕੇ ਜਾ ਰਹੇ ਹਾਂ ਜਿੱਥੇ ਇਨੀਸ਼ੀਅਲ ਸਟੈਪ ਜਿਹੜਾ ਹੈ, ਮਤਲਬ ਪਹਿਲੇ ਸਟੈਪ ਜਿਹੜੇ ਨੇ ਉਹ ਕੀਤੇ ਜਾਂਦੇ ਨੇ। ਸੋ ਇਹ ਉਹ ਮਸ਼ੀਨ ਹੈ
ਸੀਟੀ ਸਟਿਮੂਲੇਟਰ ਤੁਸੀਂ ਦੇਖ ਸਕਦੇ ਹੋ, ਜਿੱਥੇ ਸ਼ੁਰੂਆਤ ਜਿਹੜਾ ਹੈ ਕੀਤੀ ਜਾਂਦੀ ਹੈ ਜਦੋਂ ਕੈਂਸਰ ਕਿਸੇ ਦਾ ਡਿਟੈਕਟ ਹੋ ਜਾਂਦਾ, ਤੇ ਖਾਸ ਕਰ ਜਦੋਂ ਜਿਹੜਾ ਕੈਂਸਰ ਦਾ ਰੇਡੀਓਥੈਰੇਪੀ ਦੇ ਨਾਲ ਸ਼ੁਰੂਆਤ ਕਰਨੀ ਹੁੰਦੀ ਹੈ, ਉਸ ਦੀ ਸ਼ੁਰੂਆਤ ਜਿਹੜੀ ਹੈ ਇਸ ਸੀਟੀ ਸਟਿਮੂਲੇਟਰ ਤੋਂ ਕੀਤੀ ਜਾਂਦੀ ਹੈ। ਸੋ ਇਹ ਜਿਹੜਾ ਸੀਟੀ ਸਟਿਮੂਲੇਟਰ ਹੈ ਮੈਡਮ, ਇਹ ਕਿਸ ਤਰੀਕੇ ਕੰਮ ਕਰਦਾ ਤੇ ਕੀ ਕੁਝ ਚੀਜ਼ਾਂ ਇਹ ਡਿਟੈਕਟ ਕਰਦਾ? ये बेसिकली डिटेक्शन के लिए नहीं है, इसमें बेसिकली हम पेशेंट को जब लिटाते हैं उसका ट्रीटमेंट पोजीशन में ही एक सीटी स्कैन ले लेते हैं, और जो वो सीटी स्कैन की इमेजेस हैं या फिर आप कह सकते हैं कि जो फोटोज़ हैं उसके हम ऊपर हम पूरा प्लान बनाते हैं, पेशेंट का पूरा बेसिकली स्ट्रक्चर ड्रॉ करते हैं, जो ट्यूमर वॉल्यूम है उसको हम ड्रॉ करते हैं कि किस एरिया में मैक्सिमम रेडिएशन जानी चाहिए, जो आसपास के ਏਰੀਆ ਨੂੰ ਡਿਟੈਕਟ ਕਰਦੇ ਹੋ ਕਿ ਜਿੱਥੇ ट्रीटमेंट ਤੁਸੀਂ जिस ਥਾਂ ਤੇ ਰੇਡੀਏਸ਼ਨ ਦੇਣੀ ਹੈ। हाँ जी हाँ जी, तो उस एरिया को हम पूरा डिमार्केट कर देते हैं, फिर उसको उसके ऊपर हम प्लानिंग करते हैं जिससे कि हम रेडिएशन प्रॉपर तरीके से डिलीवर कर सकें। ਇਸ ਤੋਂ ਬਾਅਦ ਜਦੋਂ ਡਿਟੈਕਸ਼ਨ ਹੋ ਗਈ, ਤੁਸੀਂ ਮਾਰਕਿੰਗ ਕਰ ਲਈ, ਮਾਰਕਿੰਗ ਕਰਕੇ ਤੁਸੀਂ ਪਲਾਨ ਜਿਹੜਾ ਆਪਣੀ ਮਸ਼ੀਨ 'ਚ ਭੇਜ ਦਿੱਤਾ, ਉਸ ਤੋਂ ਅਗਲਾ ਸਟੈਪ ਕਿਸ ਤਰੀਕੇ ਜਿਹੜਾ ਕੰਮ ਕਰਦਾ, ਉਸ ਤੋਂ अगला स्टेप की होगा? इसके बाद देखो हमारा ये होता है कि एक बार सीटी स्कैन हो जाए और हमारा काम हो जाए, जिसको कि कंटूरिंग बोलते हैं, उसके बाद रोल आता है फिजिसिस्ट का, जो एक इम्पॉर्टेंट पार्ट है रेडिएशन थेरेपी डिपार्टमेंट का। फिर उनका काम होता है वो प्लानिंग सिस्टम पर बैठकर उसके ऊपर पूरा प्लान बनाते हैं, फिर उस प्लान को हम लोग वेरीफाई करते हैं कि ट्यूमर वॉल्यूम को मैक्सिमम डोज जानी चाहिए, जो आसपास के जो नॉर्मल स्ट्रक्चर्स हैं उनको कम से कम डोज जानी चाहिए। जब वो प्लान फाइनल हो जाता है, फिर हम उस प्लान को जो फाइनल ट्रीटमेंट मशीन है उसके अंदर सेंड करके फिर वहाँ से पेशेंट के ऊपर वो ट्रीटमेंट डिलीवर किया जाता है। ਜਦੋਂ ਇੱਥੋਂ ਤੁਸੀਂ ਪਲਾਨ ਕਰ ਲਿਆ, ਅੱਗੇ ਕੋਈ ਡਿਪਾਰਟਮੈਂਟ ਹੈ ਜਿੱਥੇ ਪਹਿਲਾਂ ਰੇਡੀਏਸ਼ਨ ਦਿੱਤੀ ਜਾਂਦੀ ਹੈ, ਖਾਸ ਕਰ ਮਰੀਜ਼ ਨੂੰ ਕਿਹੜਾ ਡਿਪਾਰਟਮੈਂਟ? नहीं, वो हमारा ही डिपार्टमेंट है। ਅੱਗੇ ਕੋਈ ਕਮਰਾ ਹੈ ਜਿੱਥੇ ਤੁਸੀਂ ਰੇਡੀਏਸ਼ਨ ਦਿੰਦੇ जी हाँ जी, हमारी जो रेडिएशन थेरेपी की मशीन है, जो कि वर्ल्ड क्लास रेडिएशन मशीन है, आजकल की जो टॉप मोस्ट मशीन आप बोल सकते हो, लीनियर एक्सीलरेटर, दैट इज ट्रू बीम, जिसके अंदर हमारे पास हर टाइप की रेडिएशन ट्रीटमेंट डिलीवरी की टेक्निक्स अवेलेबल हैं, जो कि आप हम वहीं पर चलते हैं वहाँ पर। ਮਤਲਬ ਕਹਿਣ ਦਾ ਭਾਵ ਇਹ ਹੈ ਕਿ ਹਰ ਇੱਕ ਚੀਜ਼ ਜਿਹੜੀ ਹੈ ਇੱਕੋ ਛੱਤ ਦੇ ਥੱਲੇ ਹੈ, ਕਿਸੇ ਹੋਰ ਪਾਸੇ ਤੁਹਾਨੂੰ ਬਿਲਡਿੰਗ ਦੇ ਕਿਸੇ ਹੋਰ ਜ਼ੋਨ 'ਚ ਜਾਣ ਦੀ ਜ਼ਰੂਰਤ ਨਹੀਂ ਹੈ। होलसम ट्रीटमेंट आपका इसी डिपार्टमेंट में होगा जब रेडिएशन थेरेपी का ट्रीटमेंट होना है। पहले सीटी स्कैन होगा, फिर टीपीएस रूम में, जिसको हम प्लानिंग सिस्टम रूम बोलते हैं, वहाँ पूरा प्लान बनेगा, उसके बाद पेशेंट मशीन पर जाएगा और मशीन पर ट्रीटमेंट किया जाएगा। ਮਸ਼ੀਨ ਵੱਲ ਅੱਗੇ ਵਧਦੇ ਹਾਂ। ਮਸ਼ੀਨ ਤੁਹਾਨੂੰ ਉਸ ਤੋਂ ਪਹਿਲਾਂ ਇਮੇजेस ਵੀ ਦਿਖਾ ਦਵਾਂਗੇ, ਤੁਹਾਨੂੰ ਦਿਖਾ ਦਵਾਂਗੇ ਕਿਸ ਤਰੀਕੇ ਨਾਲ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਜਦੋਂ ਸੀਟੀ ਸਕੈਨ ਦਾ ਪਲਾਨ ਬਣਦਾ ਤੇ ਇਸ ਤਰੀਕੇ ਦੀ ਕੁਝ ਇਮੇਜ ਜਿਹੜੀ ਹੈ ਉਹ ਜਿਹੜਾ ਜਿੱਥੇ ਪਲੈਨਿੰਗ ਹੋਣੀ ਹੈ, ਜਿੱਥੇ ਜੋ ਟਾਰਗੇਟ ਏਰੀਆ ਕਰਨਾ ਟਿਊਮਰ, ਜਿੱਥੇ ਜਿਹੜਾ ਪਲਾਨ ਬਣੇਗਾ, ਜੋ ਮਸ਼ੀਨ ਪਲਾਨ ਬਣਾਏਗੀ, ਉਸ ਮਸ਼ੀਨ ਦੇ ਵਿੱਚ ਇੱਥੋਂ ਜਿਹੜੀ ਇਮੇजेस ਜਿਹੜੀਆਂ ਨੇ ਉਹ ਭੇਜੀਆਂ ਜਾਂਦੀਆਂ ਨੇ। ਸੋ ਅੱਗੇ ਅਸੀਂ ਚੱਲਦੇ ਹਾਂ, ਅੱਗੇ ਜਿਹੜਾ ਦੂਸਰਾ ਜਿਹੜਾ ਮਸ਼ੀਨ ਵਾਲਾ ਡਿਪਾਰਟਮੈਂਟ ਹੈ, ਅਸੀਂ ਉਸ ਡਿਪਾਰਟਮੈਂਟ ਦੇ ਵਿੱਚ ਚੱਲਦੇ ਹਾਂ। ਤੁਸੀਂ ਇੱਧਰ ਦੇਖ ਸਕਦੇ ਹੋ ਕਿ ਬੈਕੀ ਥੈਰੇਪੀ, ਬ੍ਰਾਕੀ ਥੈਰੇਪੀ ਜਿਹੜਾ ਹੈ ਇਹ ਡਿਪਾਰਟਮੈਂਟ ਹੈ ਜਿੱਥੇ ਸੋ ਇਹ ਸੀ ਉਹ ਸੀਟੀ ਸਕੈਨ ਦੀ ਮਸ਼ੀਨ। ਹੁਣ ਆਪਾਂ ਅੱਗੇ ਜਾਵਾਂਗੇ, ਅੱਗੇ ਉਸ ਵੱਡੀ ਮਸ਼ੀਨ ਵੱਲ ਜਾਵਾਂਗੇ ਜਿੱਥੇ ਰੇਡੀਏਸ਼ਨ ਜਿਹੜੀ ਹੈ ਦਿੱਤੀ ਜਾਂਦੀ ਹੈ, ਰੇਡੀਏਸ਼ਨ ਦੇ ਕੇ ਜਿਹੜਾ ਪੂਰਾ ਪ੍ਰੋਸੈਸ ਜਿਹੜਾ ਮਰੀਜ਼ ਨੂੰ ਟ੍ਰੀਟ ਕਰਨ ਦਾ ਪ੍ਰੋਸੈਸ ਹੈਗਾ। ਸੋ ਜਿੱਦਾਂ ਤੁਸੀਂ ਦੇਖ ਸਕਦੇ ਹੋ ਕਿ ਇੱਧਰ ਜਿਹੜਾ ਹੈ ਇਹ ਡਿਪਾਰਟਮੈਂਟ ਹੈ ਜਿੱਥੇ ਡਾਕਟਰ ਰਕੇਸ਼ ਸਾਨੂੰ ਅੱਗੇ ਗਾਈਡ ਕਰਨ ਲਈ ਖੜੇ ਨੇ। ਸੋ ਅੱਗੇ ਚੱਲਦੇ ਹਾਂ। ਸੋ ਡਾਕਟਰ ਸਾਹਿਬ, ਇਹ ਹੁਣ ਕਿਹੜਾ ਡਿਪਾਰਟਮੈਂਟ ਹੈ ਤੇ ਕਿਹੜੀ ਕਿਸ ਤਰੀਕੇ ਜਿਹੜੀ ਹੈ ਸਕਰੀਨਿੰਗ ਕੀਤੀ ਜਾਂਦੀ ਹੈ? ਕੀ ਔਰ ਇੱਥੇ क्योंकि मैं देख रहा काफ़ी मॉनिटर्स लगे हुए ने, प्रोसेस ये सारी मशीन का कंसोल है, सारा कंट्रोल यहीं से होता है। यहाँ से हम पेशेंट को मॉनिटर करते रहते हैं कि पेशेंट के एग्जैक्ट पोजीशन पे ही रेडिएशन लग रहा हो। ठीक है, पेशेंट का सेटअप देखते हैं। सेटअप ਅਸੀਂ ਤੁਹਾਨੂੰ ਦਿਖਾਵਾਂਗੇ ਕਿ ਕਿਸ ਤਰੀਕੇ ਨਾਲ ਸੈਟਅਪ ਜਿਹੜਾ ਹੈ ਉਹ ਮਸ਼ੀਨ ਕਿੱਦਾਂ ਕੰਮ ਕਰਦੀ ਹੈ। ਸੋ ਅਸੀਂ ਡਾਕਟਰ ਰਕੇਸ਼ ਦੇ ਨਾਲ ਆਪਾਂ ਜਾ ਰਹੇ ਹਾਂ ਉਸ ਜ਼ੋਨ ਦੇ ਵਿੱਚ, ਤਾਂ ਤੁਹਾਨੂੰ ਲੈ ਕੇ ਜਾ ਰਹੇ ਹਾਂ ਜਿੱਥੇ ਰੇਡੀਏਸ਼ਨ ਜਿਹੜੀ ਥੈਰੇਪੀ ਹੈ ਦਿੱਤੀ ਜਾਂਦੀ ਹੈ। ਔਰ ਵੱਡੀ ਗੱਲ ਇਹ ਹੈ ਕਿ ਇੱਕ ਵੱਡੀ ਮਸ਼ੀਨ ਦੇ ਨਾਲ ਰੇਡੀਏਸ਼ਨ ਥੈਰੇਪੀ ਜਿਹੜੀ ਹੈ ਉਹ ਦਿੱਤੀ ਜਾਂਦੀ ਹੈ। ਉਸ ਮਸ਼ੀਨ ਨੂੰ ਤੁਹਾਨੂੰ ਅਸੀਂ ਦਿਖਾਵਾਂਗੇ। ਟਰੂ ਬੀਮ ਇਸ ਮਸ਼ੀਨ ਦਾ ਤੁਸੀਂ ਦੇਖ ਸਕਦੇ ਹੋ ਨਾਮ ਹੈ, ਜਿਸ ਦੇ ਥਰੂ ਰੇਡੀਏਸ਼ਨ ਦੇ ਕੇ ਕੈਂਸਰ ਨੂੰ ਜਿਹੜਾ ਹੈ ਖਤਮ ਕੀਤਾ ਜਾਂਦਾ। ਡਾਕਟਰ ਰਕੇਸ਼ ਗੁਪਤਾ ਸਾਡੇ ਨਾਲ ਮੌਜੂਦ ਨੇ, ਜ਼ਰੂਰ ਗੱਲਬਾਤ ਕਰਾਂਗੇ। ਸੋ ਡਾਕਟਰ ਸਾਹਿਬ, ਕਿਸ ਤਰੀਕੇ ਦੇ ਨਾਲ ਜਿਹੜਾ ਹੈ ਤੁਸੀਂ ਉਧਰ ਪਲੈਨਿੰਗ ਕਰ ਲਈ, ਸੀਟੀ ਸਟਿਮੂਲੇਟਰ ਦੇ ਵਿੱਚ ਪਲੈਨਿੰਗ ਹੋ ਗਈ, ਫਿਜ਼ੀਸ਼ੀਅਨ ਨੇ ਪਲੈਨਿੰਗ ਦੱਸ ਦਿੱਤੀ ਕਿ ਕਿਸ ਤਰੀਕੇ ਨਾਲ ਟਿਊਮਰ ਡਿਟੈਕਟ ਹੋ ਗਿਆ, ਇੱਥੇ ਰੇਡੀਏਸ਼ਨ ਦੇਣੀ ਹੈ, ਕਿਸ ਤਰੀਕੇ ਉਹ ਮਸ਼ੀਨ ਦੇ ਵਿੱਚ ਰੇਡੀਏਸ਼ਨ ਜਾਂਦੀ है, तो ਇੱਥੇ ਕਿੱਦਾਂ ਕੰਮ? ये वर्ल्ड क्लास ट्रू बीम लीनियर स्लेटर है, जिससे कि हर तरह के कैंसर का इलाज बहुत एडवांस टेक्निक से पिन पॉइंट एक्यूरेसी के साथ करते हैं, जिससे कि पेशेंट को ठीक होने के साथ ही उसके साइड इफ़ेक्ट्स भी बहुत कम हो। इसमें करते क्या है, फर्स्ट सिस्टम, सपोज दैट ये जो हमने मास्क बनाया है, ये किसी हेड एंड नेक कैंसर का मास्क है। ये मास्क बनाया पर्टिकुलर पेशेंट को हम यहाँ पे लिटाते हैं और इसको लिटा के पर्टिकुलर उस पेशेंट का मास्क होता है, जो जिनके सारे नाम यहाँ पे लिखे होते हैं,
उनको हम सेट ਮਤਲਬ ਇਹ ਹਰ ਮਰੀਜ਼ ਲਈ ਤੁਸੀਂ ਅਲੱਗ ਤੋਂ ਇੱਕ ਮਾਸਕ ਬਣਾਉਂਦੇ ਹੋ अलग अलग होता है। ये जो हमने प्लान किया था सिटी सिमुलेटर के समय, ये मास्क पहनाते हैं, सारे लेज़र पॉइंट मैच किए जाते हैं ताकि पेशेंट का पोजीशन बिल्कुल फिक्स हो। उसके बाद में एक ये एडवांस मशीन की एक इम्पॉर्टेंस है, इसमें आप जो देख रहे होंगे ये इसको कहते हैं कोन बीम सीटी। जब एक बार पेशेंट सेट हो गया, इससे उसकी पोजीशन को कंफर्म करते हैं। ये पार्ट आगे आता है, एक रोटेट करेगा और उसके पोजीशन को पूरा कंफर्म करेगा। अगर लगता है मिलीमीटर में भी पेशेंट इधर उधर शिफ्ट है, उसको हम बाहर से करेक्ट कर लेते हैं। और बिल्कुल फिर इस पार्ट से आप देखते हैं, यहाँ से रेडिएशन डिलीवर होता है और पूरी मशीन रोटेट करती है। फिर यू कैन रोटेट। ਸੋ ਤੁਸੀਂ ਦੇਖ ਸਕਦੇ ਹੋ ਕਿ ਪੂਰਾ ਪ੍ਰੋਸੈਸ ਅਸੀਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਮਸ਼ੀਨ ਜਿਹੜਾ ਹੈ ਕਿਸ ਤਰੀਕੇ ਦੇ ਨਾਲ ਜਦੋਂ ਪਲਾਨ ਬਣ ਜਾਂਦਾ, ਜਦੋਂ ਮਰੀਜ਼ ਦਾ ਪਲਾਨ ਬਣ ਜਾਂਦਾ ਕਿ ਕਿਸ ਤਰੀਕੇ ਨਾਲ ਮਰੀਜ਼ ਦਾ ਜਿਹੜਾ ਇਲਾਜ ਹੋਣਾ ਹੈ, ਕਿਸ ਥਾਂ ਦੇ ਉੱਤੇ ਰੇਡੀਏਸ਼ਨ ਦਿੱਤੀ ਜਾਣੀ ਹੈ, ਤੇ ਪੂਰੀ ਜਿਹੜਾ ਤੁਸੀਂ ਦੇਖ ਸਕਦੇ ਹੋ ਕਿ ਮਸ਼ੀਨ ਘੁੰਮ ਕੇ ਜਿਹੜਾ ਹੈ ਉਹ ਚੈੱਕ ਕਰ ਰਹੀ ਹੈ ਮਰੀਜ਼ ਦਾ ਜੋ ਮੈਜ਼ਰਮੈਂਟ ਹੋਏਗੀ, ਉਹ ਮੈਜ਼ਰਮੈਂਟ ਨੂੰ ਚੈੱਕ ਕਰਦੀ ਹੈ। ਮੈਜ਼ਰਮੈਂਟ ਨੂੰ ਚੈੱਕ ਕਰਨ ਤੋਂ ਬਾਅਦ ਜੇਕਰ ਜਿੱਦਾਂ ਡਾਕਟਰ ਸਾਹਿਬ ਨੇ ਦੱਸਿਆ ਕਿ 1 ਮਿਲੀਮੀਟਰ ਦਾ ਵੀ ਫਰਕ ਜਿਹੜਾ ਹੋਵੇ ਉਸ ਨੂੰ ਵੀ ਜਿਹੜਾ ਹੈ ਕਰੈਕਟ ਕੀਤਾ ਜਾ ਸਕਦਾ। ਸੋ ਡਾਕਟਰ ਸਾਹਿਬ, ਇਹ ਮਸ਼ੀਨ ਆਪਾਂ ਦੇਖ ਰਹੇ ਹਾਂ ਕਿ ਪੂਰੀ ਮਸ਼ੀਨ ਘੁੰਮ ਕੇ ਜਿਹੜਾ ਹੈ ਉਹ ਮੋਨੀਟਰ ਕਰ ਰਹੀ ਹੈ, ਚੈੱਕ ਕਰ ਰਹੀ ਹੈ ਕਿ ਜਿਹੜੀ ਮਰੀਜ਼ ਦੀ ਜਿਹੜੀ ਕਹਿ ਲਈਏ ਕਿ ਜਿਹੜੀ ਮੈਜ਼ਰਮੈਂਟ ਹੈ ਉਹ ਲੈ ਰਹੀ। बिल्कुल, ये पोजीशन को कंफर्म करने के लिए एक बार पोजीशन कंफर्म हो गया, फिर पेशेंट को इस दूसरी मशीन आगे आती है और फिर ये घूम के ट्रीट करती है डिफरेंट एंगल से। एक चीज़ और देख रहे होंगे, ऊपर यहाँ पे फोकस करिए, ये देखिए, ये है अगर लंग कैंसर का पेशेंट है तो आप देखते होंगे कि जो लंग कैंसर का, फेफड़े का कैंसर का ट्यूमर है वो मूव करता है। उसको मॉनिटर करने के लिए ये कैमरे लगे हुए हैं कि अगर उसको ट्रैक करने के लिए, अगर जहाँ भी ट्यूमर मूव करेगा उसको ट्रैक करते हुए वो पर्टिकुलर उस पॉइंट पे ट्रीटमेंट देगा, जिससे कि वहीं पे ट्यूमर पे ही डोज जाए, नॉर्मल जो स्ट्रक्चर है उस पर कम से कम डोज जाए। जिससे क्या होता है, साइड इफेक्ट बहुत ही कम होते हैं और कैंसर बिल्कुल क्योर होता है। ਮਤਲਬ ਇਹ ਹੈ ਕਿ ਜਿੱਦਾਂ ਜਿੱਦਾਂ ਸਾਹ ਲੈਂਦਾ, ਕਿਉਂਕਿ ਜਿਹੜਾ ਲੰਗਸ ਦਾ, ਫੇਫੜੇ ਦਾ ਕੈਂਸਰ ਹੁੰਦਾ ਉਹ ਸਾਹ ਦੇ ਨਾਲ ਉੱਪਰ ਥੱਲੇ ਹੁੰਦਾ, ਉਹਨੂੰ ਜਿਹੜਾ ਪ੍ਰੋਪਰਲੀ ਮਾਰਕ ਕਰਕੇ ਉਸ ਦੇ ਹਿੱਟ ਕਰਦਾ। उसको ट्रैक करता है, अगर थोड़ा भी ट्यूमर मूव करे उसको ट्रैक करते हुए उसी पे ट्रीटमेंट होगा। नॉर्मल लंग पे और नॉर्मल स्ट्रक्चर पे बिल्कुल कम से कम या निग्लेजिबल डोज जाएगा, जिससे पेशेंट का जो लॉन्ग टर्म साइड इफेक्ट हो बिल्कुल कम होता है। ਤੁਸੀਂ ਫੇਸ ਦਾ ਮਾਸਕ ਦਿਖਾਇਆ ਕਿ ਇੱਧਰ ਪਿੱਛੇ ਦੇਖ ਰਿਹਾ ਮੈਂ ਕਾਫੀ ਹੋਰ ਮਾਸਕ ਜਿਹੜੇ ਇੱਥੇ ਬਣੇ ਹੋਏ ਨੇ, ਇਹ ਹਰ ਪੇਸ਼ੈਂਟ ਦੇ ਹਿਸਾਬ ਨਾਲ ਹਰ ਇੱਕ ਅਲੱਗ-ਅਲੱਗ ਜ਼ੋਨ ਦੇ ਟ੍ਰੀਟਮੈਂਟ ਦੇ ਹਿਸਾਬ ਨਾਲ ਬਣੇ ਹੋਏ ਨੇ। ये जैसे आप देख रहे हैं, ये पेल्विस जो एब्डोमेन एरिया है उसके कैंसर के ट्रीटमेंट के लिए, कुछ ब्रेस्ट कैंसर के लिए होता है, ये आप देख रहे हो ब्रेस्ट कैंसर के ट्रीटमेंट के लिए। तो अलग अलग पेशेंट का मास्क अलग अलग मतलब साइट के हिसाब से कहाँ कैंसर है उसके हिसाब से तैयार किया जाता है। ਇਹਨੂੰ ਅਲੱਗ ਤੋਂ ਬਣਾਇਆ ਜਾਂਦਾ। बिल्कुल बिल्कुल। ਠੀਕ ਹੈ। ਸੋ ਇਹ ਤੁਸੀਂ ਦੇਖਿਆ ਕਿ ਟਰੂ ਬੀਮ ਮਸ਼ੀਨ ਹੈ ਜਿਸ ਦੇ ਵਿੱਚ ਕੈਂਸਰ ਦੀ ਟ੍ਰੀਟਮੈਂਟ ਜਿਹੜੀ ਹੈ ਕੀਤੀ ਜਾਂਦੀ ਹੈ, ਰੇਡੀਏਸ਼ਨ ਜਿਹੜੀ ਹੈ ਦਿੱਤੀ ਜਾਂਦੀ ਹੈ। ਔਰ ਵੱਡੀ ਗੱਲ ਇਸ ਦੇ ਵਿੱਚ ਇਹ ਹੈ ਕਿ ਰੇਡੀਏਸ਼ਨ ਜਿਹੜੀ ਹੈ ਸਿਰਫ ਉਸੇ ਹਿੱਸੇ ਦੇ ਉੱਤੇ ਦਿੱਤੀ ਜਾਂਦੀ ਹੈ ਜਿੱਥੇ ਕੈਂਸਰ ਜਿਹੜਾ ਪਨਪਦਾ ਪਿਆ, ਜਿੱਥੇ ਕੈਂਸਰ ਬਣਿਆ ਹੋਇਆ। ਤੇ ਫਿਰ ਭਾਵੇਂ ਜਿੱਦਾਂ ਡਾਕਟਰ ਰਕੇਸ਼ ਗੁਪਤਾ ਨੇ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਫਿਰ ਭਾਵੇਂ ਉਹ ਫੇਫੜਿਆਂ ਦਾ ਕੈਂਸਰ ਹੈ, ਕਿਉਂਕਿ ਜਦੋਂ ਇਨਸਾਨ ਸਾਹ ਲੈਂਦਾ ਤਾਂ ਫੇਫੜਿਆਂ ਦਾ ਕੈਂਸਰ ਜਿਹੜਾ ਹੈ ਉਹ ਆਪਣੀ ਜਗ੍ਹਾ ਤੋਂ ਜਿਹੜਾ ਹੈ ਉਹ ਅੱਗੇ ਪਿੱਛੇ ਜ਼ਰੂਰ ਹੁੰਦਾ, ਤੇ ਉਸ ਦੇ ਨਾਲ ਕਿਸ ਤਰੀਕੇ ਨਾਲ ਐਕਿਊਰੇਸੀ ਜਿਹੜੀ ਬਣਾਈ ਜਾਂਦੀ ਹੈ ਉਸ ਦੇ ਬਾਬਤ ਵੀ ਦੱਸਿਆ। ਤੇ ਹੋਰ ਜਿਹੜੀਆਂ ਕਹਿ ਲਈਏ ਕਿ ਇਸ ਤੋਂ ਬਾਅਦ ਕਿਸ ਤਰੀਕੇ ਨਾਲ ਪ੍ਰੋਸੈਸ ਜਿਹੜੇ ਹੁੰਦੇ ਨੇ ਅਸੀਂ ਉਹ ਵੀ ਜਿਹੜਾ ਹੈ ਉਹ ਜ਼ਰੂਰ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਕਿਸ ਤਰੀਕੇ ਦੇ ਨਾਲ ਅਗਲਾ ਪ੍ਰੋਸੈਸ ਜਿਹੜਾ ਹੋਏਗਾ। ਉਸ ਲਈ ਅਸੀਂ ਡਾਕਟਰ ਰੂਪਾਲੀ ਅਗਰਵਾਲ ਕੋਲ ਚੱਲਦੇ ਹਾਂ, ਉਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕਰਦੇ ਹਾਂ। ਸੋ ਡਾਕਟਰ ਰੂਪਾਲੀ, ਜਦੋਂ ਇਹ ਪ੍ਰੋਸੈਸ ਹੋ ਗਿਆ, ਜਦੋਂ ਤੁਹਾਡੀ ਜਿਹੜੀ ਹੈ ਇਹ ਪੂਰੀ ਬਣ ਗਿਆ, ਜਦੋਂ ਅੰਦਰ ਰੇਡੀਏਸ਼ਨ ਦੇ ਦਿੱਤੀ ਗਈ, ਉਸ ਤੋਂ ਬਾਅਦ ਕੀ ਪ੍ਰੋਸੈਸ ਰਹਿੰਦਾ? ये तो फिर एक बार जब पेशेंट का रेडिएशन का ट्रीटमेंट स्टार्ट हो जाता है, फिर रेगुलर बेसिस पर पेशेंट मशीन पर आएगा, उसको एक फिक्स टाइम दिया जाता है, उस टाइम पर आकर पेशेंट ट्रीटमेंट लेता है और फिर घर जा सकता है। ये रेगुलर बेसिस पर ट्रीटमेंट चलता है, डिपेंडिंग कि उसकी कितनी डोज डिसाइड हुई है और कितने दिनों का ट्रीटमेंट डिसाइड हुआ है। तो ये तो एक्सटर्नल रेडिएशन का पार्ट है। अब एक्सटर्नल रेडिएशन का रोल ऑलमोस्ट सभी ट्यूमर्स में रहता है। फिर हमारे पास दूसरी मशीन है जिसको हम इंटरनल रेडिएशन के लिए यूज़ करते हैं, उसको हम बोलते हैं ब्रैकीथेरेपी मशीन। जैसे कि हम आपको दिखाते हैं, अभी हमारे डिपार्टमेंट में वो इंटरनल रेडिएशन के लिए भी मशीन अवेलेबल है, आप इधर आ सकते हैं। ਅਸੀਂ ਜਿਹੜਾ ਡਿਪਾਰਟਮੈਂਟ ਜਾ ਰਹੇ ਹਾਂ ਉਹ ਬ੍ਰੈਕੀਥੈਰੇਪੀ ਡਿਪਾਰਟਮੈਂਟ ਹੈ, ਜੋ ਕਿ ਇੰਟਰਨਲੀ ਰੇਡੀਏਸ਼ਨਸ ਦਿੰਦਾ। ਸੋ ਉਹ ਆਹ ਡਿਪਾਰਟਮੈਂਟ ਤੁਸੀਂ ਦੇਖ ਸਕਦੇ ਹੋ ਕਿ ਬ੍ਰੈਕੀਥੈਰੇਪੀ ਡਿਪਾਰਟਮੈਂਟ ਜਿਹੜਾ ਇੱਥੇ ਲਿਖਿਆ ਹੋਇਆ ਨਾਮ। ਸੋ ਬ੍ਰੈਕੀਥੈਰੇਪੀ ਡਿਪਾਰਟਮੈਂਟ ਦੇ ਵਿੱਚ ਜਾਵਾਂਗੇ, ਜੋ ਕਿ ਇੰਟਰਨਲ ਰੇਡੀਏਸ਼ਨ ਦਿੰਦਾ ਹੈ। ਛੋਟੀ ਮਸ਼ੀਨ ਹੁੰਦੀ ਹੈ। ਸੋ ਉਸ ਮਸ਼ੀਨ ਤੇ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਟੈਕਨੀਸ਼ੀਅਨਸ ਵੀ ਬੈਠੇ ਹੋਏ ਨੇ, ਤੇ ਇੱਥੇ ਲਗਾਤਾਰ ਮੋਨੀਟਰਿੰਗ ਵੀ ਜਿਹੜੀ ਹੈ ਉਹ ਇੱਥੋਂ ਕੈਮਰਿਆਂ ਦੇ ਰਾਹੀਂ ਮੋਨੀਟਰਿੰਗ ਜਿਹੜੀ ਹੈ ਮਰੀਜ਼ ਦੀ ਕੀਤੀ ਜਾਂਦੀ ਹੈ। ਸੋ ਅਸੀਂ ਅੰਦਰ ਚੱਲਦੇ ਹਾਂ, ਅੰਦਰ ਜਾ ਕੇ
ਦੇਖਦੇ ਹਾਂ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਬ੍ਰੈਕੀਥੈਰੇਪੀ ਜਿਹੜੀ ਹੈ ਉਹ ਮਸ਼ੀਨ ਹੈ। ਸੋ ਉਹ ਬ੍ਰੈਕੀਥੈਰੇਪੀ ਦੀ ਮਸ਼ੀਨ ਹੈ, ਇੱਕ ਛੋਟੀ ਜਿਹੀ ਮਸ਼ੀਨ ਹੈ ਜੋ ਕਿ ਜਦੋਂ ਵੱਡੀ ਥੈਰੇਪੀ ਟਰੂ ਬੀਮ ਤੋਂ ਜਿਹੜੀ ਹੈ ਥੈਰੇਪੀ ਹੋ ਜਾਂਦੀ ਉਸ ਤੋਂ ਬਾਅਦ ਇੰਟਰਨਲ ਥੈਰੇਪੀ ਲਈ ਇੱਥੇ ਆਉਣਾ ਹੁੰਦਾ। ਸੋ ਮੈਮ ਇਹ ਜਿਹੜੀ ਮਸ਼ੀਨ ਹੈ ਕਿਸ ਤਰੀਕੇ ਕੰਮ ਕਰਦੀ ਹੈ? ऐसा इंटरनल रेडिएशन का रोल सारे कैंसर्स में नहीं रहता है। एक्सटर्नल रेडिएशन का रोल होता है जब ट्यूमर का साइज बड़ा है हम उसको छोटा कर देते हैं और ख़त्म भी कर सकते हैं। इंटरनल रेडिएशन का रोल पर्टिकुलर कैंसर्स में होता है, सभी कैंसर्स में इसका रोल नहीं रहता है। जैसे कि मैंने बताया था बच्चेदानी के मुंह का कैंसर है जिसमें ब्रैकीथेरेपी का काफ़ी बड़ा रोल है। उसमें क्या करते हैं, पहले एक्सटर्नल रेडिएशन से हम ट्यूमर के साइज़ को छोटा करते हैं। जब ट्यूमर का साइज़ काफ़ी छोटा रह जाता है तो हम इंटरनल रेडिएशन से पेशेंट के अंदर विजाइना के थ्रू हम एक एप्लीकेटर डालते हैं जिसको हम आप देख सकते हैं यहाँ पर कुछ चैनल्स पड़े हैं। ये चैनल्स हम मशीन से कनेक्ट कर देते हैं और फिर पेशेंट से कनेक्ट कर दिया जाता है। और इंटरनल रेडिएशन से ये बेनिफिट होता है कि वो सिर्फ लोकलाइज्ड वहीं पर रेडिएशन देगा और आसपास के नॉर्मल स्ट्रक्चर्स में कोई रेडिएशन नहीं जाएगी। मतलब ਹੋਰ ਕਿਸੇ ਪਾਸੇ ਨੂੰ ਜਿਹੜਾ ਕੋਈ ਉਸਦਾ ਇਫੈਕਟ ਨਹੀਂ ਪਏਗਾ। हाँ जी, हाँ जी। तो इस इंटरनल रेडिएशन को हम कई और कैंसर्स में भी यूज़ कर सकते हैं, जैसे कि लंग कैंसर है या फिर फूड पाइप का कैंसर है और भी जैसे बिलियरी ट्रैक्ट के कैंसर्स हैं, वहाँ पर भी हम इसका यूज़ कर सकते हैं। और कई तरह के इम्प्लांट्स होते हैं जैसे ब्रेस्ट में यूज़ कर सकते हैं। कई बार क्या होता है लिप का कैंसर होता है, बहुत छोटा है, या जीभ का कैंसर है, वहाँ पर हम जहाँ पर बिल्कुल कम एरिया को रेडिएशन देनी है वहाँ पर हम इंटरनल रेडिएशन को यूज़ करते हैं। ਠੀਕ ਹੈ ਜੀ। ਸੋ ਇਹ ਸਨ ਤੁਸੀਂ ਦੇਖਿਆ ਤਸਵੀਰਾਂ ਕਿਸ ਤਰੀਕੇ ਦੇ ਨਾਲ ਹਰ ਇੱਕ ਰੇਡੀਏਸ਼ਨ ਮਸ਼ੀਨ ਰੇਡੀਓਥੈਰੇਪੀ ਜਿਹੜੀ ਹੈ ਉਹ ਅਲੱਗ-ਅਲੱਗ ਰੇਡੀਓ ਜਿਹੜੀਆਂ ਮਸ਼ੀਨਸ ਨੇ ਜਿਹੜੀਆਂ ਰੇਸ ਛੱਡਦੀਆਂ ਨੇ ਉਹਨਾਂ ਦੇ ਨਾਲ ਕਿਸ ਤਰੀਕੇ ਨਾਲ ਕੈਂਸਰ ਦਾ ਇਲਾਜ ਜਿਹੜਾ ਕੀਤਾ ਜਾਂਦਾ। ਫਿਰ ਭਾਵੇਂ ਉਹ ਟਰੂ ਬੀਮ ਮਸ਼ੀਨ ਹੋਵੇ ਜਾਂ ਫਿਰ ਇਹ ਛੋਟੀ ਮਸ਼ੀਨ ਹੋਵੇ ਜਿਸ ਦੇ ਨਾਲ ਜਿਹੜੇ ਖਾਸ ਕਰ ਛੋਟੇ ਹਿੱਸੇ ਨੇ ਉਹਨਾਂ ਦੇ ਉੱਤੇ ਜਿਹੜਾ ਹੈ ਐਕਟ ਕੀਤਾ ਜਾਂਦਾ, ਰੇਡੀਓ ਐਕਟੀਵਿਟੀ ਦੇ ਨਾਲ ਜਿਹੜਾ ਹੈ ਉਸ ਨੂੰ ਕੈਂਸਰ ਨੂੰ ਖਤਮ ਕੀਤਾ ਜਾਂਦਾ। ਸੋ ਕਿਤੇ ਨਾ ਕਿਤੇ ਇਹ ਚੀਜ਼ ਇਹ ਤਾਂ ਜ਼ਰੂਰ ਸਮਝਾਉਂਦੀ ਹੈ ਕਿ ਜਿਹੜਾ ਰੇਡੀਓਥੈਰੇਪੀ ਹੈ ਉਹ ਜਿਹੜੀ ਹੈ ਕਿਸ ਤਰੀਕੇ ਦੇ ਨਾਲ ਇੱਕ ਮਰੀਜ਼ ਲਈ ਖਾਸ ਕਰਕੇ ਕੈਂਸਰ ਦੇ ਮਰੀਜ਼ ਲਈ ਜਿਹੜੀ ਹੈ ਉਹ ਫਾਇਦੇਮੰਦ ਹੈ। ਕਿਸ ਤਰੀਕੇ ਦੇ ਨਾਲ ਰੇਡੀਓਥੈਰੇਪੀ ਦੇ ਨਾਲ ਜਿਹੜਾ ਜੇਕਰ ਜਿਸ ਹਿੱਸੇ ਦੇ ਉੱਤੇ ਕੈਂਸਰ ਹੈ ਜੇਕਰ ਉਸੇ ਦੇ ਉੱਤੇ ਜਿਹੜਾ ਐਕਟ ਕੀਤਾ ਜਾਵੇ, ਉਸੇ ਦੇ ਉੱਤੇ ਜਿਹੜਾ ਹੈ ਰੇਡੀਓਥੈਰੇਪੀ ਕੀਤੀ ਜਾਵੇ ਤਾਂ ਕਿਸ ਤਰੀਕੇ ਦੇ ਨਾਲ ਕੈਂਸਰ ਨੂੰ ਛੋਟਾ ਕੀਤਾ ਜਾਂਦਾ, ਉਸ ਨੂੰ ਖਤਮ ਵੀ ਕੀਤਾ ਜਾਂਦਾ, ਜੜੋਂ ਕੱਟਿਆ ਵੀ ਜਾਂਦਾ। ਸੋ ਇਹ ਕੁਝ ਜਿਹੜੀਆਂ ਤਕਨੀਕਾਂ ਨੇ ਜੋ ਕਿ ਇਸ ਵਕਤ ਸੁਹਾਨਾ ਮਲਟੀ ਸਪੈਸ਼ਲਿਟੀ ਹਸਪੀਟਲ ਦੇ ਵਿੱਚ ਮੌਜੂਦ ਨੇ ਜੋ ਕਿ ਮੋਹਾਲੀ ਦੇ ਸੈਕਟਰ 77 ਦੇ ਵਿੱਚ ਹੈ। ਤੇ ਜਿਹੜਾ ਰਿਸਰਚ ਸੈਂਟਰ ਹੈ ਉਸ ਰਿਸਰਚ ਸੈਂਟਰ ਦੇ ਵਿੱਚ ਕੈਂਸਰ ਰਿਸਰਚ ਸੈਂਟਰ ਦੇ ਵਿੱਚ ਸਭ ਤੋਂ ਵੱਡੀ ਗੱਲ ਇਹ ਹੈ ਕਿ ਹਰ ਇੱਕ ਇਲਾਜ ਫਿਰ ਭਾਵੇਂ ਤੁਸੀਂ ਕੈਂਸਰ ਨੂੰ ਡਿਟੈਕਟ ਕਰਾਉਣਾ ਹੋ ਜਾਂ ਫਿਰ ਡਿਟੈਕਟ ਹੋ ਜਾਂਦਾ ਹੈ ਤਾਂ ਉਸ ਤੋਂ ਬਾਅਦ ਉਸਦਾ ਇਲਾਜ ਕਰਾਉਣਾ ਹੋਵੇ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇੱਕੋ ਛੱਤ ਹੇਠਾਂ ਮੌਜੂਦ ਨੇ। ਤੁਹਾਨੂੰ ਕਿਤੇ ਹੋਰ ਜਾਣ ਦੀ ਜ਼ਰੂਰਤ ਨਹੀਂ ਪਏਗੀ। ਕਿਸੇ ਵੀ ਢੰਗ ਦਾ ਜੇਕਰ ਕੋਈ ਟੈਸਟ ਕਰਾਉਣਾ ਤਾਂ ਉਹ ਤੁਹਾਨੂੰ ਕਿਤੋਂ ਬਾਹਰੋਂ ਨਹੀਂ ਕਰਾਉਣਾ ਪਏਗਾ। ਔਰ ਸਭ ਤੋਂ ਵੱਡੀ ਗੱਲ ਇਹ ਸਾਰੇ ਜਿਹੜੇ ਟੈਸਟ ਨੇ ਜਾਂ ਟ੍ਰੀਟਮੈਂਟਸ ਜਿਹੜੇ ਨੇ ਇਹ ਬਹੁਤ ਹੀ ਜਿਹੜਾ ਹੈ ਜਾਇਜ਼ ਕੀਮਤਾਂ ਦੇ ਉੱਤੇ ਹੁੰਦੇ ਨੇ ਤਾਂ ਜੋ ਕਿਸੇ ਨੂੰ ਵੀ ਜਿਹੜਾ ਹੈ ਇਸ ਦਾ ਭਾਰ ਜਿਹੜਾ ਉਹ ਨਾ ਮਹਿਸੂਸ ਹੋਵੇ। ਕਿਉਂਕਿ ਅਕਸਰ ਦੇਖਿਆ ਜਾਂਦਾ ਜਦੋਂ ਕੈਂਸਰ ਦਾ ਕੋਈ ਮਰੀਜ਼ ਆਉਂਦਾ ਤਾਂ ਉਸਨੂੰ ਸਭ ਤੋਂ ਪਹਿਲਾਂ ਡਰ ਜਿਹੜਾ ਸਤਾਉਂਦਾ ਹੈ ਕਿ ਉਸਦਾ ਪੈਸਾ ਕਿੰਨਾ ਲੱਗੇਗਾ। ਸੋ ਉਸ ਚੀਜ਼ ਦਾ ਵੀ ਪੂਰਾ ਇੱਥੇ ਜਿਹੜਾ ਖਿਆਲ ਰੱਖਿਆ ਜਾਂਦਾ ਤੇ ਨਾਲ ਜਿਹੜੀਆਂ ਹੋਰ ਵੀ ਜਿਹੜੀਆਂ ਸਕੀਮਾਂ ਨੇ ਉਹਨਾਂ ਦੇ ਤਹਿਤ ਵੀ ਜਿਹੜਾ ਜਿੱਥੇ ਲੋਕਾਂ ਦਾ ਇਲਾਜ ਕੀਤਾ ਜਾਂਦਾ, ਮਰੀਜ਼ ਦਾ ਇਲਾਜ ਕੀਤਾ ਜਾਂਦਾ ਤਾਂ ਜੋ ਕਿਸੇ ਵੀ ਢੰਗ ਦਾ ਜਿਹੜਾ ਪ੍ਰੈਸ਼ਰ ਹੈ ਉਹ ਮਰੀਜ਼ ਦੇ ਉੱਤੇ ਨਾ ਆਵੇ ਤੇ ਜਿਹੜੀ ਬਿਮਾਰੀ ਦੇ ਨਾਲ ਉਹ ਜਿਹੜਾ ਮਰੀਜ਼ ਤਰਾਸਦਾ ਹੈ ਉਸ ਨੂੰ ਜਿਹੜਾ ਹੈ ਠੀਕ ਕਰਕੇ ਘਰ ਵਾਪਸੀ ਤੋਰਿਆ ਜਾਵੇ। ਕੈਮਰਾ ਪਰਸਨ ਰਵਿੰਦਰ ਦੇ ਨਾਲ ਸਾਇੰਦਰੁੱਲਾ, ਲਿਵਿੰਗ ਇੰਡੀਆ ਨਿਊਜ਼, ਮੋਹਾਲੀ। ਗੱਲ ਕਰੀਏ ਕੈਂਸਰ ਦੀ ਤਾਂ ਕੈਂਸਰ ਨੂੰ ਲੈ ਕੇ ਲੋਕਾਂ ਦੇ ਮਨਾਂ ਦੇ ਵਿੱਚ ਸਵਾਲ ਜਿਹੜੇ ਨੇ ਉਹ ਬਹੁਤ ਜ਼ਿਆਦਾ ਪਨਪਦੇ ਨੇ। ਸਭ ਤੋਂ ਵੱਡਾ ਸਵਾਲ ਇਹ ਹੁੰਦਾ ਹੈ ਕਿ ਜੇਕਰ ਕਿਸੇ ਨੂੰ ਕੈਂਸਰ ਦਾ ਸ਼ੱਕ ਪੈ ਹੀ ਗਿਆ ਤਾਂ ਕਿਸ ਤਰੀਕੇ ਦੇ ਨਾਲ ਉਸ ਕੈਂਸਰ ਨੂੰ ਡਿਟੈਕਟ ਕੀਤਾ ਜਾਣਾ, ਯਾਨੀ ਕਿ ਕਿਸ ਤਰੀਕੇ ਦੇ ਨਾਲ ਉਸ ਕੈਂਸਰ ਦੀ ਭਾਲ ਕੀਤੀ ਜਾਣੀ ਹੈ। ਤੇ ਉਸ ਕੈਂਸਰ ਦੀ ਭਾਲ ਦੇ ਵਿੱਚ ਸਭ ਤੋਂ ਵੱਡਾ ਹੱਥ ਹੁੰਦਾ ਹੈ ਰੇਡੀਓਲੋਜੀ ਦਾ। ਰੇਡੀਓਲੋਜੀ ਦਾ ਹੱਟ ਇਸ ਤਰੀਕੇ ਹੁੰਦਾ ਹੈ ਕਿਉਂਕਿ ਰੇਡੀਓਲੋਜੀ ਦੇ ਤਹਿਤ ਹੀ ਕੁਝ ਟੈਸਟ ਅਜਿਹੇ ਕੀਤੇ ਜਾਂਦੇ ਨੇ ਜਿਨ੍ਹਾਂ ਦੇ ਨਾਲ ਇਹ ਕਿਹਾ ਜਾ ਸਕਦਾ ਹੈ ਕਿ ਪਤਾ ਲਾਇਆ ਜਾ ਸਕਦਾ ਕਿ ਕੈਂਸਰ ਕਿੱਥੇ ਹੈ ਤੇ ਕਿੱਦਾਂ ਦਾ ਕੈਂਸਰ ਹੈਗਾ। ਪਰ ਉਸ ਦੇ ਵਿੱਚ ਜੇ ਥੋੜਾ ਡੀਪ ਜਾਈਏ ਤਾਂ ਇੱਕ ਹੋਰ ਰੇਡੀਓਲੋਜੀ ਹੁੰਦੀ ਹੈ, ਉਹਨੂੰ ਕਹਿੰਦੇ ਆ ਇੰਟਰਵੈਂਸ਼ਨਲ ਰੇਡੀਓਲੋਜੀ। ਉਹ ਇੰਟਰਵੈਂਸ਼ਨਲ ਰੇਡੀਓਲੋਜੀ ਕਿਸ ਤਰੀਕੇ ਦੇ ਨਾਲ ਮਰੀਜ਼ ਦੇ ਸਰੀਰ ਦੇ ਵਿੱਚ ਕੰਮ ਕਰਦੀ ਹੈ, ਕਿਸ ਤਰੀਕੇ ਦੇ ਨਾਲ ਕੈਂਸਰ ਨੂੰ ਡਿਟੈਕਟ ਕਰਨ ਦੇ ਵਿੱਚ ਮਦਦ ਕਰਦੀ ਹੈ, ਕਿਸ ਤਰੀਕੇ ਦੇ ਨਾਲ ਹੋਰ ਕੈਂਸਰ ਦੇ ਟ੍ਰੀਟਮੈਂਟ ਦੇ ਵਿੱਚ ਉਸ ਦੀ ਮਦਦ ਹੁੰਦੀ ਹੈ। ਇਸ ਬਾਬਤ ਸਾਡੇ ਨਾਲ ਗੱਲ ਕਰਨ ਲਈ ਸੁਹਾਨਾ ਮਲਟੀ ਸਪੈਸ਼ਲਿਟੀ ਹਸਪੀਟਲ ਦੇ ਜਿਹੜਾ ਕੈਂਸਰ ਰਿਸਰਚ ਸੈਂਟਰ ਹੈ ਉਸ ਸੈਂਟਰ ਦੇ ਡਾਕਟਰ ਅਖਿਲ ਸਾਡੇ ਨਾਲ ਮੌਜੂਦ ਨੇ ਜੋ ਕਿ ਇੰਟਰਵੈਂਸ਼ਨਲ ਰੇਡੀਓਲੋਜਿਸਟ ਨੇ। ਅਸੀਂ ਇਹਨਾਂ ਨਾਲ ਗੱਲਬਾਤ ਵੀ ਕਰਾਂਗੇ, ਜਾਣਨ ਦੀ ਕੋਸ਼ਿਸ਼ ਵੀ ਕਰਾਂਗੇ ਕਿ ਕਿਸ ਤਰੀਕੇ ਦੇ ਨਾਲ ਇੱਕ ਇਨਸਾਨ ਦੇ ਇੱਕ ਮਰੀਜ਼ ਦੇ ਵਿੱਚ ਜੇਕਰ ਉਸਨੂੰ ਕੈਂਸਰ ਦਾ ਸ਼ੱਕ ਪੈਂਦਾ
ਤਾਂ ਉਸ ਦੇ ਉੱਤੇ ਕਿਸ ਤਰੀਕੇ ਦੇ ਨਾਲ ਕੰਮ ਕੀਤਾ ਜਾ ਸਕਦਾ ਹੈ। ਸੋ ਡਾਕਟਰ ਸਾਹਿਬ, ਸਭ ਤੋਂ ਪਹਿਲਾ ਸਵਾਲ ਮੇਰਾ ਇਹੀ ਆਉਂਦਾ ਹੈ ਕਿ ਜਦੋਂ ਮਨ ਦੇ ਵਿੱਚ ਕਹਿੰਦੇ ਨਾ ਵਹਿਮ ਪੈਂਦਾ ਹੈ, ਵਹਿਮ ਨੂੰ ਦੂਰ ਕਿੱਦਾਂ ਕਰਿਆ ਜਾਵੇ। ਕੈਂਸਰ ਦਾ ਜੋ, ਕਿਉਂਕਿ ਕੈਂਸਰ ਆਪਣੇ ਆਪ ਦਾ ਇੱਕ ਬਹੁਤ ਵੱਡਾ ਸ਼ਬਦ ਜਿਹੜਾ ਬਣ ਚੁੱਕਿਆ ਹੈ ਆਮ ਜ਼ਿੰਦਗੀ ਦੇ ਵਿੱਚ। ਜੇ ਕਿਸੇ ਨੂੰ ਕੋਈ ਡਰ ਵੀ ਪਾ ਦੇਵੇ ਕਿ ਕੈਂਸਰ ਹੈਗਾ ਤਾਂ ਉਸ ਦੇ ਮਨ ਦੇ ਵਿੱਚ ਇੱਕ ਬਹੁਤ ਵੱਡਾ ਭਾਵ ਜਿਹੜਾ ਬਣ ਜਾਂਦਾ। ਪਰ ਅਸਲ ਦੇ ਵਿੱਚ ਜੇਕਰ ਗੱਲ ਕਰੀਏ ਤਾਂ ਕੈਂਸਰ ਦਾ ਵਹਿਮ ਕਿਸ ਤਰੀਕੇ ਕੱਢਿਆ ਜਾ ਸਕਦਾ ਤੇ ਕੈਂਸਰ ਨੂੰ ਰੇਡੀਓਲੋਜੀ ਦੇ ਤਹਿਤ ਡਿਟੈਕਟ ਕਿੱਦਾਂ ਕੀਤਾ ਜਾ ਸਕਦਾ। जी शुक्रिया। मैं ये बताना चाहूँगा आपको कि ਕੈਂਸਰ ਦੇ ਨਾਲ ਵਰਡ ਨਾਲ ਲੋਕੀ ਬਹੁਤ ਡਰ ਜਾਂਦੇ ਨੇ ਤੇ ਉਹਨਾਂ ਨੂੰ ਇਹ ਜ਼ਰੂਰੀ ਹੈ ਕਿ ਕਿਸੇ ਤਰ੍ਹਾਂ ਇਹ ਪਤਾ ਲੱਗ ਜਾਵੇ ਜੇ ਕੈਂਸਰ ਹੈ ਕਿ ਨਹੀਂ ਹੈ। ਨਹੀਂ ਤਾਂ ਉਹਨਾਂ ਨੂੰ ਨੀਂਦ ਹੀ ਨਹੀਂ ਆਉਂਦੀ ਕਿ ਕਿਸੇ ਨੇ ਥੋੜਾ ਸਾ ਵੀ ਸ਼ੱਕ ਪਾਤਾ ਤੇ ਦੇ ਵਿਲ ਬੀ ਵਰੀਡ ਕਿ ਮੈਨੂੰ ਕੈਂਸਰ ਤਾਂ ਨਹੀਂ ਹੋ ਗਿਆ। ਛੋਟੀ ਸੀ ਵੀ ਕਿਤੇ ਗਾਂਠ ਆ ਜਾਵੇ, ਕੁਝ ਵੀ ਆ ਜਾਵੇ ਕਿਸੇ ਸਕੈਨ 'ਚ ਤੇ ਉਹ ਪਰੇਸ਼ਾਨ ਹੋ ਜਾਂਦੇ ਨੇ। ऐसे केस में ना तो हम चीज़ निकाल सकते हैं, ना ही जो उसकी दवाइयाँ हैं वो शुरू कर सकते हैं। तो ये बहुत ज़रूरी है कि ਆਪਾਂ ਪ੍ਰੂਵ ਕਰ ਸਕੀਏ ਕਿ ਉਹ ਕੈਂਸਰ ਹੈਗਾ ਜਾਂ ਨਹੀਂ ਹੈਗਾ। ਤੇ ਉਹਦੇ ਲਈ ਸਾਨੂੰ ਫਾਈਨਲੀ 100% ਅਸੀਂ ਤभी ਬਤਾ ਸਕਦੇ ਨੇ ਜਦ ਸਾਨੂੰ ਕੋਈ ਪੀਸ ਮਿਲ ਜਾਵੇ, ਟੁਕੜਾ ਮਿਲ ਜਾਵੇ ਜਿਹਨੂੰ ਕਹਿੰਦੇ ਨੇ। ਤਾਂ ਉਹਦੇ ਵਿੱਚ ਦੋ ਚੀਜ਼ਾਂ ਹੁੰਦੀਆਂ, ਇੱਕ FNAC ਔਰ ਇੱਕ ਬਾਇਓਪਸੀ। FNAC 'ਚ ਆਪਾਂ ਇੱਕ ਛੋਟੀ ਜਿਹੀ ਨੀਡਲ ਪਾਉਂਦੇ ਆ ਤੇ ਥੋੜੇ ਜਿਹੇ ਸੈੱਲ ਆ ਜਾਂਦੇ ਆ, ਉਹਦੇ 'ਚ ਪਤਾ ਲੱਗ ਜਾਂਦਾ ਇਹਦਾ ਕੈਂਸਰ ਹੈਗਾ ਕਿ ਨਹੀਂ ਹੈਗਾ। ਤੇ ਉਹਦੇ ਬਾਅਦ ਆਪਾਂ ਬਾਇਓਪਸੀ ਕਰੀਏ, ਉਹਦੇ ਵਿੱਚ ਥੋੜਾ ਬੜਾ ਟੁਕੜਾ ਲੈਂਦੇ ਆ। ਉਸ ਟੁਕੜੇ 'ਚ ਸਾਨੂੰ ਇਹ ਵੀ ਪਤਾ ਲੱਗ ਜਾਂਦਾ ਹੈ ਕਿਸ ਟਾਈਪ ਦਾ ਕੈਂਸਰ ਹੈ ਤੇ ਦਵਾਈਆਂ ਨਾਲ ਕਿਹੋ ਜਿਹਾ ਇਫੈਕਟ ਆਏਗਾ, ਕਿਹੜੇ ਕੈਂਸਰ ਦੀ ਲਾਈਫ ਲੰਬੀ ਹੈ ਛੋਟੀ ਹੈ। ਇਹ ਫਾਇਦੇ ਬੜੇ ਹੁੰਦੇ ਨੇ। ਸੇ ਇਹਨਾਂ ਨਾਲ ਅਸੀਂ ਦੱਸ ਸਕਦੇ ਹਾਂ ਵੈਦਰ ਕੈਂਸਰ ਇਜ਼ देयर और ये तो पक्का ही बता सकते हैं कि 100% कैंसर नहीं है या कैंसर है। ਉਹਦੇ ਬਾਅਦ ਕਿਸ ਟਾਈਪ ਦਾ ਕੈਂਸਰ ਹੈ। ਅੱਜ ਕੱਲ੍ਹ ਬਹੁਤ ਸਾਰੀ ਦਵਾਈਆਂ ਉਪਲਬਧ ਨੇ ਤੇ ਸਾਰੇ ਕੈਂਸਰ ਇੱਕ ਬਰਾਬਰ ਨਹੀਂ। ਕਈਆਂ 'ਚ ਇਫੈਕਟ ਬਿਲਕੁਲ ਨਹੀਂ ਆਉਂਦਾ, ਕਈਆਂ 'ਚ ਬਹੁਤ ਵਧੀਆ ਇਫੈਕਟ ਆਉਂਦਾ ਹੈ। ਤੇ ਇਸ ਲਈ ਇਟ ਇਜ਼ ਵੈਰੀ ਇੰਪੋਰਟੈਂਟ ਕਿ हमें पता चले कि किस टाइप का कैंसर है, ਕਿਹੜੇ मार्कर ने किस वजह से पेशेंट ਨੂੰ कैंसर होया है तो एक दवाई कितना काम करेगी। उससे हम ये भी बता सकते हैं पेशेंट को कि आपका बहुत अच्छा रिजल्ट है। तो ਉਹਦੇ ਨਾਲ भी थोड़ी सी टेंशन कम हो जाती पेशेंट की। तो सबसे पहला स्टेप यही है कि हम वो FNAC बायोप्सी करें। नहीं तो कोई भी कैंसर की दवाई शुरू ही नहीं हो सकती जब तक हमें ये पक्का ना हो कि कैंसर है या नहीं है। ਸੋ ਇੰਟਰਵੈਂਸ਼ਨਲ ਜਿਹੜੀ ਰੇਡੀਓਲੋਜੀ ਹੈ, ਇਸ ਦਾ ਕਿਸ ਤਰੀਕੇ ਦਾ ਜਿਹੜਾ ਮੰਤਵ, ਜਿਹੜਾ ਖਾਸ ਕਰਕੇ ਮਹੱਤਵ ਜਿਹੜਾ ਹੈ ਉਹ ਇੱਕ ਮਰੀਜ਼ ਨੂੰ ਮਿਲ ਪਾਉਂਦਾ ਹੈ, ਕਿਉਂਕਿ ਇੰਟਰਵੈਂਸ਼ਨਲ ਥੈਰੇਪੀ ਦੇ ਵਿੱਚ ਵੀ ਬਹੁਤ ਸਾਰੇ ਸਟੈਪਸ ਨੇ। ਹਾਂਜੀ, ਤੇ ਬੈਸਟ ਚੀਜ਼ ਇਹ ਹੈਗੀ ਕਿ ਵੀ ਡੋਂਟ ਹੈਵ ਟੂ ਕੱਟ, ਕੋਈ ਚੀਰਾ ਨਹੀਂ ਲਾਣਾ ਪੈਂਦਾ। ਆਪਾਂ CT 'ਚ ਅਲਟਰਾਸਾਊਂਡ 'ਚ ਦੇਖ ਕੇ ਟੁਕੜਾ ਲੈ ਲੈਂਦੇ ਆ ਤੇ ਪੇਸ਼ੈਂਟ ਨੂੰ ਡਰ ਨਹੀਂ ਲੱਗਦਾ ਕਿ ਮੈਨੂੰ ਆਪਰੇਸ਼ਨ ਕਰਾਉਣਾ ਪਊਗਾ। ਕਈ ਵਾਰ ਥੋੜਾ ਜਿਹਾ ਡਾਊਟ ਹੁੰਦਾ ਹੈ, ਬੰਦਾ ਸੋਚਦਾ ਯਾਰ ਆਪਰੇਸ਼ਨ ਕਰਾਈਏ ਨਹੀਂ ਕਰਾਈਏ, ਫਿਰ ਵੇਟ ਕਰਦਾ ਹੈ ਕਿ ਨਿਕਲਵਾਉਣ ਤੋਂ ਬੈਟਰ ਮੈਂ ਵੇਟ करदा। फिर फाइनली जब हमारे पास आता है तब तक कैंसर बहुत बढ़ चुका होता है। इस केस में क्योंकि उनको पता है कि कोई कट नहीं लगना, चीरा नहीं लगना, ये निकल जाएगा CT स्कैन में, अल्ट्रासाउंड में हमें पता लग जाएगा, तो जल्दी टेस्ट करा लेंगे पेशेंट तो जल्दी मेडिकेशन मिलती है तो चांसेस बहुत वधिया हो जाते हैं कि वो इफेक्ट भी कर जाए और सर्जरी से हम उसको निकाल दें तो पक्का निकल जाता है। अगर वो एक बार कहीं स्प्रैड कर गया, जैसे हम आप स्टेजेस की गल करते हैं, जे हाई स्टेज तक पहुँच जाए फिर ਉਹਦਾ ट्रीटमेंट मुश्किल है। तो ये बहुत वधिया फायदा ਹੁੰਦਾ इंटरवेंशन रेडियोलॉजी का कि बिना कट चीरे के जब आप ऑप्शन देने कि वी कैन कम टू नो कि आपका ये कैंसर निकाला जा सकता है या कैंसर है या नहीं, तो बंदा जल्दी मान जाता है कि कर लो सर, टेस्ट कर दो, मेरा ये डर दूर करो। तो ये बहुत फ़ायदा होता है उनको। ਕਿ ਇੱਕ ਤਾਂ ਚਲੋ ਤੁਸੀਂ ਦੱਸਿਆ ਕਿ ਇਹ ਕੈਂਸਰ ਡਿਟੈਕਸ਼ਨ ਦੇ ਵਿੱਚ ਕੰਮ ਆਉਂਦੀ ਹੈ ਕਿ ਜਦੋਂ ਕਿਸੇ ਦਾ ਪਤਾ ਲੱਗ ਗਿਆ ਉਸ ਤੋਂ ਬਾਅਦ ਵਿੱਚ ਵੀ ਜਿਹੜੀ ਇੰਟਰਫਰੈਂਸ਼ੀਅਲ ਜਿਹੜੀ ਹੈ ਰੇਡੀਓਥੈਰੇਪੀ ਹੈਗੀ ਹੈ, ਇਹ ਅੱਗੇ ਕੰਮ ਆਉਂਦੀ ਹੈ, ਰੇਡੀਓਲੋਜੀ ਕੰਮ ਆਉਂਦੀ ਹੈ। बिल्कुल सर, इंटरवेंशन रेडियोलॉजी का नाम इसीलिए है बिकॉज ਆਪਾਂ ਬਿਮਾਰੀ 'ਚ ਇੰਟਰਵੀਨ ਵੀ ਕਰਦੇ ਨੇ। ਤੇ ਪਹਿਲੇ ਇੰਟਰਵੈਂਸ਼ਨ ਰੇਡੀਓਲॉजी ਦਾ ਇੰਨਾ ਹੀ ਰੋਲ ਹੁੰਦਾ ਸੀ ਦੀ ਟੁਕੜਾ ਲੈ ਕੇ ਆਪਾਂ ਦੇਤਾ ਤੇ ਟੈਸਟਿੰਗ ਹੋ ਗਈ। ਪਰ ਹੁਣ ਲੀਵਰ ਕੈਂਸਰ ਹੈ, ਲੰਗ ਕੈਂਸਰ ਹੈ, किडनी का कैंसर है, इन्ह सब दे विच जो कैंसर है अगर वो सर्जरी से नहीं निकाला जा सकता कि बढ़ चुका है, अब वो सर्जरी के बियॉन्ड जा चुका है या 2-3 जगह पे आ गया है, तो हम सूई नाल उन्होंने जला भी सकते हैं कि एक सूई डालते हैं, ਉਹਦੇ 'ਚ ਹੀਟ ਪ੍ਰੋਡਿਊਸ ਹੁੰਦੀ ਹੈ, ਉਹਨੂੰ RFA ਮਾਈਕ੍ਰੋਵੇਵ ਬੋਲਦੇ ਨੇ। तो ਆਪਾਂ ਬਲੇਡ ਵੀ ਕਰ ਸਕਦੇ ਤੇ ਉਹਦੇ ਨਾਲ ਲਾਈਫ ਬਹੁਤ ਵੱਧ ਜਾਂਦੀ ਪੇਸ਼ੈਂਟ ਦੀ। बिकॉज हमने एक टुकड़ा जो मेन एरिया था उसको जला दिया, कई कार 5 साल 10 साल 15 साल भी बहुत ਵਧੀਆ ਕੱਢ ਜਾਂਦੇ पेशेंट। ਤੇ ਦੂਜਾ ਹੈ ਕਿ ਆਪਾਂ ਦਵਾਈ ਪਾ ਸਕਦੇ ਹਾਂ ਸਿੱਧਾ ਜਾ ਕੇ ਕੀਮੋਥੈਰੇਪੀ ਉਸ ਏਰੀਆ में जहाँ कैंसर है। ਤਾਂ ਆਪਾਂ ਉਹ ਖੂਨ ਦੀ ਨਸ ਦੇ ਵਿੱਚ ਜਾਈਦਾ ਹੈ ਜਿਹੜੇ 'ਚ ਕੈਂਸਰ ਸਪਲਾਈ ਕਰਦਾ ਹੈ ਤੇ ਉਹਦੇ 'ਚ ਦਵਾਈ ਪਾ ਦਿੰਦੀ ਹੈ, क्योंकि हमें पता है कि कीमोथेरेपी के बहुत सारे साइड इफेक्ट हैं। जब ਆਪਾਂ डायरेक्ट कीमोथेरेपी देने तो साइड इफेक्ट्स बहुत ज़्यादा होंगे ने। बट अगर जो कीमोथेरेपी वो सीधा
ਉਸ ਨਸ 'ਚ ਦਿੱਤੀ ਜਾਵੇ ਤਾਂ ਇਫੈਕਟ ਵੀ ਕੈਂਸਰ ਹੈਗਾ ਤੇ ਉਹਦਾ ਇਫੈਕਟ ਵੀ ਜ਼ਿਆਦਾ ਵਧੀਆ ਆਉਂਦਾ ਹੈ ਤੇ ਸਾਈਡ ਇਫੈਕਟਸ ਵੀ ਘੱਟ ਹੁੰਦੇ ਨੇ। ਤਾਂ ਲਿਵਰ ਕੈਂਸਰ 'ਚ ਬਹੁਤ ਜ਼ਿਆਦਾ ਰੋਲ ਹੈ ਸਾਡੇ ਇੰਟਰਵੈਂਸ਼ਨਲ ਥੈਰੇਪੀ ਦਾ, ਕਿਡਨੀ ਕੈਂਸਰ 'ਚ ਰੋਲ ਹੈ, ਲੰਗ ਕੈਂਸਰ 'ਚ ਰੋਲ ਹੈ ਤੇ ਕਈ ਜਗ੍ਹਾਵਾਂ ਤੇ ਇਹਦਾ ਛੋਟੇ ਛੋਟੇ ਜੇ ਸਾਨੂੰ ਪਤਾ ਲੱਗੇ ਕਿ 2 ਜਾਂ 3 ਜਗ੍ਹਾ ਛੋਟੇ ਛੋਟੇ ਕੈਂਸਰ ਹੈ ਉਹਨਾਂ ਨੂੰ ਜਲਾਇਆ ਜਾ ਸਕਦਾ ਹੈ। ਤੇ ਇਹ ਸਾਰੇ ਆਪਸ਼ਨ ਸਾਡੇ ਕੈਂਸਰ ਇੰਸਟੀਚਿਊਟ 'ਚ ਅਵੇਲੇਬਲ ਨੇ। ਜਦ ਮੈਡੀਕਲ oncologist ਕੇ ਪਾਸ ਪੇਸ਼ੈਂਟ ਜਾਂਦਾ ਹੈ ਤਾਂ ਚੈੱਕ ਕਰਕੇ ਸਟੇਜ ਦੇਖ ਕੇ ਆਪਣੇ ਆਪ ਸਾਡੇ ਕੋਲ ਭੇਜ ਦਿੰਦੇ ਨੇ। ਜੇ ਦਵਾਈਆਂ ਤੋਂ ਜ਼ਿਆਦਾ ਇਫੈਕਟ ਇੰਟਰਵੈਂਸ਼ਨ ਤੋਂ ਆ ਸਕਦਾ ਹੈ, ਪੇਸ਼ੈਂਟ ਦੀ ਲਾਈਫ ਵੱਧ ਸਕਦੀ ਹੈ ਤੇ ਵੀ ਗਿਵ ਦੈਟ ਆਪਸ਼ਨ ਟੂ ਦਾ ਪੇਸ਼ੈਂਟ। ਖਾਸ ਕਰਕੇ ਜਿੱਦਾਂ ਤੁਸੀਂ ਜ਼ਿਕਰ ਕੀਤਾ ਕੀਮੋਥੈਰੇਪੀ ਦਾ, ਕੀਮੋਥੈਰੇਪੀ ਤੋਂ ਬਾਅਦ ਜਦੋਂ ਕਈ ਵਾਰੀ ਸਰਜਰੀ ਕਰਨੀ ਪੈਂਦੀ ਆ ਕਿ ਮਰੀਜ਼ ਦੀ, ਕਿ ਉਸ ਦੇ ਵਿੱਚ ਵੀ ਜਿਹੜੀ ਆਪਣੀ ਰੇਡੀਓਲੋਜੀ ਹੈਗੀ ਹੈ, ਇੰਟਰਵੀਨਲ ਰੇਡੀਓਲੋਜੀ ਜਿਹੜੀ ਹੈਗੀ ਹੈ, ਉਹ ਕਿਤੇ ਨਾ ਇੰਟਰਵੈਂਸ਼ਨਲ ਰੇਡੀਓਲੋਜੀ ਹੈ, ਉਹ ਉਸ ਦੇ ਵਿੱਚ ਹੈਲਪ ਕਰਦੀ ਹੈ। ਕਿਉਂਕਿ ਕਿਤੇ ਨਾ ਕਿਤੇ ਜੇਕਰ ਗੱਲ ਕੀਤੀ ਜਾਵੇ ਤਾਂ ਜਦੋਂ ਰੇਡੀਓਲੋਜੀ ਖਾਸ ਕਰਕੇ ਜਦੋਂ ਕੀਮੋਥੈਰੇਪੀ ਦਿੱਤੀ ਜਾਂਦੀ ਆ, ਕਿਹਾ ਇਹ ਵੀ ਜਾਂਦਾ ਹੈ ਕਿ ਕੈਂਸਰ ਦੇ ਬਾਅਦ 'ਚ ਡਿਟੈਕਟ ਕਰਨਾ ਜਾਂ ਫਿਰ ਉਸਨੂੰ ਸਰਜਰੀ ਨਾਲ ਰਿਮੂਵ ਕਰਨਾ ਥੋੜਾ ਔਖਾ ਹੋ ਜਾਂਦਾ। ਇਹਦਾ ਬੜਾ ਅੱਛਾ ਐਗਜ਼ਾਮਪਲ ਹੈ ਬ੍ਰੈਸਟ ਕੈਂਸਰ 'ਚ। ਕਦੇ ਕਦੇ ਬ੍ਰੈਸਟ ਕੈਂਸਰ ਦੀ ਦਵਾਈਆਂ ਇੰਨਾ ਵਧੀਆ ਕੰਮ ਕਰਦੀਆਂ ਨੇ ਕਿ एक बारी ਨੂੰ कैंसर टोटली गायब हो जाता है या दिखना बंद हो जाता है, इतना छोटा हो जाता है कि हमें कैंसर सर्जन को बाद में उसे ढूंढना मुश्किल हो जाता है। तो कई बार हम उन केसेस में पहले वहाँ पे एक मेटल मार्कर डाल के ये पक्का कर लेते हैं कि यहाँ था कैंसर। उसका मार्जिन देख के सर्जन ਉਸ ਏਰੀਆ ਕੋ ਨਿਕਾਲ ਦਿੱਤੇ ਹੈ। ਅਦਰਵਾਈਜ਼ ਉਹਨਾਂ ਨੂੰ ਜੇ ਬਾਅਦ 'ਚ ਮਿਲੇ ਹੀ ਨਾ ਤਾਂ ਫਿਰ ਪੂਰਾ ਦਾ ਪੂਰਾ ਬ੍ਰੈਸਟ ਨਿਕਾਲਣਾ ਪੈਂਦਾ ਹੈ। ਬਟ ਜੇ ਸਾਨੂੰ ਪਤਾ ਹੈ ਕਿ ਇਸ ਏਰੀਆ 'ਚ ਸੀ, ਉਹਦੇ ਆਸ-ਪਾਸ 1.5-2 ਸੈਂਟੀਮੀਟਰ ਆਪਾਂ ਸਾਰਾ ਕੱਢ ਲਿਆ, देन वी आर श्योर कि अब वो कैंसर चला गया। पर अगर वो दिखना ही बंद हो जाए बाद में फिर बहुत मुश्किल है। कई बार कैंसर इतना छोटा होता है कि एक्सरे 'ਚ ਤਾਂ ਦਿਖਦਾ ਹੈ ਪਰ ਫੀਲ ਨਹੀਂ ਹੁੰਦਾ, ਤੇ ਉਹਦੇ ਵਿੱਚ ਆਪਾਂ ਇੱਕ ਵਾਇਰ ਪਾ ਦਿੰਦੇ ਆ ਸਰਜਰੀ ਵਾਲੇ ਦਿਨ। ਤਾਂ ਵਾਇਰ ਪਾਉਣ ਦਾ ਕੀ ਹੁੰਦਾ ਕਿ ਅੰਦਰ ਜਾ ਕੇ ਉਸ ਵਾਇਰ ਦੇ ਆਸ-ਪਾਸ ਦਾ ਏਰੀਆ ਕੱਢ ਲੈਂਦੇ ਆ ताकि उतना उतना निकल के कैंसर भी निकल जाए। तो तीजा बड़ा इंपॉर्टेंट रोल है, कई बारी जो कैंसर होंदा वो ब्लड सप्लाई बहुत ज़्यादा होंदा है, तो सर्जनस नूं ये थोड़ा जा डर होंदा है या लॉस ऑफ ब्लड का चांस बहुत ज़्यादा होता है कि अगर कैंसर च ब्लड ज़्यादा है तो सर्जरी भी औखी हो जाती है। बट आपां की करदे हैं, अगेन जैसे आपां दवाई पा सकते हैं उसी तरह आपां जाके वो नस नूं ब्लॉक भी कर सकते हैं। तो आपां वंस वी ब्लॉक दैट ब्लड वैसल तो जो खून का लॉस है सर्जरी विच वो बहुत कट हो जाता है। जैसे नॉर्मली 200-250-300 ml ब्लड लॉस है तो वो 20-25-30 ml ही रह जाता है। तो 8 से 10 टाइम ब्लड लॉस कम हो सकता है जेडे ट्यूमर खास करके जिन्हां च ब्लड सप्लाई ज़्यादा है। कुछ कैंसर च घट होंदा है, कुछ कैंसर च ज़्यादा होंदा है। तो ज़्यादा जेडे अंदर ब्लड सप्लाई हैगी ਉਹਦਾ ਵਿੱਚ सर्जरी तो ਪਹਿਲਾਂ हम उन्हां ਨੂੰ जो नसां दी नसां ਨੂੰ ब्लॉक कर सकते हैं। सो वो बहुत मेजर एडवांटेज हो जाता है सर्जन के लिए। ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ ਡਾਕਟਰ ਅਖਿਲ, ਤੁਸੀਂ ਆਪਣਾ ਕੀਮਤੀ ਸਮਾਂ ਸਾਨੂੰ ਦਿੱਤਾ ਤੇ ਸਾਨੂੰ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਜਿਹੜੀ ਇੰਟਰਵੈਂਸ਼ਨਲ ਜਿਹੜੀ ਰੇਡੀਓਲੋਜੀ ਹੈ ਉਹ ਆਮ ਜ਼ਿੰਦਗੀ ਦੇ ਵਿੱਚ ਖਾਸ ਕਰਕੇ ਕੈਂਸਰ ਦੇ ਮਰੀਜ਼ਾਂ ਨੂੰ ਕਿਸ ਤਰੀਕੇ ਨਾਲ ਫਾਇਦਾ ਦਿੰਦੀ ਹੈ, ਔਰ ਵੱਡੀ ਗੱਲ ਇਸ ਦੇ ਵਿੱਚ ਇਹ ਵੀ ਜੇ ਤੁਸੀਂ ਦੱਸੀ ਕਿ ਕਿਸ ਤਰੀਕੇ ਦੇ ਨਾਲ ਬਲੱਡ ਲਾਸ ਨੂੰ ਇਸ ਚੀਜ਼ ਨੂੰ ਬਚਾਉਂਦੀ। ਬਹੁਤ ਬਹੁਤ ਧੰਨਵਾਦ, ਸ਼ੁਕਰੀਆ, ਥੈਂਕ ਯੂ। ਸੋ ਇਹ ਸਨ ਸਾਡੇ ਨਾਲ ਡਾਕਟਰ ਅਖਿਲ ਜੋ ਕਿ ਸੋਹਾਣਾ ਮਲਟੀ ਸਪੈਸ਼ਲਿਟੀ ਹਸਪੀਟਲ ਦੇ ਡਾਕਟਰ ਨੇ, ਖਾਸ ਕਰ ਕੈਂਸਰ ਰਿਸਰਚ ਸੈਂਟਰ ਦੇ ਵਿੱਚ ਹੁੰਦੇ ਨੇ। ਇੰਟਰਵੈਂਸ਼ਨਲ ਰੇਡੀਓਲੋਜੀ ਦੱਸਿਆ ਕਿਸ ਤਰੀਕੇ ਦੇ ਨਾਲ ਜਿਹੜਾ ਹੈ ਆਮ ਜਨਜੀਵਨ ਜੇਕਰ ਕਿਸੇ ਨੂੰ ਕੈਂਸਰ ਹੋ ਜਾਂਦਾ ਡਿਟੈਕਟ ਕਰਨ 'ਚ ਕੰਮ ਆਉਂਦੀ ਹੈ, ਕਿਸ ਤਰੀਕੇ ਦੇ ਨਾਲ ਸਰਜਨਸ ਦੇ ਕੰਮ ਆਉਂਦੀ ਹੈ, ਕਿਸ ਤਰੀਕੇ ਦੇ ਨਾਲ ਬਲੱਡ ਲਾਸ ਨੂੰ ਰੋਕਣ ਦੇ ਕੰਮ ਆਉਂਦੀ ਹੈ, ਕਿਸ ਤਰੀਕੇ ਦੇ ਨਾਲ ਕਹਿ ਲਈਏ ਕਿ ਉਸ ਟਾਰਗੇਟ ਤੇ ਪਹੁੰਚਣ ਦੀ ਕੋਸ਼ਿਸ਼ ਕਰਾਉਂਦੀ ਹੈ ਜਿੱਥੇ ਕੈਂਸਰ ਹੈਗਾ। ਸੋ ਇਸ ਨਾਲ ਇਹ ਕਿਤੇ ਨਾ ਕਿਤੇ ਗੱਲ ਕਹੀ ਜਾ ਸਕਦੀ ਹੈ ਕਿ ਬਾਕੀ ਹਿੱਸਿਆਂ ਨੂੰ ਜਿਹੜਾ ਹੈ ਉਹ ਇਫੈਕਟ ਨਹੀਂ ਕਰੇਗਾ ਜਿੱਥੇ ਕੈਂਸਰ ਹੈਗਾ, ਇਲਾਜ ਸਿਰਫ ਉੱਥੇ ਹੀ ਹੋਏਗਾ। ਸੋ ਉਹ ਕਿਤੇ ਨਾ ਕਿਤੇ ਜਿਹੜਾ ਇਸ ਇੰਟਰਵੈਂਸ਼ਨਲ ਜਿਹੜੀ ਰੇਡੀਓਲੋਜੀ ਹੈ ਇਸ ਨਾਲ ਕਹਿ ਸਕਦੇ ਆ ਕਿ ਆਮ ਮਰੀਜ਼ਾਂ ਨੂੰ ਕਾਫੀ ਫਾਇਦਾ ਹੋ ਸਕਦਾ ਹੈ। ਵੱਡੀ ਗੱਲ ਇਸ ਦੇ ਵਿੱਚ ਇਹ ਹੈ, ਜਿਸ ਤਰੀਕੇ ਨਾਲ ਅਸੀਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕੇ ਹਾਂ ਕਿ ਸੋਹਾਣਾ ਹਸਪੀਟਲ ਦੇ ਵਿੱਚ ਸੈਕਟਰ 77 ਮੋਹਾਲੀ ਦੇ ਵਿੱਚ ਹਸਪੀਟਲ ਮੌਜੂਦ ਹੈ ਜਿੱਥੇ ਕਿ ਕੈਂਸਰ ਦਾ ਰਿਸਰਚ ਸੈਂਟਰ ਪ੍ਰੋਪਰਲੀ ਬਣਾਇਆ ਗਿਆ ਹੋਇਆ ਹੈ। ਤੇ ਕੁਝ ਵੀ ਸਰਵਿਸਿਜ਼ ਖਾਸ ਕਰਕੇ ਜਦੋਂ ਤੁਸੀਂ ਕੈਂਸਰ ਨੂੰ ਡਿਟੈਕਟ ਕਰਾਉਣ ਵੀ ਆਉਂਦੇ ਹੋ ਤਾਂ ਇੱਕ ਸਭ ਤੋਂ ਵੱਡੀ ਗੱਲ ਇਸ ਦੇ ਵਿੱਚ ਡਰ ਕੋਈ ਨਹੀਂ ਹੈ। ਦੂਸਰਾ ਸਭ ਤੋਂ ਵੱਡੀ ਗੱਲ ਇਹ ਤੁਹਾਡੀ ਜੇਬ ਲਈ ਵੀ ਕਿਤੇ ਨਾ ਕਿਤੇ ਫਰੈਂਡਲੀ ਹੈ। ਸੋ ਇਸ ਨੂੰ ਜੇਕਰ ਤੁਹਾਨੂੰ ਕਿਸੇ ਨੂੰ ਮਨ 'ਚ ਕੋਈ ਵਹਿਮ ਹੈ ਉਸ ਵਹਿਮ ਨੂੰ ਜਿਹੜਾ ਜਲਦ ਤੋਂ ਜਲਦ ਦੂਰ ਕੀਤਾ ਜਾ ਸਕਦਾ ਤੇ ਨਾਲ ਨਾਲ ਜਿਹੜਾ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਤੋਂ ਬਚਿਆ ਵੀ ਜਾ ਸਕਦਾ। ਜਦੋਂ ਗੱਲ ਕੈਂਸਰ ਦੀ ਆਉਂਦੀ ਹੈ ਤਾਂ ਹਰ ਬੰਦੇ ਦੇ ਮਨ ਦੇ ਵਿੱਚ ਇੱਕ ਚਿੰਤਾ ਜਿਹੜੀ ਹੈ ਉਹ ਜ਼ਰੂਰ ਸਤਾਉਂਦੀ ਹੈ। ਜੇਕਰ ਗੱਲ ਕੀਤੀ ਜਾਵੇ ਭਾਰਤ ਦੀ ਤਾਂ ਭਾਰਤ ਦੇ ਵਿੱਚ ਕੈਂਸਰ ਨੂੰ ਲੈ ਕੇ ਹੁਣ ਕਾਫੀ ਸਾਰੇ ਮਰੀਜ਼ ਜਿਹੜੇ ਨੇ ਉਹ ਲਗਾਤਾਰ ਸਾਹਮਣੇ ਆ ਰਹੇ ਨੇ। ਫਿਰ ਭਾਵੇਂ ਉਸ ਦੀ ਵਜ੍ਹਾ ਕੁਝ ਵੀ ਹੋਵੇ, ਗੰਦਲਾ ਪਾਣੀ ਜਾਂ ਫਿਰ
ਐਟਮੋਸਫੇਅਰ, ਵਾਤਾਵਰਣ ਜਾਂ ਫਿਰ ਹੋਰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਇੱਕ ਕੈਂਸਰ ਦਾ ਕਾਰਨ ਅੱਜ ਦੇ ਸਮੇਂ ਦੇ ਵਿੱਚ ਬਣ ਸਕਦੀਆਂ ਨੇ। ਜੇਕਰ ਗੱਲ ਕੀਤੀ ਜਾਵੇ ਕੈਂਸਰ ਨੂੰ ਲੈ ਕੇ ਤਾਂ ਇਹ ਗੱਲ ਵੀ ਆਖੀ ਜਾਂਦੀ ਹੈ ਕਿ ਪੰਜਾਬ ਤੋਂ ਸਿੱਧੀ ਕੈਂਸਰ ਟ੍ਰੇਨ ਜਿਹੜੀ ਹੈ ਉਹ ਚੱਲਦੀ ਹੈ ਤੇ ਕੈਂਸਰ ਦੇ ਮਰੀਜ਼ਾਂ ਨੂੰ ਲੈ ਕੇ ਜਾਂਦੀ ਹੈ। ਪਰ ਜੇਕਰ ਗੱਲ ਕਰੀਏ ਜਿਸ ਤਰੀਕੇ ਦੇ ਨਾਲ ਲਗਾਤਾਰ ਪੰਜਾਬ ਦੇ ਵਿੱਚ ਕੈਂਸਰ ਦੇ ਮਰੀਜ਼ ਵੱਧ ਰਹੇ ਨੇ, ਉਹਨਾਂ ਦਾ ਪੰਜਾਬ 'ਚ ਇਲਾਜ ਹੋ ਜਾਵੇ ਤਾਂ ਸ਼ਾਇਦ ਉਹਨਾਂ ਨੂੰ ਹੋਰਨਾਂ ਥਾਵਾਂ 'ਤੇ ਜਾਣ ਦੀ ਜ਼ਰੂਰਤ ਨਹੀਂ ਪਏਗੀ। ਤੇ ਉਸੇ ਕੜੀ ਦੇ ਵਿੱਚ ਅੱਜ ਅਸੀਂ ਪਹੁੰਚੇ ਹਾਂ ਸੋਹਾਣਾ ਮਲਟੀ ਸਪੈਸ਼ਲਿਟੀ ਹਸਪੀਟਲ ਦੇ ਵਿੱਚ ਤੇ ਉਸ ਦੇ ਸੋਹਾਣਾ ਦਾ ਜਿਹੜਾ ਕੈਂਸਰ ਰਿਸਰਚ ਸੈਂਟਰ ਹੈ ਉਸ ਥਾਂ ਤੇ ਅਸੀਂ ਪਹੁੰਚੇ ਹਾਂ। ਅੱਜ ਅਸੀਂ ਤੁਹਾਨੂੰ ਜਾਣੂ ਕਰਵਾਵਾਂਗੇ ਖਾਸ ਕਰਕੇ ਉਹਨਾਂ ਕੈਂਸਰਸ ਦੇ ਕਾਰਨਾਂ ਦੇ ਨਾਲ ਕਿ ਕੀ ਕਾਰਨ ਹੈ, ਕੈਂਸਰ ਕਿਉਂ ਪਨਪਦਾ ਹੈ, ਜੇਕਰ ਕਿਸੇ ਨੂੰ ਕੁਝ ਸਿੰਪਟਮ ਆਉਂਦਾ ਹੈ, ਜੇਕਰ ਕਿਸੇ ਨੂੰ ਕੋਈ ਲੱਛਣ ਦਿਖਦੇ ਨੇ ਤੇ ਉਹ ਲੱਛਣ ਜਿਹੜੇ ਨੇ ਕੀ ਉਹ ਕੈਂਸਰ ਦੇ ਹੈ ਨੇ ਜਾਂ ਫਿਰ ਨਹੀਂ ਹੈ। ਕਿਉਂਕਿ ਅਕਸਰ ਕਿਹਾ ਜਾਂਦਾ ਕਿ ਜਦੋਂ ਲੱਛਣ ਆ ਜਾਂਦੇ ਨੇ ਤਾਂ ਲੋਕਾਂ ਦੇ ਮਨ ਦੇ ਵਿੱਚ ਵਹਿਮ, ਮਰੀਜ਼ਾਂ ਦੇ ਮਨ ਦੇ ਵਿੱਚ ਵਹਿਮ ਜ਼ਰੂਰ ਆ ਜਾਂਦਾ ਹੈ ਕਿ ਸ਼ਾਇਦ ਉਹ ਕੈਂਸਰ ਹੀ ਹੋਵੇ। ਪਰ ਉਹ ਲੱਛਣ ਕੀ ਹੁੰਦੇ ਨੇ, ਇਹਨਾਂ ਸਾਰੀਆਂ ਚੀਜ਼ਾਂ ਨਾਲ ਅਸੀਂ ਤੁਹਾਨੂੰ ਅੱਜ ਜਾਣੂ ਕਰਾਵਾਂਗੇ। ਸਾਡੇ ਨਾਲ ਕੈਂਸਰ ਰਿਸਰਚ ਜਿਹੜਾ ਸੈਂਟਰ ਹੈ ਸੋਹਾਣਾ ਹਸਪੀਟਲ ਦਾ, ਉਸ ਦੀ ਮੈਡੀਕਲ ਔਨਕੋਲੋਜੀ ਟੀਮ ਸਾਡੇ ਨਾਲ ਮੌਜੂਦ ਹੈ। ਸਾਡੇ ਨਾਲ ਡਾਕਟਰ ਸੰਦੀਪ ਕੁੱਕੜ ਮੌਜੂਦ ਨੇ, ਸਾਡੇ ਨਾਲ ਡਾਕਟਰ ਸੋਨੀਆ ਢਾਕਾ ਮੌਜੂਦ ਨੇ ਤੇ ਸਾਡਾ ਡਾਕਟਰ ਪਿਊਸ਼ ਮਹਿਤਾ ਮੌਜੂਦ ਨੇ। ਅਸੀਂ ਇਹਨਾਂ ਸਾਰਿਆਂ ਤੋਂ, ਇਹ ਸਾਰੇ ਸਪੈਸ਼ਲਿਸਟ ਨੇ, ਲਗਾਤਾਰ ਜਿਹੜਾ ਹੈ ਰਿਸਰਚ ਵੀ ਕਰਦੇ ਰਹਿੰਦੇ ਨੇ, ਲਗਾਤਾਰ ਜਿਹੜਾ ਹੈ ਕੈਂਸਰ ਦੇ ਕਾਰਨਾਂ ਦੇ ਉੱਤੇ ਜਿਹੜਾ ਹੈ ਜਾਣਕਾਰੀ ਵੀ ਬਟੋਰਦੇ ਰਹਿੰਦੇ ਨੇ ਤੇ ਅੱਜ ਸਾਡੇ ਨਾਲ ਇਹ ਜਾਣਕਾਰੀ ਜਿਹੜਾ ਹੈ ਸਾਂਝੇ ਵੀ ਕਰਨਗੇ। ਸਭ ਤੋਂ ਪਹਿਲਾਂ ਅਸੀਂ ਡਾਕਟਰ ਸੰਦੀਪ ਕੁੱਕੜ ਨਾਲ ਗੱਲਬਾਤ ਕਰਾਂਗੇ। ਸੋ ਡਾਕਟਰ ਸਾਹਿਬ, ਇੱਕ ਵੱਡਾ ਸਵਾਲ ਜਿਹੜਾ ਅੱਜ ਦੇ ਸਮੇਂ ਦੇ ਵਿੱਚ ਜ਼ਰੂਰ ਇਹ ਬਣ ਜਾਂਦਾ ਹੈ ਕਿ ਕੈਂਸਰ ਜਿਹੜਾ ਹੈ ਨਾਮ ਹੀ ਜਦੋਂ ਆਵੇ ਸ਼ਾਇਦ ਲੋਕਾਂ ਦੇ ਮਨਾਂ ਦੇ ਵਿੱਚ ਬਹੁਤ ਵੱਡਾ ਡਰ ਪੈ ਜਾਂਦਾ। ਕਾਰਨ ਕੀ ਹੈ ਕੈਂਸਰ ਦੇ ਸਭ ਤੋਂ ਜ਼ਿਆਦਾ ਪਨਪਨ ਦਾ, ਜਾਂ ਫਿਰ ਕਹਿ ਲਈਏ ਕਿ ਇੰਨੀ ਛੇਤੀ ਜਿਹੜਾ ਹੈ ਉਹ ਲੋਕ ਅੱਜ ਦੀ ਡੇਟ 'ਚ ਕਹਿ ਲਈਏ ਜਿਹੜਾ ਨੰਬਰ ਹੈ ਕੈਂਸਰ ਪੇਸ਼ੈਂਟਸ ਦਾ ਉਹ ਵੱਧਦਾ ਹੀ ਜਾ ਰਿਹਾ। ਸਭ ਤੋਂ ਪਹਿਲਾਂ ਸਾਰੇ ਸੁਣਨ ਵਾਲੇ ਦਰਸ਼ਕਾਂ ਨੂੰ ਨਮਸਕਾਰ। ਤੁਸੀਂ ਜੋ ਸਵਾਲ ਉਠਾਇਆ ਹੈ ਇਹਦੇ ਪਿੱਛੇ ਅੱਜ ਆਪਾਂ ਅਕਤੂਬਰ ਮਹੀਨੇ 'ਚ ਇਸ ਗੱਲ ਕਰਨ ਨੂੰ ਇਕੱਠੇ ਹੋਏ ਹੈ। ਅਕਤੂਬਰ ਮਹੀਨੇ ਨੂੰ ਅਸੀਂ ਬ੍ਰੈਸਟ ਕੈਂਸਰ ਅਵੇਅਰਨੈਸ ਮੰਥ ਦੇ ਬਾਰੇ ਸੈਲੀਬ੍ਰੇਟ ਕਰਦੇ ਹਾਂ, ਉਹਨੂੰ ਡੈਡੀਕੇਟ ਕਰਦੇ ਹਾਂ ਤਾਂ ਕਿ ਲੋਕਾਂ 'ਚ ਜਾਗਰੂਕਤਾ ਫੈਲਾਈ ਜਾ ਸਕੇ ਕਿ ਕੈਂਸਰ ਕਿਉਂ ਵੱਧ ਰਿਹਾ ਤੇ ਇਹਦੇ ਪਿੱਛੇ ਕੀ ਕਾਰਨ ਨੇ। ਇਹਦੇ ਪਿੱਛੇ ਤੁਹਾਨੂੰ ਅਗਰ ਇੱਕ ਡੇਟਾ ਸ਼ੇਅਰ ਕਰਾਂ ਤਾਂ ਨਾਰਮਲੀ 2020 'ਚ ਇੱਕ ਪ੍ਰੋਜੈਕਸ਼ਨ ਸੀਗਾ ਕਿ ਨਵੇਂ ਕੈਂਸਰ ਕੇਸਿਸ ਦੀ ਸੰਖਿਆ ਕਿੰਨੀ ਹੋਏਗੀ। ਨਵੇਂ ਕੈਂਸਰ ਕੇਸਿਸ ਦੀ ਸੰਖਿਆ ਪ੍ਰੋਜੈਕਟਡ ਸੀ ਇਟ ਵੁੱਡ ਬੀ ਸਮਵੇਅਰ ਅਰਾਊਂਡ 9 ਲੱਖ ਨਵੇਂ ਮਰੀਜ਼ 2020 ਦੇ ਵਿੱਚ ਆਣਗੇ। ਬਟ ਸਰਪ੍ਰਾਈਜ਼ਿੰਗਲੀ ਤੁਹਾਨੂੰ ਜਾਣ ਕੇ ਆਸ਼ਚर्य ਹੋਏਗਾ ਕਿ ਓਵਰਆਲ ਅੱਜ ਦੀ ਡੇਟ 'ਚ 14 ਲੱਖ ਤੋਂ ਜ਼ਿਆਦਾ ਨਵੇਂ ਮਰੀਜ਼ ਹਰ ਸਾਲ ਕੈਂਸਰ ਤੋਂ ਪੀੜਿਤ ਪਾਏ ਜਾਂਦੇ ਨੇ। ਇਹਦੇ ਪਿੱਛੇ ਆਪਾਂ ਕਹਿ ਸਕਦੇ ਹਾਂ ਕਿ ਕੁਝ ਮੋਡੀਫਾਈਬਲ ਕਾਰਨ ਨੇ ਤੇ ਕੁਝ ਨਾਨ ਮੋਡੀਫਾਈਬਲ ਕਾਰਨ ਨੇ। ਜਿੱਦਾਂ ਇਹੋ ਜਿਹੇ ਕੁਝ ਕਾਰਨ ਹੈ ਜੋ ਤੁਹਾਡੇ ਹੱਥ 'ਚ ਹੈ ਤੇ ਕੁਝ ਇਹੋ ਜਿਹੇ ਕਾਰਨ ਵੀ ਹੈ ਜੋ ਤੁਹਾਡੇ ਹੱਥ 'ਚ ਨਹੀਂ ਵੀ ਹੈਗੇ। ਜਿੱਦਾਂ ਕਿ ਵੱਧਦੀ ਉਮਰ, ਜਿਸ ਤਰੀਕੇ ਨਾਲ ਲੋਕਾਂ ਦੀ ਏਜ ਇਨਕਰੀਜ਼ ਹੋਈ ਹੈ, ਲਾਈਫ ਐਕਸਪੈਕਟੈਂਸੀ ਇਨਕਰੀਜ਼ ਹੋਈ ਹੈ ਤਾਂ ਕੈਂਸਰ ਬਣਨ ਦੇ ਚਾਂਸਿਸ ਵੀ ਇਨਕਰੀਜ਼ ਹੋਏ ਹੈ। ਡਾਇਗਨੋਸਟਿਕ ਫੈਸਿਲਿਟੀਜ਼, ਜਿੱਦਾਂ ਡਾਇਗਨੋਸਟਿਕ ਫੈਸਿਲਿਟੀਜ਼ ਇਨਕਰੀਜ਼ ਹੋਈਆਂ ਤੁਸੀਂ ਕੈਂਸਰ ਨੂੰ ਜਲਦੀ ਸਟੇਜਿਸ ਵਿੱਚ ਡਾਇਗਨੋਜ਼ ਕਰ ਲੈਂਦੇ ਹੋ। ਇਹ ਵੀ ਇੱਕ ਪ੍ਰਮੁੱਖ ਕਾਰਨ ਹੈ ਕਿ ਤੁਸੀਂ ਮਰੀਜ਼ ਨੂੰ ਜਲਦੀ ਡਾਇਗਨੋਜ਼ ਕਰ ਪਾ ਰਹੇ ਹੋ। ਕੁਝ ਨਾਨ ਮੋਡੀਫਾਈਬਲ ਫੈਕਟਰਸ ਹੋਰ ਵੀ ਨੇ। ਜਿੱਦਾਂ ਬ੍ਰੈਸਟ ਕੈਂਸਰ ਦੀ ਗੱਲ ਕਰ ਲਈਏ ਤਾਂ ਅਰਲੀ ਮਿਨਾਰਕੀ, ਫੀਮੇਲਸ ਵਿੱਚ ਜਲਦੀ ਮੈਂਸਸ ਦਾ ਸ਼ੁਰੂ ਹੋ ਜਾਣਾ, ਘੱਟ ਤੋਂ ਘੱਟ ਬੱਚੇ ਹੋਣਾ, ਇਹ ਸਾਰੇ ਕਾਰਨ ਨੇ ਜੋ ਅੱਜ ਕੱਲ੍ਹ ਪ੍ਰਮੁੱਖਤਾ ਆਪਾਂ ਬ੍ਰੈਸਟ ਕੈਂਸਰ ਦੀ ਗੱਲ ਕਰੀਏ ਤਾਂ ਉਹਦੇ ਪਿੱਛੇ ਪਾਏ ਜਾਂਦੇ ਨੇ। ਅਗਰ ਆਪਾਂ ਮੋਡੀਫਾਈਬਲ ਦੀ ਗੱਲ ਕਰੀਏ ਜੋ ਤੁਹਾਡੇ ਆਪਣੇ ਹੱਥ 'ਚ ਹੈ, 40% 40 ਤੋਂ 50% ਜੋ ਕੈਂਸਰਸ ਹੈ ਦੇ ਆਰ ਰਿਲੇਟਡ ਟੂ ਯੂਅਰ ਲਾਈਫ ਸਟਾਈਲ। ਉਹ ਤੁਹਾਡੇ ਲਾਈਫ ਸਟਾਈਲ ਨਾਲ ਹੀ ਜੁੜੇ ਹੈ। ਆਪਣਾ ਲਾਈਫ ਸਟਾਈਲ ਅੱਜ ਤੁਸੀਂ ਯਾਦ ਕਰੋਗੇ ਅੱਜ ਤੋਂ 30 ਸਾਲ ਪਹਿਲਾਂ ਕੀ ਹੁੰਦਾ ਸੀ ਤੇ ਅੱਜ 30 ਤੋਂ 40 ਸਾਲ ਬਾਅਦ ਕੀ ਹੈਗਾ। ਸੋ ਲੈਕ ਆਫ ਫਿਜ਼ੀਕਲ ਐਕਟੀਵਿਟੀ, ਓਬੇਸਿਟੀ, ਮੋਟਾਪਾ, ਆਪਣੇ ਸਰੀਰ ਦੇ ਉੱਪਰ ਧਿਆਨ ਨਾ ਦੇਣਾ, ਹਾਰਮੋਨਲ ਇੰਬੈਲੈਂਸਿਸ, ਇਹ ਸਾਰੇ ਚੀਜ਼ਾਂ ਨੇ ਜਿਹਦੀ ਵਜ੍ਹਾ ਨਾਲ ਕਿਤੇ ਨਾ ਕਿਤੇ ਕੈਂਸਰ ਕੇਸਿਸ 'ਤੇ ਓਵਰਆਲ ਇਨਫਲੂਐਂਸ ਵਧਿਆ ਅਤੇ ਕੈਂਸਰ ਕੇਸਿਸ ਇਨਕਰੀਜ਼ ਹੋ ਰਹੇ ਨੇ। ਨਾਲ ਦੀ ਨਾਲ ਅਗਰ ਤੁਸੀਂ ਡਾਈਟ ਬਾਰੇ ਗੱਲ ਕਰੋਗੇ, ਲਾਈਫ ਸਟਾਈਲ 'ਚ ਡਾਈਟ ਇੱਕ ਪ੍ਰਮੁੱਖ ਕਾਰਨ ਹੈ। ਅੱਜ ਤੋਂ ਪਹਿਲਾਂ ਜੋ ਡਾਈਟ ਹੁੰਦੀ ਸੀ ਤੇ ਅੱਜ ਜੋ ਆਪਾਂ ਫਾਸਟ ਫੂਡ ਦੀ ਸੰਸਕ੍ਰਿਤੀ ਦੇ ਪਿੱਛੇ ਜਾ ਰਹੇ ਹਾਂ, ਪਿਜ਼ਾ, ਬਰਗਰ, ਕੋਲਡ ਡਰਿੰਕਸ, ਇਹ ਚੀਜ਼ਾਂ ਦਾ ਆਰਟੀਫਿਸ਼ਲ ਸਵੀਟਨਰਸ, ਇਹ ਚੀਜ਼ਾਂ ਦਾ ਡੈਫੀਨੇਟਲੀ ਇੱਕ ਇੰਪੈਕਟ ਹੁੰਦਾ ਤੁਹਾਡੇ ਸਰੀਰ 'ਤੇ। ਅਤੇ ਗ੍ਰੈਜੂਅਲੀ ਓਵਰ ਏ ਪੀਰੀਅਡ ਆਫ ਟਾਈਮ ਅਗਰ ਉਹ ਚੀਜ਼ਾਂ ਲੰਬੇ ਟਾਈਮ ਤੱਕ ਚੱਲਦੀਆਂ ਰਹਿਣਗੀਆਂ ਤਾਂ ਕੈਂਸਰ ਕੇਸਿਸ ਹੋਣ ਦਾ ਚਾਂਸ ਇਨਕਰੀਜ਼ ਹੋ ਜਾਂਦਾ। ਸੋ ਇਹ ਪ੍ਰਮੁੱਖਤਾ ਕਾਰਨ ਰਹੇ ਆ ਜਿਹਦੀ ਵਜ੍ਹਾ ਨਾਲ ਆਪਾਂ ਦੇਖ ਰਹੇ ਹਾਂ ਕਿ ਓਵਰਆਲ ਐਨਵਾਇਰਮੈਂਟਲ ਇਨਫਲੂਐਂਸ ਕਰਦੇ, ਰਿਸਕ ਫੈਕਟਰਸ ਕਰਦੇ, ਲਾਈਫ ਸਟਾਈਲ ਕਰਦੇ, ਕੈਂਸਰ ਕੇਸਿਸ ਕਾਫੀ ਹੱਦ ਤੱਕ ਇਨਕਰੀਜ਼ ਹੋਏ ਨੇ।
ਡਾਕਟਰ ਸੰਦੀਪ, ਤੁਸੀਂ ਬ੍ਰੈਸਟ ਕੈਂਸਰ ਦੀ ਗੱਲ ਕੀਤੀ ਹੈ, ਸਾਡੇ ਨਾਲ ਡਾਕਟਰ ਸੋਨੀਆ ਧਾਕਾ ਮੌਜੂਦ ਨੇ। ਅਸੀਂ ਇਹਨਾਂ ਨਾਲ ਵੀ ਜ਼ਰੂਰ ਜਾਣਨ ਦੀ ਕੋਸ਼ਿਸ਼ ਕਰਾਂਗੇ, ਕਿਉਂਕਿ ਕਹਿੰਦੇ ਕਿ ਮਹਿਲਾਵਾਂ ਦੀ ਜੇਕਰ ਕੋਈ ਦਿੱਕਤ ਹੈ ਤਾਂ ਇੱਕ ਮਹਿਲਾ ਜੇ ਸਮਝਾਵੇ ਤਾਂ ਸ਼ਾਇਦ ਬਹੁਤ ਜਲਦ ਲੋਕ ਉਸ ਨੂੰ ਸਮਝ ਵੀ ਪਾਉਂਦੇ ਨੇ, ਮਹਿਲਾਵਾਂ ਉਸ ਚੀਜ਼ ਨੂੰ ਸਮਝ ਪਾਉਣਗੀਆਂ। ਸੋ ਡਾਕਟਰ ਸੋਨੀਆ, ਜਿੱਦਾਂ ਬ੍ਰੈਸਟ ਕੈਂਸਰ ਦੀ ਇਹਨਾਂ ਨੇ ਗੱਲ ਕੀਤੀ ਹੈ, ਅਕਤੂਬਰ ਮਹੀਨੇ ਨੂੰ ਅਸੀਂ ਬ੍ਰੈਸਟ ਕੈਂਸਰ ਅਵੇਅਰਨੈਸ ਦੇ ਉੱਤੇ ਦੇ ਤੌਰ ਤੇ ਵੀ ਮਨਾਉਂਦੇ ਹਾਂ। ਸਭ ਤੋਂ ਵੱਡੀ ਗੱਲ ਇਸ ਦੇ ਵਿੱਚ ਇਹ ਆ ਜਾਂਦੀ ਹੈ ਕਿ ਜਦੋਂ ਇੱਕ ਲੇਡੀ ਨੂੰ ਇਸ ਦਾ ਕੁਝ ਲੱਛਣ ਦਿਖਣਾ ਸ਼ੁਰੂ ਹੋਵੇ, ਉਹ ਲੱਛਣ ਕੀ ਹੁੰਦੇ ਨੇ ਜਿਸ ਨਾਲ ਇਹ ਕਿਹਾ ਜਾ ਸਕਦਾ ਹੈ ਕਿ ਜਿਹੜੀ ਇੱਕ ਮਹਿਲਾ ਹੈ ਉਹ ਬ੍ਰੈਸਟ ਕੈਂਸਰ ਵੱਲ ਵੱਧ ਰਹੀ ਹੈ, ਤੇ ਉਸ ਨੂੰ ਰੋਕਥਾਮ ਕਿੱਦਾਂ ਕੀਤੀ ਜਾਵੇ? हाँ जी, देखिए आज ब्रेस्ट कैंसर ना सिर्फ अपने इंडिया में, भारत में, बल्कि पूरी दुनिया में एक इम्पॉर्टेंट चैलेंज है। अब जहाँ पे अब हम लोग इतने सालों के बाद जब ट्रीटमेंट इतनी एडवांस हो चुकी है, तो हमारे लिए ट्रीटमेंट बहुत बड़ा चैलेंज नहीं रह गया है। अब जो सबसे बड़ा चैलेंज है वो है अवेयरनेस का, कि लोगों में जागरूकता का जो मुद्दा है। तो यहाँ पे क्या है कि पेशेंट्स को बहुत सारे इश्यूज आते हैं, वो छाती में गांठ होती है तो वो लोग आते नहीं हैं, दिखाते नहीं हैं, जांच नहीं करवाते हैं। बहुत सारी महिलाओं की छाती में गांठें बन जाती हैं, तो वो लोग चेकअप के लिए नहीं आ पाते हैं, बिकॉज वो कई बार ऐसे होता है कि उन्हें लगता है कि दर्द नहीं है, तो लगता है कि कुछ ज़्यादा सीरियस नहीं है। साथ में अगर छाती में कुछ डिस्चार्ज, कुछ रसाव हो रहा है, या छाती में कुछ चेंजेस आ रहे हैं, शेप में चेंजेस आ रहे हैं, तो ये कुछ ऐसी चीज़ें हैं जो कि डॉक्टर को तुरंत आपने दिखानी चाहिए। अवेयरनेस में जब हम जागरूकता की बात करते हैं तो इसके अलावा ये भी पता होना चाहिए कि बीमारी का जल्दी पता होना बहुत ज़रूरी है। कि यहाँ पे ये कि ट्रीटमेंट जितनी जल्दी हो सकेगा उसी हिसाब से जो है पेशेंट का ट्रीटमेंट एक तो छोटा होता है, ज़्यादा इफ़ेक्टिव होता है, और पेशेंट की ठीक होने की ज़्यादा संभावना हो जाती है। इसके अलावा जो कुछ चीज़ें हैं जिस पे हम लोग काम कर रहे हैं वो है प्रिवेंशन के लिए, कैंसर प्रिवेंशन के लिए, कि जल्दी से जल्दी कैंसर को पता करने के लिए स्क्रीनिंग बहुत ज़रूरी है। तो जिसके लिए मैमोग्राफी कैंप्स सुहाना हॉस्पिटल से होते रहते हैं, और रेगुलरली वो ऑर्गेनाइज़ किए जाते हैं। तो जितनी जल्दी बीमारी का पता लगेगा उतना ही इलाज भी सक्षम होता है, अच्छे से होता है। तो ये कुछ मुद्दे हैं जो कि हमें ओवरऑल काम करने की ज़रूरत है, समाज में अपने अवेयरनेस बढ़ाने की ज़रूरत है। ਡਾਕਟਰ ਸੋਨੀ, ਇਸ ਤੇ ਇੱਕ ਸਵਾਲ ਇਹ ਵੀ ਜ਼ਰੂਰ ਆ ਜਾਂਦਾ ਹੈ ਕਿ ਇਹ ਜਿਹੜੇ ਕੈਂਸਰ ਹੈ, ਖਾਸ ਕਰਕੇ ਬ੍ਰੈਸਟ ਕੈਂਸਰ, ਕੀ ਇਹ ਜੈਨੇਟਿਕ ਵੀ ਹੁੰਦਾ ਹੈ? ਦੂਸਰੇ ਬੱਚੇ ਤੱਕ ਵੀ, ਜਿੱਦਾਂ ਇੱਕ ਮਾਂ ਤੋਂ ਬੱਚੇ ਤੱਕ भी पहुंच सकता है? हाँ जी, देखिए जेनेटिक बिल्कुल एक इम्पॉर्टेंट कारण है। अगर हमारे परिवार में किसी को, अगर हमारे मदर साइड से, फादर साइड से किसी को कैंसर आया है तो डेफिनेटली थोड़ा हमारा रिस्क फैमिली में बढ़ जाता है। इसके लिए कुछ कैंसर्स हैं जो कि ज़्यादा रिस्क जिनमें होता है। लेकिन यहाँ पे एक इम्पॉर्टेंट चीज़ जो ज़रूरी चीज़ है जानने वाली, कि ज़्यादातर कैंसर्स जेनेटिक नहीं होते हैं। तो ये सिर्फ 10 से 15% ही केसेस होते हैं जो कि हमारे फैमिली में रिलेटेड होते हैं, जेनेटिक्स होते हैं। तो ज़्यादातर केसेस में फैमिली हिस्ट्री नहीं होती है। लेकिन बिल्कुल अगर हमारे परिवार में किसी को कैंसर है तो बिल्कुल हमें अच्छे से उसकी जेनेटिक काउंसलिंग बहुत ज़रूरी है, पूरा फैमिली का रिस्क असेसमेंट बहुत ज़रूरी है। तो उसके लिए अभी बहुत सारे एडवांस टेक्निक्स हैं जिससे हम लोग टेस्ट कर सकते हैं। बहुत सारी जेनेटिक टेस्टिंग्स हैं जो पहले नहीं बहुत हमें अवेलेबल नहीं थी, बट अभी हमारे पास सभी कुछ, एवरीथिंग इज़ देयर, ऐसा कुछ नहीं है जो, तो उससे हम लोग रिस्क निकाल सकते हैं कि फैमिली का कितना रिस्क है। तो बिल्कुल आप अपने डॉक्टर से मिल सकते हैं अगर फैमिली में किसी को कोई कैंसर है, तो रिस्क असेसमेंट करने के लिए। ਕਿ ਮਹਿਲਾ ਦਾ ਇੱਕ ਮਹਿਲਾ ਦਾ ਲਾਈਫ ਸਟਾਈਲ ਇਸ ਦੇ ਉੱਤੇ ਕੋਈ ਅਸਰ ਪਾਉਂਦਾ ਹੈ ਕਿ ਜਿਸ ਤਰੀਕੇ ਦੇ ਨਾਲ ਇੱਕ ਮਹਿਲਾ ਜਿਹੜੀ ਹੈ ਉਹ ਆਪਣੇ ਲਾਈਫ ਸਟਾਈਲ ਜੀਂਦੀ ਹੈ? ਕਿਉਂਕਿ ਅੱਜ ਦੇ ਜ਼ਮਾਨੇ ਦੀ ਗੱਲ ਕੀਤੀ ਜਾਵੇ ਤਾਂ ਮਹਿਲਾਵਾਂ 'ਚ ਸਟ੍ਰੈਸ ਬਹੁਤ ਹੈ, ਕਿਉਂਕਿ ਪਹਿਲੇ ਮਹਿਲਾਵਾਂ ਜਿਹੜੀਆਂ ਹੁੰਦੀਆਂ ਸੀ ਉਹ ਹੋਮ ਮੇਕਰਸ ਹੁੰਦੀਆਂ ਸੀਗਾ। ਅੱਜ ਦੀ ਡੇਟ 'ਚ ਮਹਿਲਾਵਾਂ ਪੁਰਸ਼ਾਂ ਦੇ ਨਾਲ ਬਰਾਬਰ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਦੀਆਂ ਨੇ। जी देखिए, ये सिर्फ ब्रेस्ट कैंसर के लिए नहीं, ये लाइफ जो हमारी है, जो हमारे जिस तरीके से हम लोग अपना जीवन जीते हैं, जो हमारे लाइफस्टाइल है, उसका असर सभी बीमारियों पे पड़ता है, और कैंसर भी उनमें से एक है। तो जब हम एक हेल्दी लाइफ जीते हैं, हेल्दी लाइफ का मतलब बहुत सिंपल है, इसमें ऐसा कुछ नहीं है कि हमें बहुत ज़्यादा कुछ इसमें सिंपल खाना है कि हम लोग सिंपल फूड लें, जंक फूड अवॉइड करें, ठीक है। बाहर का खाना बहुत फ्राइड स्पाइसी जो रहता है वो नहीं खाएं, घर का सादा खाना, पौष्टिक आहार खाएं, और एक हेल्दी वेट मेंटेन करें। जो एक ओबेसिटी, जो एक मोटापा एक बहुत ही बड़ा चैलेंज जो है हमारी सोसाइटी फेस कर रही है, एक हेल्दी लिविंग ज़रूरी है। एक हेल्दी वेट मेंटेन करके देखें।
अभी अगर हम लोग आज अपनी सोसाइटी पे नज़र डालें तो मोटापा बहुत ही ज़्यादा प्रेवलेंट है, बहुत सारे लोग ओवरवेट से ग्रस्त हैं। तो वेट कंट्रोल करके रखें, एक रेगुलर फिजिकल एक्सरसाइज ज़रूर करने की ज़रूरत है। ये कुछ ऐसी चीज़ें हैं कि अगर हम ओवरऑल हेल्दी अपना लाइफस्टाइल फॉलो करेंगे तो ना ही से हम कैंसर से बल्कि ज़्यादातर बीमारियों से बच सकते हैं। ਸਾਡੇ ਨਾਲ ਡਾਕਟਰ ਪਿਊਸ਼ ਮੌਜੂਦ ਨੇ। ਡਾਕਟਰ ਸਾਹਿਬ ਨਾਲ ਵੀ ਜ਼ਰੂਰ ਗੱਲਬਾਤ ਕਰਾਂਗੇ। ਡਾਕਟਰ ਸਾਹਿਬ, ਸਭ ਤੋਂ ਵੱਡਾ ਅੱਜ ਦੀ ਜੇ ਮੈਂ ਗੱਲ ਕਰਾਂ, ਜੇ ਬ੍ਰੈਸਟ ਕੈਂਸਰ ਤੋਂ ਬਾਅਦ ਗੱਲ ਕਰੀਏ, ਪੁਰਸ਼ਾਂ ਦੇ ਵਿੱਚ ਵੀ ਹੁਣ ਲੰਗ ਕੈਂਸਰ ਜਿਹੜਾ ਫੇਫੜੇ ਦਾ ਜਿਹਨੂੰ ਕੈਂਸਰ ਕਿਹਾ ਜਾਂਦਾ ਹੈ, ਉਹ ਕਾਫੀ ਜ਼ਿਆਦਾ ਪਨਪਣਾ ਸ਼ੁਰੂ ਹੋ ਚੁੱਕਿਆ ਹੋਇਆ। ਲੋਕ ਉਸ ਨਾਲ ਬਹੁਤ ਜ਼ਿਆਦਾ ਗ੍ਰਸਤ ਹੋ ਰਹੇ ਨੇ। ਛਾਤੀ ਦੇ ਦਰਦ ਨੂੰ ਜਿਹੜਾ ਉਹ ਆਮ ਸੋਚਦੇ ਨੇ, ਪਰ ਜਦੋਂ ਕਈ ਵਾਰੀ ਡਾਇਗਨੋਸ ਕੀਤਾ ਜਾਂਦਾ ਤਾਂ ਉਹ ਜਿਹੜਾ ਹੈ ਫੇਫੜੇ ਦਾ ਕੈਂਸਰ ਬਣ ਕੇ ਜਿਹੜਾ ਪਨਪਦਾ ਹੋਇਆ ਨਜ਼ਰ ਆਉਂਦਾ ਹੈ। ਤੁਸੀਂ ਸਭ ਤੋਂ ਵੱਡਾ ਬਤੌਰ ਡਾਕਟਰ, ਜੋ ਤੁਸੀਂ ਬਹੁਤ ਸਾਰੇ ਮਰੀਜ਼ਾਂ ਨੂੰ ਮਿਲਦੇ ਹੋਵੋਗੇ, ਸਭ ਤੋਂ ਵੱਡਾ ਕਾਰਨ ਕੀ ਸਮਝਦੇ ਹੋ ਲੰਗ कैंसर का या फिर फेफड़े के कैंसर का? सबसे बड़ा कारण लंग कैंसर का है स्मोकिंग। स्मोकिंग किसी भी फॉर्म में, चाहे बीड़ी, सिगरेट, तंबाकू, इवन जो कुछ जैसे खैनी, गुटखा, जो किसी भी फॉर्म में टबैको है, वो दोनों लंग कैंसर के लिए सबसे मेन कारण है। बाकी दूसरा कारण है जैसे हमारी उम्र बढ़ रही है, लाइफ लॉन्जिविटी बढ़ रही है, तो कोई भी कैंसर होने का जो रिस्क है उसमें वो बढ़ता है। तो मोस्ट कॉमन कारण जो हमारी इंडियन पॉपुलेशन में है दैट इज़ स्मोकिंग इन एनी फॉर्म, चाहे वो स्मोकलेस टोबैको की फॉर्म में हो या फिर वो स्मोकिंग की फॉर्म में हो। ਡਾਕਟਰ ਪਿਊਸ਼, ਕੀ ਇਸ ਦੇ ਵਿੱਚ ਜਿਸ ਹਿਸਾਬ ਨਾਲ ਸਾਡੇ ਵਾਤਾਵਰਣ ਦੇ ਵਿੱਚ ਲਗਾਤਾਰ ਪ੍ਰਦੂਸ਼ਣ ਵੱਧ ਰਿਹਾ, ਕਿ ਉਹ ਵੀ ਇੱਕ ਵੱਡਾ ਕਾਰਨ ਬਣ ਚੁੱਕਿਆ ਹੋਇਆ ਅੱਜ ਕੱਲ੍ਹ ਦੇ ਲੰਗ ਕੈਂਸਰ ਦਾ? बिल्कुल, लंग कैंसर के केसेस कुछ टाइम में ज़्यादा बढ़े हैं और ख़ास तौर पे मेट्रो सिटीज़ में और भी ज़्यादा बढ़े हैं। तो उसका जो मेन रीज़न है वो है इंक्रीजिंग पोल्यूशन। उस पोल्यूशन चाहे डोमेस्टिक पोल्यूशन, एनवायरमेंटल पोल्यूशन, तो वो एक बहुत आज के टाइम में हमारी जैसे कंट्रीज़ हैं, डेवलपिंग कंट्रीज़ हैं, बहुत सारा कंस्ट्रक्शन चल रहा है, कितने सारे फ्री पार्टिकुलेट मैटर, बहुत सारा डस्ट, जो फैक्ट्रीज इतनी ज़्यादा हैं, तो ये एक बहुत बड़ा कारण है खास तौर पे डेवलपिंग कंट्रीज़ के अंदर लंग कैंसर का। ਜੀ ਡਾਕਟਰ ਸਾਹਿਬ, ਤੁਸੀਂ ਜਦੋਂ ਕੋਈ ਵੀ ਮਰੀਜ਼ ਤੁਹਾਡੇ ਕੋਲ ਪਹੁੰਚਦਾ ਹੈ, ਤੁਹਾਡੇ ਨਾਲ ਆ ਕੇ ਗੱਲਬਾਤ ਕਰਦਾ, ਜਦੋਂ ਡਾਇਗਨੋਸਿਸ ਦੀ ਗੱਲ ਸਾਹਮਣੇ ਆਉਂਦੀ ਹੈ, ਤਾਂ ਡਾਇਗਨੋਸਿਸ ਦੇ ਵਿੱਚ ਤੁਹਾਨੂੰ, ਜੇ ਤੁਸੀਂ ਆਪਣੇ ਇੱਕ ਅੰਦਾਜ਼ਤਨ ਗੱਲ ਦੱਸੋ, ਤੁਹਾਨੂੰ ਸਭ ਤੋਂ ਜ਼ਿਆਦਾ ਕੈਂਸਰ ਜਿਹੜਾ ਹੈ ਉਹ ਕਿਹੜੀ ਬੋਡੀ ਪਾਰਟ ਦਾ ਤੁਹਾਨੂੰ ਦੇਖਣ ਨੂੰ ਜ਼ਿਆਦਾਤਰ ਮਿਲਿਆ, ਜਾਂ ਫਿਰ ਕਹਿ ਲਈਏ ਕਿ ਸਭ ਤੋਂ ਜ਼ਿਆਦਾ ਰੇਸ਼ੋ ਕਿਸ ਕੈਂਸਰ ਦੀ ਜ਼ਿਆਦਾ ਹੈ? कैंसर का डिपेंड इस पे ये भी करता है कि हम किस एरिया की बात कर रहे हैं। अगर हम बात कर रहे हैं से पंजाब के अंदर स्मोकिंग कंपैरेटिवली कम है। अगर आप हरियाणा से बात करो तो हरियाणा के अंदर जो पेशेंट्स आते हैं उस बेल्ट से ज़्यादा स्मोकिंग वाले पेशेंट होते हैं जो कि लंग कैंसर के साथ आते हैं। बट पंजाब के अंदर जो ज़्यादा पेशेंट है वो स्मोकिंग नहीं करता, फिर भी उनको कैंसर हो रहा है। इवन जो फीमेल्स हैं उनको भी लंग कैंसर हो सकता है, ये नहीं है कि नहीं हो सकता। तो ज़्यादा केसेस हेड एंड नेक कैंसर के हैं, ब्रेस्ट कैंसर फीमेल्स के अंदर, मेल्स के अंदर प्रोस्टेट कैंसर, फीमेल्स के अंदर बच्चेदानी का कैंसर, ये ज़्यादा कॉमन कैंसर्स हैं जो हम डे टू डे ज़्यादा अपनी प्रैक्टिस में देखते हैं। ਪ੍ਰੋਸਟੇਟ ਕੈਂਸਰ ਦੀ ਤੁਸੀਂ ਗੱਲ ਕੀਤੀ ਹੈ। ਬਹੁਤ ਸਾਰੇ ਲੋਕ ਜਿਹੜੇ ਨੇ ਉਹ ਇਸ ਕੈਂਸਰ ਨੂੰ ਸ਼ਾਇਦ ਡਾਕਟਰ ਦੇ ਨਾਲ ਸਾਂਝਾ ਕਰਨ 'ਚ ਹੀ ਜਿਹੜਾ ਉਹ ਡਰਦੇ ਨੇ, ਉਹਨਾਂ ਨੂੰ ਇੱਕ ਸੰਗ ਮਾਰ ਜਾਂਦੀ ਹੈ, ਸ਼ਰਮ ਮਾਰ ਜਾਂਦੀ ਹੈ। ਤੁਹਾਨੂੰ ਲੱਗਦਾ ਕਿ ਆਮ ਜਿਹੜੇ ਜਨਜੀਵਨ ਦੇ ਵਿੱਚ ਜਿਹੜੇ ਪੁਰਸ਼ ਨੇ ਉਹਨਾਂ ਨੂੰ ਇਸ ਬਾਬਤ ਜਿਹੜੀ ਗੱਲ ਕਰਨੀ ਚਾਹੀਦੀ ਹੈ? ਜਿੱਥੇ ਇੱਕ ਪਾਸੇ ਬ੍ਰੈਸਟ ਕੈਂਸਰ ਨੂੰ ਲੈ ਕੇ ਅਵੇਅਰਨੈਸ ਲਗਾਤਾਰ ਫੈਲਾਈ ਜਾਂਦੀ ਹੈ, ਉਸੇ ਤਰੀਕੇ ਨਾਲ ਪ੍ਰੋਸਟੇਟ ਕੈਂਸਰ ਨੂੰ ਲੈ ਕੇ ਵੀ ਪੁਰਸ਼ਾਂ ਦੇ ਵਿੱਚ ਵੀ, ਕਿਉਂਕਿ ਬਹੁਤ ਮਹੱਤਵਪੂਰਨ ਚੀਜ਼ ਹੈ, ਜਿਸ ਕਰਕੇ ਇੱਕ ਬਹੁਤ ਮਹੱਤਵਪੂਰਨ ਹਿੱਸਾ ਹੈ ਸਾਡੀ ਜ਼ਿੰਦਗੀ ਦਾ, ਜਿਸ ਦੇ ਉੱਤੇ ਸ਼ਾਇਦ ਇਹ ਅਵੇਅਰਨੈਸ ਜਿਹੜੀ ਹੈ ਜਾਂ ਫਿਰ ਕਹਿ ਲਈਏ ਕਿ ਜਿਹੜੀ ਲੋਕਾਂ ਦਾ ਡਰਾइव ਜ਼रूर चलनी चाहिए। प्रोस्टेट ये एक जैसे उम्र बढ़ती है प्रोस्टेट का साइज़ बढ़ता है। सारे प्रोस्टेट का साइज़ अगर बढ़ रहा है तो सब में कैंसर नहीं होता, बट कुछ पेशेंट्स के अंदर अगर आपको लग रहा है या आप क्लिनिकली अगर आप उसको डिटेक्ट कर पा रहे हो, या फिर कुछ एक ब्लड का टेस्ट होता है जिसे हम PSA बोलते हैं, कुछ एक पैरामीटर्स हैं जिनके थ्रू हम अगर पेशेंट्स को कोई दिक्कत हो रही है पेशाब के अंदर, पेशाब का रुक के आना, लगना कि पेशाब पूरा अभी नहीं ढंग से पूरा प्रॉपर नहीं हुआ है, कोई भी अगर इस तरह की दिक्कत है और तो उसके लिए अपने आप से इलाज नहीं करना चाहिए, तो डॉक्टर को ज़रूर कंसल्ट करना चाहिए। इसके अंदर बैक में पेन हो सकता है, जो कई बार पेशेंट काफ़ी सारे इसमें हमारे पास एडवांस स्टेज में आते हैं, तो वो कई बार फ्रैक्चर के साथ भी आते हैं, या फिर ये बीमारी बोन्स में ज़्यादा फैलती है, तो बोन के अंदर कहीं पे भी पेन हो रहा है, बैक पेन बहुत कॉमन है, उसके साथ आते हैं। तो सबसे पहले तो अगर कोई भी पेशाब के लिए उसके संबंधित कोई भी ऐसा लक्षण है तो तुरंत डॉक्टर को दिखाना है। एज ज़्यादा अगर हम देखें तो 60 साल के ऊपर ज़्यादा कॉमन कैंसर है ये। तो अगर इस 55 और 60 के आसपास की एज के बाद अगर कोई भी ऐसी दिक्कत आ रही है तो ज़रूर डॉक्टर को दिखाना है।
ਅਸੀਂ ਡਾਕਟਰ ਸੰਦੀਪ ਕੁੱਕੜ ਨਾਲ ਇੱਕ ਵਾਰੀ ਫੇਰ ਜਿਹੜਾ ਗੱਲਬਾਤ ਜ਼ਰੂਰ ਕਰਾਂਗੇ। ਡਾਕਟਰ ਸਾਹਿਬ, ਸਭ ਤੋਂ ਵੱਡਾ ਹੁਣ ਸਵਾਲ ਇੱਥੇ ਆਉਂਦਾ, ਜਿੱਦਾਂ ਮੈਡਮ ਨੇ ਬ੍ਰੈਸਟ ਕੈਂਸਰ ਲਈ ਦੱਸਿਆ, ਉਹਨਾਂ ਨੇ ਪ੍ਰੋਸਟੇਟ ਕੈਂਸਰ ਤੇ ਹੋਰ ਜਿਹੜੇ ਕੈਂਸਰਸ ਲਈ ਦੱਸਿਆ। ਬ੍ਰੈਸਟ ਕੈਂਸਰ ਨੂੰ ਲੈ ਕੇ ਮੈਡਮ ਕਹਿ ਰਹੇ ਨੇ ਕਿ ਸੁਹਾਨਾ ਹਸਪੀਟਲ ਜਿਹੜਾ ਹੈ ਖਾਸ ਕਰ ਡਰਾਈਵ ਚਲਾਉਂਦਾ ਹੈ। ਉਹ ਕਿਸ ਤਰੀਕੇ ਦੀ ਡਰਾਈਵਸ ਨੇ ਤੇ ਕਿਸ ਤਰੀਕੇ ਦੇ ਨਾਲ ਜਿਹੜਾ ਹੈ ਜਿਹੜੇ ਲੋਕਾਂ ਤੱਕ ਅਪਰੋਚ ਉਸਦੀ ਕੀਤੀ ਜਾਂਦੀ ਹੈ, ਕਿੰਨੀਆਂ ਡਰਾਈਵਸ ਹਾਲ ਤੱਕ ਹੋ ਚੁੱਕੀਆਂ? ਸੋ ਜਿੱਥੇ ਤੱਕ ਕੈਂਸਰ ਸਕਰੀਨਿੰਗ ਦੀ ਗੱਲ ਹੈ ਜਾਂ ਅਵੇਅਰਨੈਸ ਫੈਲਾਉਣ ਦੀ ਗੱਲ ਹੈ, ਆਈ ਥਿੰਕ ਸਿੰਸ ਲਾਸਟ 1 ਈਅਰ, ਪਿਛਲੇ 1 ਸਾਲ ਤੋਂ ਅਸੀਂ ਕੰਟੀਨਿਊਸਲੀ ਸੁਹਾਨਾ ਮੈਮੋਵੈਨ ਸਕਰੀਨਿੰਗ ਪ੍ਰੋਗਰਾਮ ਚਲਾ ਰਹੇ ਹਾਂ, ਜਿਹਦੇ ਵਿੱਚ ਹਰ ਮਹੀਨੇ ਅਸੀਂ ਘੱਟ ਤੋਂ ਘੱਟ 6 ਤੋਂ 7 ਕੈਂਪ ਲਗਾਉਂਦੇ ਹਾਂ ਡਿਫਰੈਂਟ ਵਿਲੇजेस ਵਿੱਚ, ਅਲੱਗ-ਅਲੱਗ ਗਾਵਾਂ 'ਚ ਜਾ ਕੇ, ਡਿਫਰੈਂਟ ਸੁਸਾਇਟੀਜ਼ 'ਚ ਜਾ ਕੇ, ਜਿੱਥੇ ਕਿ ਅਸੀਂ ਮੈਮੋਗ੍ਰਾਫੀ ਦੇ ਇੱਕ ਬੱਸ ਦੇ ਅੰਦਰ ਮੈਮੋਗ੍ਰਾਫੀ ਮਸ਼ੀਨ ਇੰਸਟਾਲਡ ਹੈ, ਉਹਦੇ ਅੰਦਰ ਹਰ ਫੀਮੇਲ ਦਾ ਮੈਮੋਗ੍ਰਾਫੀ ਅਸੀਂ ਫ੍ਰੀ ਆਫ ਕਾਸਟ ਕਰਦੇ ਹਾਂ। ਸੈਕੰਡਲੀ, ਲਾਸਟ 1 ਈਅਰ ਦੇ ਅੰਦਰ ਅਸੀਂ 100 ਤੋਂ ਉੱਪਰ ਕੈਂਪ ਲਗਾ ਚੁੱਕੇ ਹਾਂ, ਔਰ ਸੁਹਾਨਾ ਹਸਪੀਟਲ ਕੋਈ ਵੀ ਮੈਮੋਗ੍ਰਾਫੀ ਵਾਸਤੇ ਜੋ ਸਕਰੀਨਿੰਗ ਮੈਮੋਗ੍ਰਾਫੀ ਕੀਤੀ ਜਾਂਦੀ ਹੈ ਉਹਦੇ ਵਾਸਤੇ ਕੋਈ ਚਾਰਜ ਨਹੀਂ ਲੈਂਦਾ। ਸਭ ਤੋਂ ਵੱਡੀ ਗੱਲ ਇਹ ਹੁੰਦੀ ਹੈ ਕਿ ਮੋਸਟਲੀ ਦੇਖਿਆ ਜਾਂਦਾ ਕਿ ਜਿਹੜਾ ਹਸਪਤਾਲ ਕਿਸੇ ਮਰੀਜ਼ ਦੇ ਬਿਲਕੁਲ ਨਜ਼ਦੀਕ ਪੈਂਦਾ ਉਹ ਉਸ ਹਸਪਤਾਲ 'ਚ ਜਾ ਕੇ ਜਿਹੜਾ ਹੈ ਉਹ ਆਪਣਾ ਇਲਾਜ ਕਰਾਉਣ ਦੀ ਕੋਸ਼ਿਸ਼ ਕਰਦਾ, ਜੇਕਰ ਕਿਸੇ ਨੂੰ ਕੋਈ ਕੈਂਸਰ ਦਾ ਸ਼ੱਕ ਵੀ ਲੱਗਦਾ ਹੈ। ਪਰ ਕਿਸ ਤਰੀਕੇ ਨਾਲ ਦੇਖਿਆ ਜਾਵੇ, ਕਿਉਂਕਿ ਅਕਸਰ ਲੋਕ ਪਹਿਲੀ ਓਪੀਨੀਅਨ ਦੇ ਵਿੱਚ ਹੀ ਜਿਹੜਾ ਹੈ ਉਹ ਆਪਣਾ ਇਲਾਜ ਕਰਾਉਣ ਨੂੰ ਤੁਰ ਪੈਂਦੇ ਨੇ, ਸੈਕਿੰਡ ਓਪੀਨੀਅਨ ਦਾ ਕਿਸ ਤਰੀਕੇ ਦੇਖਿਆ ਜਾਵੇ? ਸੋ ਜਿੱਥੇ ਤੱਕ ਤੁਸੀਂ ਇਹ ਗੱਲ ਕੀਤੀ ਹੈ ਕਿ ਨਜ਼ਦੀਕ ਮਰੀਜ਼ ਜਾਂਦਾ ਹੈ, ਬਿਲਕੁਲ ਠੀਕ ਹੈ। ਸਭ ਤੋਂ ਪਹਿਲਾਂ ਪ੍ਰਾਇਮਰੀ ਜੋ ਕੰਟੈਕਟ ਹੁੰਦਾ ਉਹ ਨੀਅਰ ਬਾਈ ਫਿਜ਼ੀਸ਼ੀਅਨ ਕੋਲ ਹੀ ਜਾਂਦਾ ਪੇਸ਼ੈਂਟ। ਬਟ ਅਗਰ ਤੁਸੀਂ ਕੈਂਸਰ ਟ੍ਰੀਟਮੈਂਟ ਦੇ ਬਾਰੇ ਗੱਲ ਕਰੋਗੇ ਤਾਂ ਅਪਰੋਚ ਇਜ਼ ਸਲਾਈਟਲੀ ਡਿਫਰੈਂਟ। ਜਦੋਂ ਵੈਸਟਰਨਾਈਜ਼ ਕੰਟਰੀਜ਼ ਆਪਾਂ ਗੱਲ ਕਰਦੇ ਹਾਂ ਕਿ ਮਲਟੀ ਡਿਸਿਪਲਿਨਰੀ ਟਿਊਮਰ ਬੋਰਡ ਜਾਂ ਮਲਟੀ ਡਿਸਿਪਲਿਨਰੀ ਫਾਰਮ ਆਫ ਟ੍ਰੀਟਮੈਂਟ ਹੋਣਾ ਚਾਹੀਦਾ ਹੈ, ਇਹਦਾ ਮਤਲਬ ਇਹ ਹੈ ਕਿ ਇੱਕ ਸ਼ੈੱਡ ਦੇ ਅੰਦਰ, ਇੱਕ ਰੂਫ ਦੇ ਅੰਦਰ ਮਰੀਜ਼ ਨੂੰ ਸਾਰਾ ਟ੍ਰੀਟਮੈਂਟ ਦਿੱਤਾ ਜਾਏ, ਬਿਕਾਜ਼ ਇਹ ਇੱਕ ਡਾਕਟਰ ਦਾ ਕੰਮ ਨਹੀਂ ਹੈ। ਇਹਦੇ ਅੰਦਰ ਬਹੁਤ ਸਾਰੇ ਡਾਕਟਰਸ ਦੀ ਟੀਮ ਇਨਵੋਲਡ ਹੈ, ਜਿੱਦਾਂ ਕਿ ਮੈਡੀਕਲ ਔਨਕੋਲੋਜੀ ਦੀ ਗੱਲ ਕੀਤੀ, ਸਰਜੀਕਲ ਔਨਕੋਲੋਜੀ ਇੱਕ ਐਸਪੈਕਟ ਹੈ, ਰੇਡੀਏਸ਼ਨ ਔਨਕੋਲੋਜੀ ਇੱਕ ਐਸਪੈਕਟ ਹੈ, ਪੈਥੋਲੋਜੀ ਇੱਕ ਐਸਪੈਕਟ ਹੈ, ਇੰਟਰਵੈਂਸ਼ਨਲ ਰੇਡੀਓਲੋਜੀ ਇੱਕ ਐਸਪੈਕਟ ਹੈ, ਨਿਊਕਲੀਅਰ ਮੈਡੀਸਿਨ ਇੱਕ ਐਸਪੈਕਟ ਹੈ। ਸੋ ਦੇਰ ਆਰ ਡਿਫਰੈਂਟ ਫੀਲਡਸ, ਅਲੱਗ-ਅਲੱਗ ਵਿਭਾਗਾਂ ਦੇ ਡਾਕਟਰ ਬੈਠ ਕੇ ਇੱਕ ਕੇਸ ਡਿਸਕਸ ਕਰਦੇ ਨੇ, ਉਹਦੇ ਬਾਰੇ ਆਪਣਾ ਜੱਜਮੈਂਟ ਦਿੰਦੇ ਨੇ ਕਿ ਬਿਕੋਜ਼ ਸਾਰੇ ਕੇਸਿਸ ਇੱਕੋ ਵਾਂਗ ਨਹੀਂ ਹੁੰਦੇ, ਕਿ ਬਹੁਤ ਸਾਰੇ ਕੇਸਿਸ 'ਚ ਇਹ ਵੀ ਡਿਸੀਜਨ ਇੰਪੋਰਟੈਂਟ ਹੋ ਜਾਂਦਾ ਹੈ ਕਿ ਪਹਿਲੇ ਮਰੀਜ਼ ਨੂੰ ਸਰਜਰੀ ਕੀਤੀ ਜਾਏ, ਪਹਿਲੇ ਮਰੀਜ਼ ਨੂੰ ਕੀਮੋਥੈਰੇਪੀ ਦਿੱਤੀ ਜਾਏ, ਜਾਂ ਕਿਸ ਐਕਸਟੈਂਟ ਤੱਕ, ਕਿਸ ਅਗਰੈਸਿਵਨੈਸ ਨਾਲ ਟ੍ਰੀਟਮੈਂਟ ਕਰਨ ਦੀ ਜ਼ਰੂਰਤ ਹੈ, ਟ੍ਰੀਟਮੈਂਟ ਘੱਟ ਦੇਣਾ ਚਾਹੀਦਾ ਕਿ ਜ਼ਿਆਦਾ ਦੇਣਾ ਚਾਹੀਦਾ ਹੈ। ਆਈ ਥਿੰਕ ਇਹ ਇੱਕ ਬੋਰਡ ਬੈਠਦਾ ਜੋ ਡਿਸਾਈਡ ਕਰਦਾ ਅਲਟੀਮੇਟਲੀ ਕਿ ਮਰੀਜ਼ ਦਾ ਟ੍ਰੀਟਮੈਂਟ ਕਿਸ ਤਰੀਕੇ ਨਾਲ ਆਪਾਂ ਨੂੰ ਕਰਨਾ ਚਾਹੀਦਾ ਹੈ, ਕਿੰਨੀ ਅਗਰੈਸਿਵਨੈਸ ਨਾਲ ਕਰਨਾ ਚਾਹੀਦਾ, ਸੋ ਦੈਟ ਕਿ ਮਰੀਜ਼ ਦਾ ਆਪਟੀਮਲ ਰਿਜ਼ਲਟ ਆਏ, ਕਿ ਉਹਦਾ ਕੈਂਸਰ ਠੀਕ ਹੋ ਜਾਏ। ਉਹ ਬੋਰਡ ਕਿਹੜਾ ਹੈ ਸਰ, ਜਿਸ ਬੋਰਡ ਦਾ ਤੁਸੀਂ ਜ਼ਿਕਰ ਕਰ ਰਹੇ ਹੋ? ਸੋ ਅਸੀਂ ਉਹ ਟਿਊਮਰ ਬੋਰਡ ਦੀ ਗੱਲ ਕਰ ਰਹੇ ਹਾਂ ਕਿ ਟਿਊਮਰ ਬੋਰਡ ਦੇ ਅੰਦਰ ਡਿਫਰੈਂਟ ਪੈਨਲ ਆਫ ਐਕਸਪਰਟਸ ਇੱਕ ਪਰਟੀਕੂਲਰ ਦਿਨ ਤੇ ਬੈਠ ਕੇ ਕੇਸ ਡਿਸਕਸ ਕਰਦੇ, ਹਰ ਕੇਸ ਨੂੰ ਡਿਸਕਸ ਕਰਿਆ ਜਾਂਦਾ ਹੈ ਤੇ ਇੱਕ ਓਪੀਨੀਅਨ ਦਿੱਤਾ ਜਾਂਦਾ ਹੈ ਕਿ ਇਸ ਮਰੀਜ਼ ਵਾਸਤੇ ਇਹ ਟ੍ਰੀਟਮੈਂਟ ਉਚਿਤ ਹੋਣਾ ਚਾਹੀਦਾ ਹੈ ਤੇ ਇਹਦੇ ਨਾਲ ਇਹਦਾ ਬੈਸਟ ਆਊਟਕਮ ਆਏਗਾ। ਸੋ ਸੁਹਾਨਾ ਕੈਂਸਰ ਰਿਸਰਚ ਇੰਸਟੀਚਿਊਟ ਦੀ ਜਦੋਂ ਸ਼ੁਰੂਆਤ ਹੋਈ ਹੈ, ਆਈ ਥਿੰਕ ਲਾਸਟ 1.5 ਸਾਲ 2 ਸਾਲ ਪਹਿਲੇ ਜਦੋਂ ਬਿਲਡਿੰਗ ਦਾ ਇਨੋਗ੍ਰੇਸ਼ਨ ਹੋਇਆ, ਉਹਦੇ ਬਾਅਦ ਇਹ ਕਨਸੈਪਟ ਅਸੀਂ ਧਾਰ ਲਿਆ ਕਿ ਅਸੀਂ ਹਰ ਕੇਸ ਨੂੰ ਟਿਊਮਰ ਬੋਰਡ ਦੇ ਅੰਦਰ ਡਿਸਕਸ ਕਰਕੇ ਵੀ ਵਿਲ ਟੇਕ ਇਟ ਫਾਰਵਰਡ, ਤਾਂ ਕਿ ਹਰ ਮਰੀਜ਼ ਦਾ ਇੱਕ ਅੱਛਾ ਆਊਟਕਮ ਆਏ, ਹਰ ਮਰੀਜ਼ ਨੂੰ ਇਹ ਰਿਪੋਰਟ ਬਤਾਈ ਜਾਏ ਕਿ ਯਾਰ ਤੁਹਾਡਾ ਪਹਿਲੇ ਟ੍ਰੀਟਮੈਂਟ ਕੀ ਹੋਣਾ ਚਾਹੀਦਾ ਤੇ ਤੁਹਾਡਾ ਇਹਦੇ ਨਾਲ ਆਊਟਕਮ ਬਹੁਤ ਅੱਛਾ ਆਏਗਾ। ਡਾਕਟਰ ਸਾਹਿਬ, ਇੱਥੇ ਇੱਕ ਵੱਡਾ ਸਵਾਲ ਇਹ ਵੀ ਆ ਜਾਂਦਾ, ਤੁਸੀਂ ਕਹਿ ਰਹੇ ਹੋ ਕਿ ਇੱਕ ਬੋਰਡ ਪੂਰਾ ਬੈਠਦਾ ਜੋ ਕਿ ਇਲਾਜ ਦੇ ਉੱਤੇ ਡਿਸਕਸ਼ਨ ਕਰਦਾ, ਕੇਸ ਨੂੰ ਜਿਹੜਾ ਹੈ ਡਿਸਕਸ਼ਨ ਕਰਦਾ। ਸਭ ਤੋਂ ਵੱਡੀ ਗੱਲ ਹੁਣ ਇੱਥੇ ਇਹ ਆ ਜਾਂਦੀ ਹੈ ਕਿ ਫਿਊਚਰ ਦੇ ਵਿੱਚ ਸੁਹਾਨਾ ਹਸਪੀਟਲ ਜਿਹੜਾ ਸੁਹਾਨਾ ਦਾ ਜਿਹੜਾ ਕੈਂਸਰ ਰਿਸਰਚ ਸੈਂਟਰ ਹੈ, ਕੀ ਕੁਝ ਅਜਿਹੀ ਵੀ ਪਲੈਨਿੰਗ ਕਰ ਰਿਹਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਚੀਜ਼ ਦੇ ਉੱਤੇ ਵੀ ਰਿਸਰਚ ਕੀਤੀ ਜਾਵੇ ਕਿ ਕੈਂਸਰ ਪਨਪਦਾ ਕਿਉਂ ਹੈ, ਜਾਂ ਫਿਰ ਜੋ ਕੈਂਸਰ ਜਿਸ ਕੈਂਸਰ ਦੇ ਉੱਤੇ ਤੁਸੀਂ ਕਹਿ ਰਹੇ ਹੋ ਕਿ ਡਿਸੀਜਨ ਲਿੱਤਾ ਜਾਂਦਾ, ਕਈ ਵਾਰੀ ਕੁਝ ਕੈਂਸਰਸ ਦੇ ਵਿੱਚ ਸਰਜਰੀ ਵੀ ਕਰਨੀ ਪੈਂਦੀ, ਉਸ ਦੀ ਬਾਇਓਪਸੀ ਨੂੰ ਲੈ ਕੇ ਵੀ ਕੁਝ ਰਿਸਰਚ ਜਿਹੜੀਆਂ ਹੁੰਦੀਆਂ ਹੋਈਆਂ ਸੁਹਾਨਾ ਹਸਪੀਟਲ 'ਚ ਨਜ਼ਰ ਆਉਣਗੀਆਂ। ਸੋ ਆਉਣ ਵਾਲੇ ਟਾਈਮ ਦੇ ਅੰਦਰ ਮੈਨੇਜਮੈਂਟ ਦਾ ਬੜਾ ਹੀ ਕਲੀਅਰ ਫੋਕਸ ਹੈ ਕਿ ਅਸੀਂ ਜੋ ਨਾਮ ਇਸ ਇੰਸਟੀਚਿਊਟ ਨੂੰ ਦਿੱਤਾ ਹੈ, ਸੁਹਾਨਾ ਕੈਂਸਰ ਰਿਸਰਚ ਇੰਸਟੀਚਿਊਟ, ਉਹਨੂੰ ਅਸੀਂ ਬਕਾਇਦਾ ਸਾਬਿਤ ਕਰਾਂਗੇ। ਇਹਦੇ ਵਾਸਤੇ ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਹਾਂ ਕਿ ਆਉਣ ਵਾਲੇ ਸਮਾਂ ਦੇ ਅੰਦਰ, ਮੇਬੀ ਆਉਣ ਵਾਲੇ 1 ਸਾਲ ਦੇ ਅੰਦਰ ਅੰਦਰ ਹੀ ਤੁਹਾਨੂੰ ਚੇਂਜ ਨਜ਼ਰ ਆਏਗਾ, ਜਿੱਥੇ ਕਿ ਅਸੀਂ ਆਪਣੇ ਹਸਪੀਟਲਸ, ਬੇਸਿਕਲੀ ਕੀ ਹੁੰਦਾ ਹੈ ਕਿ ਬਾਹਰ ਦੇ ਮੁਲਕਾਂ 'ਚ ਇੱਕ ਕਲੀਨਿਕਲ ਟਰਾਇਲ ਕੀਤਾ ਜਾਂਦਾ, ਕੋਈ ਵੀ ਦਵਾਈ ਆਉਂਦੀ ਹੈ ਉਹਦੇ ਪਿੱਛੇ ਇੱਕ ਪਕਸ਼ ਤੇ ਵਿਪਕਸ਼ ਅਲੱਗ-ਅਲੱਗ ਪੇਸ਼ੈਂਟਸ ਲਿੱਤੇ ਜਾਂਦੇ ਨੇ ਤੇ ਉਹਦੇ ਹਿਸਾਬ ਨਾਲ ਲਿਆਂਦਾ ਹੈ ਕਿ ਇਹ ਪਰਟੀਕੂਲਰ ਦਵਾਈ ਮਰੀਜ਼ ਵਾਸਤੇ ਕਾਰਗਰ ਸਾਬਿਤ ਹੋਏਗੀ। ਆਉਣ ਵਾਲੇ ਟਾਈਮ ਦੇ ਅੰਦਰ ਅਸੀਂ ਸਾਡੇ ਕੋਲ ਇੱਥੇ ਐਥੀਕਲ ਕਮੇਟੀ ਦੀ ਐਸਟੈਬਲਿਸ਼ਮੈਂਟ, ਫਿਊਚਰਸ ਕਲੀਨਿਕਲ ਟਰਾਇਲਸ ਦਾ ਕੰਡਕਸ਼ਨ,
ਇਹ ਸਭ ਇਨ ਪਾਈਪਲਾਈਨ ਹੈ। ਆਉਣ ਵਾਲੇ 6 ਤੋਂ 8 ਮਹੀਨੇ ਸਾਲ ਦੇ ਅੰਦਰ ਯੂ ਵਿਲ ਸੀ ਦਾ ਚੇਂਜ ਕਿ ਸੋਹਾਣਾ ਹਸਪੀਟਲ ਜਾਂ ਸੋਹਾਣਾ ਕੈਂਸਰ ਰਿਸਰਚ ਇੰਸਟੀਚਿਊਟ ਦੀ ਜੋ ਆਪਾਂ ਗੱਲ ਕਰ ਰਹੇ ਹਾਂ, ਇੱਥੇ ਰਿਸਰਚ ਤੇ ਵੀ ਪੂਰਾ ਫੋਕਸ ਕੀਤਾ ਜਾਏਗਾ ਤਾਂ ਕਿ ਮਰੀਜ਼ਾਂ ਨੂੰ ਉਹ ਆਪਟੀਮਲ ਟ੍ਰੀਟਮੈਂਟ ਦਿੱਤਾ ਜਾ ਸਕੇ, ਜਿਹਦੇ ਨਾਲ ਕਿ ਆਪਾਂ ਆਖਿਰਕਾਰ ਪੇਸ਼ੈਂਟਸ ਨੂੰ ਟ੍ਰੀਟਮੈਂਟ ਦੇਣ ਵਾਸਤੇ ਇੱਥੇ ਹੈ ਤੇ ਆਪਾਂ ਚਾਹੁੰਦੇ ਹਾਂ ਕਿ ਹਰ ਮਰੀਜ਼ ਦਾ ਆਊਟਕਮ ਬਹੁਤ ਅੱਛਾ ਆਏ। ਸੋ ਅਲਟੀਮੇਟਲੀ ਰਿਸਰਚ ਕਰਕੇ ਹੀ ਉਹ ਆਊਟਕਮ ਅੱਛਾ ਆਪਾਂ ਕਹਿ ਸਕਦੇ ਹਾਂ ਵੀ ਆਉਣ ਵਾਲਾ ਟਾਈਮ ਰਿਸਰਚ ਦਾ ਹੀ ਹੈ। ਸੋ ਕੋਸ਼ਿਸ਼ ਕਰਾਂਗੇ ਕਿ ਜੀ ਪਬਲਿਕ ਨੂੰ ਜੋ ਸਰਵਿਸਿਜ਼ ਦੇ ਸਕਦੇ ਹਾਂ, ਚਾਹੇ ਉਹ ਕੈਂਸਰ ਦੇ ਬਾਬਤ ਹੋਏ, ਚਾਹੇ ਉਹ ਰਿਸਰਚ ਦੇ ਮਾਧਿਅਮ ਨਾਲ ਹੋਏ, ਵੀ ਵਿਲ ਟਰਾਈ ਇਟ ਫਾਰਵਰਡ। ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ। ਸਾਡੇ ਤਿੰਨੋਂ ਜਿਹੜੇ ਡਾਕਟਰਸ ਦੇ ਪੈਨਲ ਜਿਹੜੇ ਸਾਡੇ ਨਾਲ ਜੁੜੇ ਅੱਜ, ਡਾਕਟਰ ਪਿਊਸ਼ ਮਹਿਤਾ, ਡਾਕਟਰ ਸੋਨੀਆ ਧਾਕਾ ਤੇ ਡਾਕਟਰ ਸੰਦੀਪ ਕੁੱਕਰ, ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਇੰਨੀ ਮਹੱਤਵਪੂਰਨ ਜਾਣਕਾਰੀ ਜਿਹੜੀ ਹੈ ਸਾਡੇ ਦਰਸ਼ਕਾਂ ਨਾਲ ਸਾਂਝੀ ਕੀਤੀ ਹੈ। ਉਮੀਦ ਹੈ ਕਿ ਜਿਹੜੀ ਜਾਣਕਾਰੀ ਅਸੀਂ ਡਾਕਟਰਸ ਦੇ ਪੈਨਲਿਸਟ ਦੇ ਨਾਲ, ਜਿਹੜਾ ਔਨਕੋਲੋਜਿਸਟ, ਮੈਡੀਕਲ ਔਨਕੋਲੋਜਿਸਟ ਤੇ ਜਿਹੜਾ ਪੈਨਲ ਨਾਲ ਸਾਡਾ ਮੌਜੂਦ ਸੀਗਾ, ਇਹਨਾਂ ਨੇ ਤੁਹਾਨੂੰ ਉਹ ਜ਼ਰੂਰ ਜਾਣਕਾਰੀ ਜਿਹੜੀ ਦਿੱਤੀ ਹੈ ਜੋ ਕਿ ਅਜੋਕੇ ਸਮੇਂ ਦੇ ਵਿੱਚ ਜਿਹੜੀ ਕਹਿ ਲਈ ਕਿ ਬਹੁਤ ਮਹੱਤਵਪੂਰਨ ਹੈ। ਕਾਰਨ ਕੀ ਨੇ ਕੈਂਸਰ ਦੇ, ਕਿਉਂ ਕਾਰਨ ਪਨਪਦਾ? ਸਭ ਤੋਂ ਵੱਡਾ ਕਾਰਨ ਤੁਹਾਡਾ ਆਪਣਾ ਲਾਈਫ ਸਟਾਈਲ ਹੈ। ਉਸ ਤੋਂ ਬਾਅਦ ਜੇਕਰ ਗੱਲ ਕਰੀਏ ਤਾਂ ਬਹੁਤ ਸਾਰੇ ਕਾਰਨ ਅਜਿਹੇ ਨੇ ਜੋ ਕਿ ਤੁਹਾਡੇ ਹੱਥ ਵਿੱਚ ਵੀ ਨਹੀਂ ਹੁੰਦੇ, ਪਰ ਉਸ ਦੇ ਉੱਤੇ ਜਿਹੜਾ ਇਲਾਜ ਕਿਸ ਤਰੀਕੇ ਕਰਵਾਉਣਾ ਹੈ, ਕਿਸ ਤਰੀਕੇ ਉਸ ਦੇ ਨਾਲ ਜਿਹੜਾ ਜੇ ਤੁਹਾਨੂੰ ਕੁਝ ਲੱਗ ਰਿਹਾ ਤੇ ਤੁਸੀਂ ਡਾਕਟਰ ਤੋਂ ਕਿਸ ਤਰੀਕੇ ਅਪਰੋਚ ਕਰਨਾ, ਉਹਨਾਂ ਸਾਰੀਆਂ ਚੀਜ਼ਾਂ ਬਾਰੇ ਅਸੀਂ ਡਿਸਕਸ਼ਨ ਕੀਤੀ ਹੈ। ਤੇ ਨਾਲ ਜਿਸ ਤਰੀਕੇ ਨਾਲ ਤੁਹਾਨੂੰ ਦੱਸਿਆ ਹੈ ਕਿ ਲਗਾਤਾਰ ਜਿਹੜਾ ਸੋਹਾਣਾ ਹਸਪੀਟਲ ਜਿਹੜਾ ਹੈ ਵੱਖ-ਵੱਖ ਪਿੰਡਾਂ ਦੇ ਵਿੱਚ ਜਾ ਕੇ ਜਿਹੜਾ ਹੈ ਬ੍ਰੈਸਟ ਕੈਂਸਰ ਦੇ ਅਵੇਅਰਨੈਸ ਕੈਂਪ ਚਲਾ ਰਿਹਾ ਹੈ। ਮੈਮੋਗ੍ਰਾਫੀ ਜਿਹੜੀ ਹੈ ਉਹ ਪ੍ਰੋਪਰ ਜਿਹੜੀ ਹੈ ਉਸਦੇ ਟੈਸਟ ਜਿਹੜੇ ਨੇ ਮਹਿਲਾਵਾਂ ਦੇ ਫ੍ਰੀ ਦੇ ਵਿੱਚ ਕੀਤੇ ਜਾਂਦੇ ਨੇ, ਤੇ ਜੇਕਰ ਉੱਥੇ ਕੁਝ ਦਿੱਕਤ ਲੱਗਦੀ ਵੀ ਹੈ ਤੇ ਸੋਹਾਣਾ ਹਸਪੀਟਲ ਸੈਕਟਰ 77 ਦੇ ਵਿੱਚ ਆ ਕੇ ਮਹਿਲਾਵਾਂ ਜਿਹੜੀਆਂ ਨੇ ਉਹ ਅੱਗੇ ਡਿਟੇਲਡ ਜਿਹੜਾ ਚੈੱਕਅਪ ਉਹਨਾਂ ਦਾ ਇੱਥੇ ਹੋ ਸਕਦਾ। ਤੇ ਸਭ ਤੋਂ ਵੱਡੀ ਗੱਲ, ਜਿੱਥੇ ਇੱਕ ਪਾਸੇ ਕੈਂਸਰ ਨੂੰ ਕਦੀ ਲਾ ਇਲਾਜ ਕਿਹਾ ਜਾਂਦਾ ਸੀਗਾ, ਹੁਣ ਉਸ ਦਾ ਕਿਤੇ ਨਾ ਕਿਤੇ ਇਲਾਜ ਜਿਹੜਾ ਹੈ ਉਹ ਜ਼ਰੂਰ ਸੰਭਵ ਹੈ। ਤੇ ਕਿਸ ਤਰੀਕੇ ਨਾਲ ਉਸ ਕੈਂਸਰ ਨੂੰ ਲੈ ਕੇ ਰਿਸਰਚ ਕੀਤੀ ਜਾਣੀ ਹੈ, ਉਸ ਦੇ ਉੱਤੇ ਵੀ ਜਿਹੜਾ ਸੋਹਾਣਾ ਹਸਪੀਟਲ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਕੰਮ ਕਰਦਾ ਹੋਇਆ ਨਜ਼ਰ ਆਏਗਾ। ਸੋ ਜੇਕਰ ਤੁਸੀਂ ਲੱਗਦਾ ਤੁਹਾਨੂੰ ਕੁਝ ਕਿ ਅਜਿਹੀ ਕੋਈ ਤੁਹਾਨੂੰ ਦਿੱਕਤ ਆ ਰਹੀ ਹੈ ਤੇ ਤੁਸੀਂ ਮੋਹਾਲੀ ਦੇ ਸੈਕਟਰ 77 ਦੇ ਵਿੱਚ ਸਥਿਤ ਸੋਹਾਣਾ ਮਲਟੀ ਸਪੈਸ਼ਲਿਟੀ ਹਸਪੀਟਲ ਦੇ ਵਿੱਚ ਆ ਸਕਦੇ ਹੋ। ਜਿਹੜਾ ਕੈਂਸਰ ਰਿਸਰਚ ਸੈਂਟਰ ਹੈ ਸੋਹਾਣਾ ਹਸਪੀਟਲ ਦਾ, ਉੱਥੇ ਆ ਕੇ ਆਪ ਦਾ ਚੈੱਕਅਪ ਕਰਵਾ ਸਕਦੇ ਹੋ। ਵੱਡੀ ਗੱਲ ਇਸ ਦੇ ਵਿੱਚ ਇਹ ਹੈ ਕਿ ਤੁਹਾਨੂੰ ਹਰ ਇੱਕ ਡਿਪਾਰਟਮੈਂਟ ਇੱਕੋ ਛੱਤ ਦੇ ਥੱਲੇ ਮਿਲੇਗਾ। ਹਰ ਇੱਕ ਡਿਪਾਰਟਮੈਂਟ ਜਿੱਥੇ ਤੁਹਾਨੂੰ ਕਿਸੇ ਬਾਹਰਲੇ ਪਾਸੇ ਜਾਣ ਦੀ ਜ਼ਰੂਰਤ ਨਹੀਂ ਪਏਗੀ। ਕੋਈ ਵੀ ਸਕੈਨਿੰਗ ਜਿਹੜੀ ਹੈ, ਫਿਰ ਭਾਵੇਂ ਉਹ ਪੈਟ ਸਕੈਨ ਹੋਵੇ ਜਾਂ ਫਿਰ ਹੋਰ ਕੋਈ ਸਕੈਨ ਹੋਵੇ, ਉਹ ਸਾਰੀਆਂ ਸਕੈਨਸ ਜਿਹੜੀਆਂ ਨੇ ਉਹ ਤੁਹਾਨੂੰ ਇੱਕੋ ਛੱਤ ਦੇ ਥੱਲੇ ਮਿਲ ਜਾਣਗੀਆਂ ਤਾਂ ਜੋ ਮਰੀਜ਼ ਨੂੰ ਕਿਤੇ ਵੀ ਜਿਹੜੀ ਹੈ ਦਿੱਕਤ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਜਿੱਥੇ ਨਾ ਕੈਂਸਰ ਦਾ ਆ ਜਾਂਦਾ ਉੱਥੇ ਦੂਜੇ ਪਾਸੇ ਜੇਕਰ ਗੱਲ ਕੀਤੀ ਜਾਵੇ ਤਾਂ ਲੋਕਾਂ ਦੇ ਮਨਾਂ ਦੇ ਵਿੱਚ ਵਹਿਮ ਤੇ ਭਰਮ ਵੀ ਉਨਾ ਹੀ ਜ਼ਿਆਦਾ ਭਰ ਜਾਂਦਾ। ਗੱਲ ਕਰੀਏ ਕੈਂਸਰ ਦੀ ਤਾਂ ਲੋਕ ਇਸ ਨੂੰ ਲਾ ਇਲਾਜ ਬਿਮਾਰੀ ਵੀ ਕਹਿੰਦੇ ਨੇ, ਤੇ ਕਿਤੇ ਨਾ ਕਿਤੇ ਕੈਂਸਰ ਨੂੰ ਲੈ ਕੇ ਜਦ ਕਿਸੇ ਦੇ ਡਾਇਗਨੋਸ ਦੇ ਵਿੱਚ ਕੈਂਸਰ ਆ ਜਾਂਦਾ ਤਾਂ ਲੋਕ ਜਿਹੜੇ ਨੇ ਉਹ ਘਬਰਾ ਵੀ ਜਾਂਦੇ ਨੇ। ਹਾਲਾਂਕਿ ਬਿਮਾਰੀ ਤਾਂ ਵੱਡੀ ਹੈ, ਪਰ ਹੁਣ ਇਸ ਦਾ ਕਿਤੇ ਨਾ ਕਿਤੇ ਇਲਾਜ ਜਿਹੜਾ ਹੈ ਉਹ ਹੁਣ ਸੰਭਵ ਹੋਣਾ ਸ਼ੁਰੂ ਹੋ ਚੁੱਕਿਆ ਹੋਇਆ। ਵੱਡੀ ਗੱਲ ਇਸ ਦੇ ਵਿੱਚ ਇਹ ਹੈ ਕਿ ਇਲਾਜ ਹੁਣ ਸਾਡੇ ਪੰਜਾਬ ਦੇ ਵਿੱਚ ਹੀ ਸੰਭਵ ਹੋ ਚੁੱਕਿਆ ਹੋਇਆ। ਪੰਜਾਬ ਦੇ ਸ਼ਹਿਰ ਮੋਹਾਲੀ ਦੇ ਵਿੱਚ ਸੰਭਵ ਹੋ ਚੁੱਕਿਆ ਹੋਇਆ। ਮੋਹਾਲੀ ਦੇ ਸੋਹਾਣਾ ਮਲਟੀ ਸਪੈਸ਼ਲਿਟੀ ਹਸਪੀਟਲ ਦੇ ਵਿੱਚ ਅੱਜ ਅਸੀਂ ਪਹੁੰਚੇ ਹਾਂ ਤੇ ਉਸੇ ਹਸਪਤਾਲ ਦੇ ਕੈਂਸਰ ਰਿਸਰਚ ਸੈਂਟਰ ਦੇ ਵਿੱਚ ਅੱਜ ਅਸੀਂ ਆਏ ਹਾਂ, ਜਿੱਥੇ ਅੱਜ ਤੁਹਾਨੂੰ ਅਸੀਂ ਜਾਣੂ ਕਰਾਵਾਂਗੇ ਕੈਂਸਰ ਕਿਸ ਤਰੀਕੇ ਨਾਲ ਪਨਪਦਾ ਹੈ, ਕੈਂਸਰ ਨੂੰ ਕਿਸ ਤਰੀਕੇ ਰੋਕਿਆ ਜਾ ਸਕਦਾ ਹੈ, ਤੇ ਜੇਕਰ ਇਸ ਦੇ ਇਲਾਜ ਕਰਾਉਣ ਦੀ ਜ਼ਰੂਰਤ ਆਉਂਦੀ ਹੈ ਤਾਂ ਉਹ ਇਲਾਜ ਕਿਵੇਂ ਸੰਭਵ ਹੋ ਸਕਦਾ। ਇਸ ਬਾਬਤ ਸਾਡੇ ਨਾਲ ਗੱਲ ਕਰਨ ਲਈ ਅੱਜ ਸੋਹਾਣਾ ਕੈਂਸਰ ਰਿਸਰਚ ਸੈਂਟਰ ਦੇ ਦੋ ਸਰਜਨਸ ਮੌਜੂਦ ਨੇ ਜੋ ਕਿ ਕੈਂਸਰ ਦਾ ਇਲਾਜ ਕਰਦੇ ਨੇ। ਸਾਡੇ ਨਾਲ ਡਾਕਟਰ ਸ਼ਾਮ ਸੁੰਦਰ ਤ੍ਰੇਹਨ ਮੌਜੂਦ ਨੇ ਤੇ ਨਾਲ ਸਾਡੇ ਨਾਲ ਡਾਕਟਰ ਅੰਸ਼ੁਲ ਸਿੰਗਲਾ ਮੌਜੂਦ ਨੇ। ਅਸੀਂ ਇਹਨਾਂ ਨਾਲ ਗੱਲਬਾਤ ਕਰਾਂਗੇ, ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਕਿਸ ਤਰੀਕੇ ਦੇ ਨਾਲ ਕੈਂਸਰ ਦੇ ਵਿੱਚ ਰੋਕਥਾਮ ਕੀਤੀ ਜਾ ਸਕਦੀ ਹੈ ਜਾਂ ਫਿਰ ਕੈਂਸਰ ਕਿਉਂ ਪਨਪਦਾ ਹੈ, ਕੈਂਸਰ ਨੂੰ ਕਿਵੇਂ ਤੁਸੀਂ ਇਲਾਜ ਕਰਾ ਸਕਦੇ ਹੋ, ਸਭ ਚੀਜ਼ਾਂ ਦੀ ਜਾਣਕਾਰੀ ਜਿਸ ਇਹਨਾਂ ਤੋਂ ਲਵਾਂਗੇ। ਸੋ ਡਾਕਟਰ ਸਾਹਿਬ, ਡਾਕਟਰ ਅੰਸ਼ੁਲ, ਸਭ ਤੋਂ ਪਹਿਲਾ ਸਵਾਲ ਮੇਰਾ ਤੁਹਾਡੇ ਨਾਲ ਹੀ ਹੈ ਕਿ ਅਕਸਰ ਜੇਕਰ ਗੱਲ ਕਰੀਏ ਜਦੋਂ ਕੈਂਸਰ ਦੀ ਗੱਲ ਕੀਤੀ ਜਾਂਦੀ ਹੈ ਲੋਕਾਂ ਦੇ ਮਨਾਂ ਦੇ ਵਿੱਚ ਡਰ ਜਾਂ ਭੈ ਜ਼ਰੂਰ ਪੈ ਜਾਂਦਾ ਹੈ, ਕਈ ਵਾਰੀ ਕੁਝ ਭਰਮ ਵੀ ਪੈ ਜਾਂਦੇ ਨੇ, ਲੋਕ ਵਹਿਮ ਵੀ ਪਾ ਦਿੰਦੇ ਨੇ, ਪਰ ਅਸਲ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਤਾਂ ਕੈਂਸਰ ਨੂੰ ਕਿਹੜੀਆਂ ਸਟੇਜਸ ਐਸੀਆਂ ਨੇ ਜਿਨ੍ਹਾਂ ਦੇ ਵਿੱਚ ਕਹਿ ਲਈਏ ਡਾਇਗਨੋਸ ਕਰ ਲੈਣਾ ਚਾਹੀਦਾ, ਜਾਂ ਫਿਰ ਸਭ ਤੋਂ ਵੱਡੇ ਲੱਛਣ, ਇੱਕ ਕਾਮਨ ਲੱਛਣ ਜਿਹੜੇ ਉਹ ਕਿਸੇ ਵੀ कैंसर ਦੇ ਕੀ ਹੁੰਦੇ ਨੇ? सो मैं एक हेड एंड नेक कैंसर स्पेशलिस्ट हूँ और अगर आप हेड एंड नेक कैंसर के लक्षणों के बारे में बात करें तो कई बार पेशेंट को मुंह में सफ़ेद या लाल रंग के धब्बे आ जाते हैं, कई बार उनका मुंह प्रॉपर्ली खुलता नहीं है, उन्हें खाना निगलने में या पानी निगलने में दिक्कत होती है, बोलने में दिक्कत होती है,
मुंह में कोई छाला हो जाता है जो कि बहुत लंबे समय तक ठीक नहीं होता, पहले को यूज़ करते हुए डेंचर्स होते हैं जो कि लूज़ हो जाते हैं, या कोई टूथ है जो लूज़ हो जाता है, एबनॉर्मल ब्लीडिंग होती है, सांस लेने में प्रॉब्लम होती है, या कई बार सिर्फ गले में एक छोटी सी गांठ आ जाती है, ये सभी कैंसर के लक्षण हैं। और जहाँ तक कि आपने ये बोला कि कਦੋਂ डिटेक्ट करना चाहिए, तो जितना जल्दी हो सके फर्स्ट स्टेज में या सेकंड स्टेज में डिटेक्ट कर ले, जितना जल्दी डिटेक्ट कर ले। अगर प्री मैलिग्नेंट स्टेज में डिटेक्ट कर ले, जब कैंसर हुआ ही नहीं है और जस्ट होने से एक स्टेज पहले है, तो द अर्लियर द बेटर। जितना जल्दी डिटेक्ट होगा उतना जल्दी असर भी होगा, उतना छोटा ट्रीटमेंट देना पड़ेगा और उतना कॉम्प्लिकेटेड ट्रीटमेंट नहीं होगा और उतना ही अच्छा इलाज भी होगा। ਅਸੀਂ ਡਾਕਟਰ ਤ੍ਰੇਹਨ ਨਾਲ ਵੀ ਜ਼ਰੂਰ ਗੱਲਬਾਤ ਕਰਾਂਗੇ, ਕਿਉਂਕਿ ਮੈਮ ਜਿਹੜੇ ਨੇ ਤੁਹਾਨੂੰ ਜ਼ਰੂਰ ਦੱਸ ਦੇਣਾ ਚਾਹੁੰਦੇ ਹਾਂ ਕਿ ਡਾਕਟਰ ਅੰਸ਼ੁਲ ਜਿਹੜੇ ਨੇ ਉਹ ਹੈਡ ਐਂਡ ਨੈਕ ਕੈਂਸਰ ਸਪੈਸ਼ਲਿਸਟ ਨੇ, ਤੇ ਡਾਕਟਰ ਤ੍ਰੇਹਨ ਜਿਹੜੇ ਨੇ ਇਹ ਫੁੱਲ ਬਾਡੀ ਦੇ ਵਿੱਚ ਜਿਹੜਾ ਕਿਤੇ ਨਾ ਕਿਤੇ ਜਿਹੜਾ ਬਾਡੀ ਦੇ ਬਾਕੀ ਹਿੱਸੇ ਨੇ ਉਹਨਾਂ ਦੇ ਕੈਂਸਰਸ ਦਾ ਵੀ ਕਿਤੇ ਨਾ ਕਿਤੇ ਸਪੈਸ਼ਲਿਟੀਜ਼ ਜਿਹੜੀ ਇਹਨਾਂ ਕੋਲ ਹੈਗੀਆਂ ਨੇ, ਇਹਨਾਂ ਤੋਂ ਵੀ ਜ਼ਰੂਰ ਜਾਣਾਂਗੇ। ਸੋ ਡਾਕਟਰ ਤ੍ਰੇਹਨ, ਇੱਕ ਵੱਡਾ ਸਵਾਲ ਆਮ ਜ਼ਿੰਦਗੀ ਦੇ ਵਿੱਚ, ਕਿਉਂਕਿ ਇੱਕ ਲੇਮੈਨ ਦੇ ਹਿਸਾਬ ਨਾਲ ਆਪਾਂ ਗੱਲ ਕਰੀਏ, ਇੱਕ ਆਮ ਇਨਸਾਨ ਦੇ ਤਰੀਕੇ ਗੱਲ ਕਰੀਏ, ਤਾਂ ਕੀ ਲੱਛਣ ਨੇ? ਕਿਉਂਕਿ ਮੈਡਮ ਨੇ ਮੂੰਹ 'ਤੇ ਤਾਂ ਲੱਛਣ ਦੱਸੇ ਨੇ, ਪਰ ਆਮ ਜੇ ਸਰੀਰ ਦੀ ਗੱਲ ਕੀਤੀ ਜਾਵੇ, ਕੈਂਸਰਸ ਦੇ ਲੱਛਣ ਕਿਸ ਤਰੀਕੇ ਦਿਖਣੇ ਸ਼ੁਰੂ ਹੋ ਜਾਂਦੇ ਨੇ? ਤੁਸੀਂ ਬਹੁਤ ਚੰਗਾ ਸਵਾਲ ਪੁੱਛਿਆ ਹੈ। ਜਿਵੇਂ ਸਰੀਰ ਦੇ ਵੱਖ-ਵੱਖ ਅੰਗਾਂ 'ਚ ਵੱਖ-ਵੱਖ ਤਰੀਕੇ 'ਚ ਲੱਛਣ ਆਉਂਦੇ ਹੈਗੇ। ਜੇ ਆਪਾਂ ਕਹੀਏ ਕਿ ਸਭ ਤੋਂ ਜ਼ਿਆਦਾ ਹੋਣ ਵਾਲਾ ਕੈਂਸਰ ਜੇ ਲੇਡੀ 'ਚ ਮੰਨੀਏ ਤਾਂ ਆਪਾਂ ਮੰਨ ਕੇ ਚੱਲਦੇ ਹਾਂ ਛਾਤੀ ਦਾ ਕੈਂਸਰ ਜਾਂ ਬੱਚੇਦਾਨੀ ਦੇ ਮੂੰਹ ਦਾ ਕੈਂਸਰ ਹੁੰਦਾ ਹੈ। ਤੇ ਉਸ ਸਥਿਤੀ 'ਚ ਛਾਤੀ 'ਚ ਕੋਈ ਵੀ ਗੱਠ ਹੋਵੇ, ਉਹਦੀ ਚਮੜੀ 'ਚ ਲਾਲੀਪਨ ਆਵੇ, ਚਮੜੀ ਮੋਟਾਈ ਹੋਵੇ, ਜਾਂ ਬਗਲ 'ਚ ਕੋਈ ਗੱਠ ਹੋਵੇ, ਉਹ ਲੱਛਣ ਹੋ ਸਕਦੇ ਆ ਕੈਂਸਰ ਦੇ। ਉਹ ਤੋਂ ਸਭ ਤੋਂ ਵਧੀਆ ਤਰੀਕਾ ਪਤਾ ਕਰਨ ਦਾ ਇਹ ਹੈ ਕਿ ਆਪਣੇ ਸਰੀਰ 'ਚ ਜਿਹੜੀ ਚੀਜ਼ ਨਾਰਮਲੀ ਨਹੀਂ ਸੀ, ਕੁਝ ਨਵੀਂ ਚੀਜ਼ ਪੈਦਾ ਹੋਵੇ ਜਿਹੜੀ ਟਾਈਮ ਸਿਰ ਠੀਕ ਨਾ ਹੁੰਦੀ ਹੋਵੇ, ਉਹਨੂੰ ਅਸੀਂ ਲਾਪਰਵਾਹੀ ਨਹੀਂ ਕਰਨੀ ਚਾਹੀਦੀ ਅਤੇ ਆਪਾਂ ਨੂੰ ਡਾਕਟਰ ਸਾਹਿਬ ਨੂੰ ਦਿਖਾਉਣਾ ਚਾਹੀਦਾ ਹੈਗਾ। ਅਤੇ ਇਸੇ ਤਰ੍ਹਾਂ ਵੱਖ-ਵੱਖ ਅੰਗਾਂ ਦੇ ਵੱਖ-ਵੱਖ ਲੱਛਣ ਹੁੰਦੇ ਹੈ। ਜਿਵੇਂ ਆਪਾਂ ਆਂਤ ਦੇ ਕੈਂਸਰ ਦੀ ਗੱਲ ਕਰੀਏ ਤਾਂ ਉਸ 'ਚ ਮਰੀਜ਼ ਨੂੰ ਕਈ ਵਾਰ ਕਬਜੀ ਹੋ ਜਾਂਦੀ ਹੈ, ਕਈ ਵਾਰ ਕਬਜੀ ਦੇ ਨਾਲ ਕਦੀ ਕਦਾਰ ਵਿੱਚ ਦਸਤ ਲੱਗਣੇ ਸ਼ੁਰੂ ਹੋ ਜਾਂਦੇ ਹੈ, ਲੈਟਰਿਨ 'ਚ ਖੂਨ ਆਉਣਾ ਸ਼ੁਰੂ ਹੋ ਜਾਂਦਾ ਹੈ, ਵਜ਼ਨ ਘਟਣਾ ਸ਼ੁਰੂ ਹੋ ਜਾਂਦਾ ਹੈ। ਇਹ ਸਾਰੇ ਲੱਛਣ ਹੋ ਸਕਦੇ ਹੈ। ਅਤੇ ਇੱਕ ਲੱਛਣ ਨੂੰ ਅਸੀਂ ਕਹੀਏ ਕਿ ਵੀ ਇਹ ਲੱਛਣ ਪੂਰੇ ਕੈਂਸਰ ਨੂੰ ਡਿਫਾਈਨ ਕਰ ਸਕਦਾ, ਇਹ ਪੋਸੀਬਲ ਨਹੀਂ ਹੁੰਦਾ। ਬਟ ਨੋਰਮਲ ਤੌਰ ਆਪਾਂ ਇਹ ਕਹਿੰਦੇ ਹਾਂ ਕਿ ਜਿਹੜਾ ਤੁਹਾਡੇ ਦਿਨਚਰਿਆ ਤੋਂ ਵੱਖ ਕੋਈ ਚੀਜ਼ ਆਉਂਦੀ ਹੋਵੇ, ਜੇ ਤੁਹਾਨੂੰ ਠੀਕ ਨਹੀਂ ਹੁੰਦੀ, ਤੁਹਾਨੂੰ ਇੱਕ ਵਾਰ ਚੈੱਕਅਪ ਜ਼ਰੂਰ ਕਰਾਉਣਾ ਚਾਹੀਦਾ। ਡਾਕਟਰ ਅੰਸ਼ੁਲ, ਅਸੀਂ ਤੁਹਾਡੇ ਨਾਲ ਜ਼ਰੂਰ ਗੱਲ ਕਰਾਂਗੇ, ਕਿਉਂਕਿ ਹੈਡ ਐਂਡ ਨੈਕ ਕੈਂਸਰ ਨੂੰ ਲੈ ਕੇ ਸਾਡੇ ਇਨਫੈਕਟ ਮੇਰੇ ਦਿਮਾਗ ਵਿੱਚ ਇੱਕ ਸਵਾਲ ਜਿਹੜਾ ਹੈ ਬਹੁਤ ਪਨਪਦਾ ਹੈ ਕਿ ਥਾਇਰਾਇਡ ਦਾ ਕੈਂਸਰ ਜਿਹੜਾ ਹੁੰਦਾ ਹੈ, ਥਾਇਰਾਇਡ ਕੈਂਸਰ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਤਾਂ ਕਿਸ ਤਰੀਕੇ ਦੇ ਲੱਛਣ ਦਿਖਦੇ ਨੇ? ਕਿਉਂਕਿ ਅਜੋਕੇ ਜ਼ਮਾਨੇ ਦੇ ਵਿੱਚ ਸ਼ਾਇਦ ਥਾਇਰਾਇਡ ਦੀ ਬਿਮਾਰੀ ਤੋਂ ਬਹੁਤ ਸਾਰੇ ਲੋਕ ਤਰਾਸਦੇ ਨੇ, ਉਹ ਕੈਂਸਰ ਵੱਲ ਕਿਸ ਤਰੀਕੇ ਵੱਧ ਜਾਂਦਾ ਤੇ ਉਸ ਨੂੰ ਜੇਕਰ ਟਰੀਟ ਕਰਨ ਦਾ ਕਹਿੰਦੇ ਲੋਕ ਅਕਸਰ ਕਹਿੰਦੇ ਨੇ ਕਿ ਉਸ ਦਾ ਜਿਹੜਾ ਪੈਟਰਨ ਹੈ ਜਾਂ ਜਿਹੜਾ ਟਰੀਟ ਕਰਨ ਦਾ ਜਿਹੜਾ ਤਰੀਕਾ ਹੈ ਉਹ ਥੋੜ੍ਹਾ ਜਿਹਾ ਕਹਿੰਦੇ ਨੇ ਕਿ ਲੋਕ ਉਹ ਤੋਂ ਡਰਦੇ ਨੇ। ਅਸਲ ਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਜਾਣਨਾ ਚਾਹਾਂਗੇ ਕਿ ਥਾਇਰਾਇਡ ਕੈਂਸਰ ਕਿਸ ਤਰੀਕੇ ਬਣਦਾ, ਉਸ ਦਾ ट्रीटमेंट ਦਾ ਤਰੀਕਾ ਕੀ ਹੈ? सो थायराइड कैंसर के लक्षणों की अगर बात करें तो कुछ भी हो सकता है। गले में एक गांठ भी आ सकती है, गांठ नहीं भी आ सकती, बिना गांठ के आपको थायराइड ऊंचे या नीचे होने के सिम्टम्स भी आ सकते हैं। कई बार थायराइड कैंसर सिर्फ इंसिडेंटली डिटेक्ट हो जाता है, हम किसी और चीज़ के लिए अल्ट्रासाउंड करा रहे हैं, किसी और चीज़ के लिए सीटी स्कैन करा रहे हैं, उसमें इंसिडेंटल डिटेक्शन ऑफ थायराइड कैंसर है। लेकिन जहाँ तक कि थायराइड कैंसर की इलाज की अगर बात करें तो थायराइड कैंसर का सिर्फ और सिर्फ मेन इलाज सर्जरी होता है। ठीक है, चाहे वो थायराइड कैंसर फैला हुआ हो, चाहे वो थायराइड कैंसर ना फैला हुआ हो, उसका मेन इलाज सिर्फ सर्जरी ही होता है, जो कि दो तरीक़ों से हो सकता है। या तो ओपन सर्जरी, जो हम गले में चीरा लगा के थायराइड ग्लैंड निकालते हैं। अगर थायराइड ग्लैंड कैंसर बहुत छोटा है, ठीक है, और उस बहुत ज़्यादा नहीं फैला हुआ, तो हम उसे स्कारलेस तरीके से भी निकाल सकते हैं, जिसमें हम गले में चीरा बिना लगाए मुंह के थ्रू एंडोस्कोप डाल के, इस सर्जरी को टोइटवा कहा जाता है, इसके थ्रू भी निकाल सकते हैं। तो यंग फीमेल्स हो गए, यंग मेल्स हो गए, जिनको अपनी बॉडी में स्कार नहीं चाहिए फिर भी उनको थायराइड का प्रॉब्लम है, तो इस तरीके से हम थायराइड का इलाज यहाँ सोहाना हॉस्पिटल में करते हैं। ਤੁਸੀਂ ਟੋਇਟਵਾ ਟੈਕਨੋਲੋਜੀ ਦੀ ਗੱਲ ਜਿਹੜੀ ਕੀਤੀ ਹੈ, ਉਹ ਟੈਕਨੋਲੋਜੀ ਜੇਕਰ ਗੱਲ ਕਰੀਏ ਸ਼ਾਇਦ ਬਹੁਤ ਘੱਟ ਜਿਹੜੇ ਲੋਕ ਨੇ ਸ਼ਾਇਦ ਇਸ ਦੇ ਬਾਰੇ ਵਾਕਿਫ ਹੋਣਗੇ। ਉਹ ਟੈਕਨੋਲੋਜੀ ਕੀ ਹੈ ਤੇ ਉਹ ਇਸ ਹਸਪੀਟਲ ਦੇ ਵਿੱਚ, ਸੋਹਾਣਾ ਹਸਪੀਟਲ ਦੇ ਵਿੱਚ ਖਾਸ ਕਰਕੇ ਕਿਸ ਤਰੀਕੇ ਨਾਲ ਉਸ ਦਾ ਜਿਹੜਾ ਹੈ ਕਹਿ ਲਈਏ ਸਪੈਸ਼ਲਿਟੀ ਕਿਸ ਤਰੀਕੇ ਨਾਲ ਦੇਖੀ ਜਾ ਸਕਦੀ ਹੈ, ਔਰ ਕੀ ਉਹ ਜਿਹੜੀ ਟੈਕਨੋਲੋਜੀ ਹੈ ਹੋਰ ਕਿਤੇ ਅਵੇਲੇਬਲ है? सो टोइटवा अभी इंडिया में एटलीस्ट बिगिनिंग स्टेजेस में है, तो साउथ में मुंबई वगैरह एक दो सेंटर्स में होता है, एक आधा सेंटर शायद गुजरात में किया जाता है, वह बहुत कॉमनली नहीं होता है। और उसमें जो आप पूछ रहे हैं किस तरह से की जाती है, तो मुंह के थ्रू, एक मुंह जैसे जो हमारा नेचुरल ऑरिफिस है, बिना चीरा लगाए मुंह के थ्रू हम एक एंडोस्कोप डालते हैं गले तक, और उस एंडोस्कोप के थ्रू हम थायराइड निकालते हैं। जैसे कि लैप्रोस्कोपिक पेट की सर्जरीज होती है, उसी तरह से टोइटवा में थायराइड की सर्जरीज होती है, पर कहीं पे भी चमड़ी पे कोई चीरे का निशान नहीं आता।
ਤੇ ਅਕਸਰ ਜਦੋਂ ਇਹ ਗੱਲ ਕਰੀਏ ਤਾਂ ਉਹ ਕਿਹੜੀ ਸਟੇजेस ਹੁੰਦੀਆਂ ਨੇ ਜਿੱਥੇ ਸਾਨੂੰ ਲੱਗਦਾ ਹੈ ਕਿ ਸਰਜਰੀ ਜਿਹੜੀ ਹੈ ਉਹ ਹੁਣ ਕਰਨੀ ਹੀ ਪਏਗੀ? ਕਿਉਂਕਿ ਜੇਕਰ ਗੱਲ ਕਰੀਏ ਸੋਹਾਣਾ ਹਸਪੀਟਲ ਦੀ ਗੱਲ ਕਰੀਏ ਤਾਂ ਸਾਨੂੰ ਇਹ ਵੀ ਪਤਾ ਲੱਗਿਆ ਇੱਕ ਟਿਊਮਰ ਬੋਰਡ ਇੱਥੇ ਬਹਿੰਦਾ ਹੈ ਜੋ ਕਿ ਹਰ ਇੱਕ ਸਰਜਰੀ ਦੀ ਜਿਹੜੀ ਹੈ ਜਾਂਚ ਕਰਦਾ ਹੈ, ਹਰ ਇੱਕ ਕੈਂਸਰ ਦੀ ਜਾਂਚ ਕਰਦਾ ਹੈ, ਫਿਰ ਉਹ ਡਿਸਾਈਡ ਕਰਦੇ ਨੇ। ਪਰ ਤੁਹਾਡੇ ਅੱਗੇ ਸਭ ਤੋਂ ਵੱਡੇ ਚੈलेंजेस ਕੀ ਆਉਂਦੇ ਨੇ ਕਿ ਹਾਂ ਹੁਣ ਸਰਜਰੀ ਕਰਨੀ ਹੀ पड़ेगी? सो एक्चुअली आप जैसे ये कह रहे हैं सर्जरी करनी ही पड़ेगी, हेड एंड नेक कैंसर्स में उल्टा है, इनिशियल स्टेजेस में सर्जरी ही होनी चाहिए और बाद की स्टेजेस में, बहुत लेटर स्टेजेस में जब सर्जरी बिल्कुल ही नहीं कर पाते तब कीमो और रेडिएशन का रोल आता है। बहुत कम हेड एंड नेक कैंसर्स हैं जिसमें फर्स्ट या सेकेंड स्टेज में हम एक्चुअली इनिशियली रेडिएशन देते हैं, बट इनिशियली सारे मोस्टली हेड एंड नेक कैंसर्स में फर्स्ट सेकेंड थर्ड इवन फोर्थ स्टेज की भी पहली स्टेज तक सर्जरी ही प्रेफरेबल रहती है। स्पेशली मुंह के कैंसर्स में, थायराइड कैंसर्स में, थूक की ग्रंथियों के कैंसर्स में, इन सब कैंसर्स में प्राइमरी ट्रीटमेंट सर्जरी ही है। हाँ, सर्जरी के बाद हम डिसाइड करते हैं कि पेशेंट को कीमो रेडिएशन की ज़रूरत है या नहीं। कुछ केसेस में सर्जरी करने के लिए, ट्यूमर छोटा करने के लिए बहुत ही सिलेक्टेड केसेस में पहले भी कीमोथेरेपी दी जाती है। ਠੀਕ ਹੈ। ਸੋ ਇਹੀ ਸਵਾਲ ਮੇਰਾ ਡਾਕਟਰ ਤ੍ਰਿਹਨ ਤੁਹਾਡੇ ਨਾਲ ਵੀ ਹੈ ਕਿ ਉਹ ਕਿਹੜੇ ਐਸੇ ਕਾਰਨ ਨੇ, ਉਹ ਕਿਹੜੀਆਂ ਐਸੀ ਸਟੇजेस ਨੇ ਜਿਨ੍ਹਾਂ ਦੇ ਵਿੱਚ ਜਿਹੜੇ ਸਰਜਰੀਜ਼ ਜਿਹੜੀਆਂ ਨੇ ਉਹ ਆ ਕੇ ਮਹੱਤਵਪੂਰਨ ਹੋ ਜਾਂਦੀਆਂ ਨੇ? ਦੇਖੋ ਮੈਂ ਤੁਹਾਨੂੰ ਇਹ ਚੀਜ਼ ਐਮਫੈਸਿਸ ਕਰਨਾ ਚਾਹਾਂਗਾ, ਜਿਵੇਂ ਸ਼ੁਰੂ ਚ ਕਿਹਾ ਲੋਕਾਂ ਚ ਭੇ ਹੈਗਾ ਸਰਜਰੀ ਦਾ, ਇਹ ਗਲਤ ਚੀਜ਼ ਹੈਗੀ ਹੈ। ਕਿਉਂਕਿ ਕੈਂਸਰ ਦਾ ਜੇ ਆਪਾਂ ਟ੍ਰੀਟਮੈਂਟ ਮੰਨੀਏ ਜਿਹੜਾ ਜੜੋਂ ਖਤਮ ਕਰ ਸਕਦਾ ਹੈ ਕੈਂਸਰ, ਮੋਸਟ ਆਫ ਦਾ ਟਾਈਮ ਸਰਜਰੀ ਹੈਗੀ ਹੈ ਜਾਂ ਰੇਡੀਏਸ਼ਨ ਹੈਗੀ ਹੈ। ਠੀਕ ਹੈ, ਇਹ ਦੋ ਚੀਜ਼ਾਂ ਹੀ ਜਿਹਨੂੰ ਖਤਮ ਕਰ ਸਕਦੀ। ਕੰਟਰੋਲ ਵਾਸਤੇ ਕੀਮੋਥੈਰੇਪੀ ਵਰਤੀ ਜਾ ਸਕਦੀ ਹੈ, ਜਾਂ ਕੈਂਸਰ ਨੂੰ ਛੋਟਾ ਕਰਨ ਵਾਸਤੇ ਜਾਂ ਆਪਰੇਸ਼ਨ ਕਰਨ ਤੋਂ ਬਾਅਦ ਉਹਨੂੰ ਫੈਲਣ ਨਾ ਦਿੱਤੇ ਵਾਸਤੇ ਆਪਾਂ ਨੂੰ ਕੀਮੋਥੈਰੇਪੀ ਦੀ ਲੋੜ ਪੈਂਦੀ। ਬਟ ਜੇ ਆਪਾਂ ਨੂੰ ਖਤਮ ਕਰਨਾ ਹੈਗਾ ਤੇ ਆਪਾਂ ਨੂੰ ਸਰਜਰੀ ਜਾਂ ਰੇਡੀਏਸ਼ਨ ਦੀ ਲੋੜ ਪੈਂਦੀ। ਤੇ ਇਸੇ ਕਰਕੇ ਜੇ ਆਪਾਂ ਕਹੀਏ ਕਿ ਸਰਜਰੀ ਦੀ ਸਟੇਜ ਤੱਕ ਪਹੁੰਚ ਗਿਆ ਇਹ ਗਲਤ ਹੋਇਆ, ਇਹ ਚੀਜ਼ ਨਹੀਂ ਹੈ। ਜੇ ਸਰਜਰੀ ਹੋ ਸਕਦੀ ਹੈ ਇਹਦਾ ਮਤਲਬ ਬਹੁਤ ਟਾਈਮ ਇਹ ਹੁੰਦਾ ਹੈ ਕਿ ਜੜੋਂ ਕੈਂਸਰ ਖਤਮ ਹੋ ਸਕਦਾ ਹੈ। ਤੇ ਇਸ ਕਰਕੇ ਜੇ ਆਪਾਂ ਸ਼ੁਰੂਆਤੀ ਤੌਰ ਤੇ ਹੀ ਪੇਸ਼ੈਂਟ ਨੂੰ ਡਾਕਟਰ ਕੋਲ ਲੈ ਆਈਏ ਜਾਂ ਕੈਂਸਰ ਡਾਇਗਨੋਜ਼ ਹੋ ਜਾਏ ਤੇ ਜੇ ਡਾਕਟਰ ਸਰਜਰੀ ਵਾਸਤੇ ਐਡਵਾਈਸ ਕਰਦਾ ਹੈ, ਇਹਦਾ ਮਤਲਬ ਇਹ ਹੈ ਕਿ ਉਹਨੂੰ ਉਹ ਜੜੋਂ ਖਤਮ ਕਰਨ ਦੀ ਸੋਚਦਾ ਪਿਆ ਹੈ। ਸੋ ਸਰਜਰੀ ਤੋਂ ਡਰਨਾ ਇੱਕ ਭਰਮ ਹੈਗਾ। ਜੇ ਸਰਜਰੀ ਹੋ ਸਕਦੀ ਹੈ, ਕੈਂਸਰ ਖਤਮ ਹੋ ਸਕਦਾ ਹੈ ਤੇ ਪੇਸ਼ੈਂਟ ਨੂੰ ਉਸ ਵੱਲ ਜਾਣਾ ਚਾਹੀਦਾ। ਡਾਕਟਰ ਸਾਹਿਬ, ਸਭ ਤੋਂ ਵੱਡਾ ਚੈਲੰਜ ਕੀ ਮੰਨਦੇ ਹੋ ਖਾਸ ਕਰਕੇ ਕੈਂਸਰ ਪੇਸ਼ੈਂਟਸ ਦੇ ਵਿੱਚ? ਕਿਉਂਕਿ ਜਦੋਂ ਕੈਂਸਰ ਦੀ ਗੱਲ ਆਉਂਦੀ ਹੈ, ਜਿੱਦਾਂ ਹਰ ਇੱਕ ਇਨਸਾਨ, ਜਿੱਦਾਂ ਤੁਸੀਂ ਆਪਾਂ ਜ਼ਿਕਰ ਪਹਿਲਾਂ ਵੀ ਕੀਤਾ ਕਿ ਇੱਕ ਮਨ ਦੇ ਵਿੱਚ ਡਰ ਜ਼ਰੂਰ ਆਉਂਦਾ, ਪਰ ਅਸਲ ਦੇ ਵਿੱਚ ਤੁਹਾਨੂੰ ਕੀ ਲੱਗਦਾ ਕਿ ਸਭ ਤੋਂ ਵੱਡਾ ਚੈਲੰਜ ਕੀ ਹੈ? ਕਈ ਵਾਰੀ ਇਹ ਵੀ ਸੁਣਨ 'ਚ ਆਉਂਦਾ ਹੈ ਕਿ ਕਹਿੰਦੇ ਨੇ ਕਿ ਡਾਕਟਰ ਨੇ ਸਰਜਰੀ ਕਰਨ ਦੀ ਕੋਸ਼ਿਸ਼ ਕੀਤੀ ਤੇ ਜਿੱਥੇ ਇੱਕ ਪਾਸੇ ਕੈਂਸਰ ਡਿਟੈਕਟਡ ਸੀਗਾ ਕਹਿੰਦੇ ਉਹ ਕੈਂਸਰ ਵਿਗੜ ਗਿਆ। ਕੁਝ ਇੱਦਾਂ ਦੀਆਂ ਵੀ ਜਿਹੜੀਆਂ ਲਗਾਤਾਰ ਜਿਹੜੀਆਂ ਜੋ ਲੋਕ ਸੁਣਨ 'ਚ ਆਉਂਦੀਆਂ ਨੇ ਗੱਲਾਂ, ਉਹ ਵੀ ਲੋਕਾਂ ਦਾ ਅਸੀਂ ਮਨ ਦਾ ਵਹਿਮ ਜਿਹੜਾ ਜ਼ਰੂਰ ਕੱਢਣਾ ਚਾਹੁੰਦੇ। ਦੇਖੋ ਸਭ ਤੋਂ ਵੱਡਾ ਚੈਲੰਜ ਇਹੀ ਹੈਗਾ ਕਿ ਅਵੇਅਰਨੈਸ ਹੋਣੀ ਚਾਹੀਦੀ ਹੈਗੀ ਹੈ। ਕੈਂਸਰ ਦੂਜੀ ਬਿਮਾਰੀਆਂ ਵਾਂਗ ਹੀ ਕਿਉਰੇਬਲ ਹੋ ਸਕਦਾ ਹੈ ਜੇ ਆਪਾਂ ਨੂੰ ਛੇਤੀ ਸਟੇਜ ਤੇ ਫੜ ਲਿੱਤਾ ਜਾਵੇ। ਤੇ ਕਿਸੇ ਵੀ ਹੋਰ ਸਰਜਰੀ ਵਾਂਗ ਇਸ 'ਚ ਵੀ ਪ੍ਰੋਜ਼ ਐਂਡ ਕੋਨਸ ਹੁੰਦੇ ਹੈਗੇ ਹੈ। ਬਟ ਅੱਜ ਕੱਲ੍ਹ ਇੰਨੀ ਤਕਨੀਕੀ ਹੋ ਚੁੱਕੀ ਹੈ ਐਡਵਾਂਸਮੈਂਟ ਕਿ ਪੇਸ਼ੈਂਟ ਨੂੰ ਕਾਫੀ, ਹੁਣ ਲੈਪਰੋਸਕੋਪੀ ਹੁੰਦੀ ਹੈ, ਹੁਣ ਰੋਬੋਟਿਕ ਕੈਂਸਰ ਸਰਜਰੀ ਹੁੰਦੀ ਹੈ ਤੇ ਪੇਸ਼ੈਂਟ ਨੂੰ ਬਹੁਤ ਫਾਇਦਾ ਹੁੰਦਾ ਹੈ। ਪਹਿਲਾਂ ਜਦ ਹੁੰਦਾ ਸੀ ਕਿ ਵੀ ਮਤਲਬ ਹੁਣ ਅੱਜ ਕੱਲ੍ਹ ਅਸੀਂ ਔਰਗਨ ਸੇਵਿੰਗ ਕਰਦੇ ਹਾਂ। ਜਿਵੇਂ ਬ੍ਰੈਸਟ ਕੈਂਸਰ 'ਚ ਮੋਸਟ ਆਫ ਦਾ ਟਾਈਮ ਸਾਨੂੰ ਬ੍ਰੈਸਟ ਕੱਢਣ ਦੀ ਲੋੜ ਨਹੀਂ ਹੁੰਦੀ, ਬ੍ਰੈਸਟ ਬਚਾ ਕੇ ਵੀ ਆਪਾਂ ਕੈਂਸਰ ਨੂੰ ਜੜੋਂ ਖਤਮ ਕਰ ਸਕਦੇ ਹੈਗੇ ਹਾਂ। ਸੋ ਚੈਲੰਜਿਸ ਇਹੀ ਹੈਗੇ ਕਿ ਪੇਸ਼ੈਂਟ ਨੂੰ ਅਵੇਅਰ ਹੋਣਾ ਜ਼ਰੂਰੀ ਹੈਗਾ ਐਂਡ ਟ੍ਰੀਟਮੈਂਟ ਦੇ ਨਾਲ ਡਾਕਟਰ 'ਤੇ ਵਿਸ਼ਵਾਸ ਕਰਕੇ ਅੱਗੇ ਵਧਣਾ ਚਾਹੀਦਾ। ਮੇਨ ਚੀਜ਼ ਹੈ ਅਵੇਅਰਨੈਸ ਦੀ, ਸੋਸਾਇਟੀ ਦੇ ਐਕਸੈਪਟੈਂਸ ਦੀ। ਪੇਸ਼ੈਂਟ ਨੂੰ ਟ੍ਰੀਟਮੈਂਟ ਤੋਂ ਉਨਾ ਡਰ ਨਹੀਂ ਲੱਗਦਾ ਜਿੰਨਾ ਉਹਨੂੰ ਲੱਗਦਾ ਕਿ ਹਾਏ ਮੈਨੂੰ ਕੈਂਸਰ ਹੈ, ਲੋਕੀ ਕੀ ਕਹਿਣਗੇ। ਤੇ ਫਿਰ ਜੇਕਰ ਗੱਲ ਕਰੀਏ, ਤੁਸੀਂ ਕਹਿ ਰਹੇ ਕਿ ਅਰਲੀ ਸਟੇजेस ਤੇ ਵੀ ਡਿਟੈਕਟ ਕਰ ਲੈਣਾ ਚਾਹੀਦਾ ਕੈਂਸਰ ਨੂੰ। ਸਭ ਤੋਂ ਵੱਡਾ ਉਸ ਦੇ ਵਿੱਚ ਸਵਾਲ ਇਹੀ ਆਉਂਦਾ ਹੈ ਕਿ ਇੱਕ ਆਮ ਇਨਸਾਨ ਜਿੱਦਾਂ ਮੈਂ ਜਾਂ ਕੋਈ ਹੋਰ ਵੀ ਹੈ, ਉਹ ਕਿਸ ਤਰੀਕੇ ਦੇ ਨਾਲ ਉਸ ਨੂੰ ਲੈ ਕੇ ਉਹਨੂੰ ਕਿਹੜੀਆਂ ਚੀਜ਼ਾਂ ਦਾ ਖਿਆਲ ਰੱਖਣਾ ਚਾਹੀਦਾ ਖਾਸ ਕਰਕੇ, ਤਾਂ ਕਿ ਉਸ ਨੂੰ ਜੇ ਉਹਨੂੰ ਪਤਾ ਲੱਗ ਹੀ ਗਿਆ ਤਾਂ ਉਹ ਫਟਾਫਟ ਆਪਣੇ ਫਿਜ਼ੀਸ਼ੀਅਨ ਜਾਂ ਆਪਣੇ ਜਿਹੜੇ ਡਾਕਟਰ ਨੇ, ਨੀਲ ਡਾਕਟਰ ਤੱਕ ਪਹੁੰਚ ਕਰੇ। ਦੇਖੋ ਕੁਝ ਇੱਕ ਚੀਜ਼ਾਂ ਹੈਗੀਆਂ ਜਿਵੇਂ ਆਪਾਂ ਐਕਟਿਵ ਲਾਈਫ ਸਟਾਈਲ ਹੋ ਗਿਆ, ਚੰਗੀ ਡਾਈਟ ਹੋ ਗਈ, ਜਿਹੜੇ ਪ੍ਰੂਵਨ ਕੈਂਸਰ ਕਾਜ਼ ਕਰਦੇ ਆ, ਜਿਵੇਂ ਟੋਬੈਕੋ ਹੋਇਆ, ਟੋਬੈਕੋ ਇਨ ਐਨੀ ਫਾਰਮ, ਸਿਗਰਟ ਹੋਇਆ, ਆਪਣਾ ਤੰਬਾਕੂ ਹੋਇਆ, ਗੁਟਕਾ ਹੋਇਆ, ਉਹ ਸਾਰੀ ਚੀਜ਼ਾਂ 'ਚੋਂ ਪਰਹੇਜ਼ ਰੱਖੇ। ਐਲਕੋਹਲ, ਸ਼ਰਾਬ ਤੋਂ ਪਰਹੇਜ਼ ਰੱਖੇ। ਲਾਲ ਮਾਸ ਹੋਇਆ ਉਹ ਮੋਡਰੇਟ ਕੁਆਂਟਿਟੀ 'ਚ ਲਏ। ਇਹ ਚੀਜ਼ਾਂ ਪ੍ਰੂਵਨ ਹੈਗੀਆਂ ਕਿ ਅੱਗੇ ਜਾ ਕੇ ਜੇ ਆਪਾਂ ਲੈਣੇ ਹੈਗੇ ਆ ਤਾਂ ਕੈਂਸਰ ਕਰ ਸਕਦੀਆਂ। ਦੂਜੀ ਗੱਲ ਮੋਟਾਪਾ, ਓਬੇਸਿਟੀ, ਲਾਈਫ ਸਟਾਈਲ, ਸੀਡੈਂਟਰੀ ਲਾਈਫ ਸਟਾਈਲ।
ਜੇ ਤੁਹਾਡਾ weight ਤੇ BMI ਅੰਡਰ ਕੰਟਰੋਲ ਹੈ ਕਿ ਬਹੁਤ ਚਾਂਸਿਸ ਹੈਗੇ ਕਾਫੀ ਕੈਂਸਰਾਂ ਤੋਂ ਤੁਸੀਂ ਬਚ ਸਕਦੇ ਹੋ। ਜਿਵੇਂ ਬੱਚੇਦਾਨੀ ਦਾ ਕੈਂਸਰ ਯੂਜੂਲੀ ਔਰਤਾਂ 'ਚ weight ਦੇ ਨਾਲ ਰਿਲੇਟਡ ਹੁੰਦਾ ਹੈ, ਬ੍ਰੈਸਟ ਕੈਂਸਰ ਵੀ ਮੋਟੇ ਪੇਸ਼ੈਂਟਸ 'ਚ ਕਈ ਵਾਰ ਜ਼ਿਆਦਾ ਹੁੰਦਾ ਹੈ। ਸੋ ਇਹ ਤੇ ਹੋਏ ਆਪਣੇ ਲਾਈਫ ਸਟਾਈਲ ਮੋਡੀਫਿਕੇਸ਼ਨਸ। ਦੂਜੀ ਚੀਜ਼ਾਂ ਅੱਜ ਕੱਲ੍ਹ ਕਾਫੀ ਸਕਰੀਨਿੰਗ ਪ੍ਰੋਗਰਾਮਸ ਹੈਗੇ ਹੈ, ਜਿਵੇਂ ਲੇਡੀਜ਼ 'ਚ ਮੋਸਟ ਕਾਮਨ ਕੈਂਸਰ ਜਿਵੇਂ ਪਹਿਲਾਂ ਵੀ ਦੱਸਿਆ ਕਿ ਵੀ ਬ੍ਰੈਸਟ ਦਾ ਕੈਂਸਰ ਹੈਗਾ, ਸਰਵਿਕਸ ਦਾ ਹੈਗਾ, ਉਸ ਵਾਸਤੇ ਆਫਟਰ ਐਨ ਏਜ ਕੁਝ ਟੈਸਟ ਰਿਕੁਆਇਰਡ ਹੁੰਦੇ ਹੈ, ਜਿਵੇਂ ਮੈਮੋਗ੍ਰਾਫੀ ਕਹਿੰਦੇ ਆ। 40s ਏਜ ਤੋਂ ਬਾਅਦ ਲੇਡੀਜ਼ ਨੂੰ ਸਾਲ 'ਚ ਘੱਟੋ ਘੱਟ ਇੱਕ ਵਾਰ ਮੈਮੋਗ੍ਰਾਫੀ ਕਰਾਉਣੀ ਚਾਹੀਦੀ। ਉਸ 'ਚ ਜੇ ਛਾਤੀ 'ਚ ਕੋਈ ਪ੍ਰੋਬਲਮ ਹੋਵੇ, ਜੇ ਮਤਲਬ ਕੋਈ ਅਬਨੋਰਮੈਲਿਟੀ ਦਿਖਦੀ ਹੋਵੇ ਤੇ ਉਹ ਬਿਮਾਰੀ ਆਉਣ ਤੋਂ ਪਹਿਲਾਂ ਫੜੀ ਜਾਂਦੀ ਹੈ। ਇਸੇ ਤਰ੍ਹਾਂ ਪੈਪ ਸਮੇਅਰ ਹੁੰਦਾ ਹੈ, ਸਰਕਾਰੀ ਹਸਪਤਾਲਾਂ 'ਚ ਅਵੇਲੇਬਲ ਹੁੰਦਾ ਈਜ਼ੀਲੀ। ਉਹਦੇ ਨਾਲ ਸਾਨੂੰ ਜਿਹੜਾ ਮੋਸਟ ਕਾਮਨ ਕੈਂਸਰ ਹੈਗਾ ਸਰਵਾਈਕਲ ਕੈਂਸਰ ਜਿਹਨੂੰ ਆਪਾਂ ਕਹਿੰਦੇ ਹਾਂ, ਜਾਂ ਆਮ ਭਾਸ਼ਾ 'ਚ ਕਹੀਏ ਬੱਚੇਦਾਨੀ ਦੇ ਮੂੰਹ ਦਾ ਕੈਂਸਰ, ਜਿਹੜਾ ਬਹੁਤ ਕਾਮਨ ਹੈ ਇੰਡੀਆ 'ਚ, ਉਹ ਬਹੁਤ ਛੇਤੀ ਫੜਿਆ ਜਾਂਦਾ। ਹੁਣ ਕੈਂਸਰ ਬੰਦਾ ਵੀ ਨਹੀਂ, ਉਹ ਤੋਂ ਪਹਿਲਾਂ ਅਸੀਂ ਫੜ ਲੈਂਦੇ ਕਿ ਵੀ ਇਸ 'ਚ ਰਿਸਕ ਹੈਗਾ। ਇਸ ਤੋਂ ਇਲਾਵਾ ਮੇਲ 'ਚ ਗੱਲ ਕਰੀਏ ਕਿ 60 ਸਾਲ ਤੋਂ ਬਾਅਦ ਆਪਾਂ ਨੂੰ ਪ੍ਰੋਸਟੇਟ ਦੀ ਜਾਂਚ ਕਰਾਉਣੀ ਪੈਂਦੀ ਹੈ, ਆਪਾਂ ਨੂੰ ਆਂਤੜੀ ਦੀ ਐਂਡੋਸਕੋਪੀ ਕਰਾਉਣ ਦੀ ਲੋੜ ਪੈਂਦੀ। ਇਹ ਚੀਜ਼ਾਂ ਕੁਝ ਟੈਸਟ ਹੈਗੇ ਜਿਹੜੇ ਪ੍ਰੂਵਨ ਹੈਗੇ, ਜਿਹੜੇ ਕੈਂਸਰ ਨੂੰ ਅਸੀਂ ਹੋਣ ਤੋਂ ਪਹਿਲਾਂ ਅਸੀਂ ਰੋਕਥਾਮ 'ਚ ਹੈਲਪ ਕਰਦੇ ਹੈ। ਜੇ ਇੱਕ ਵਾਰ ਸਾਨੂੰ ਸਿੰਪਟਮਸ ਆਉਣੇ ਸ਼ੁਰੂ ਹੋ ਗਏ, ਜਿਵੇਂ ਆਪਾਂ ਫੇਫੜਿਆਂ ਦੇ ਕੈਂਸਰ ਦੀ ਗੱਲ ਕਰੀਏ, ਕਿਸੇ ਪੇਸ਼ੈਂਟ ਨੂੰ ਖੰਘ ਹੈ, ਬਲਗਮ ਆਉਂਦੀ ਹੈ ਤੇ ਜਿਹੜੀ TB ਨਹੀਂ ਹੈ ਤੇ 3 ਹਫ਼ਤੇ ਤੋਂ ਵੱਧ ਆਪ ਸਿੰਪਟਮਸ ਰਹਿ ਰਹੇ ਹੈ, ਉਸ ਕੰਡੀਸ਼ਨ 'ਚ ਆਪਾਂ ਨੂੰ ਕੈਂਸਰ ਵੱਲ ਸੋਚਣਾ ਚਾਹੀਦਾ ਹੈ ਤੇ ਆਪਾਂ ਨੂੰ ਪ੍ਰੋਪਰ ਡਾਕਟਰ ਨੂੰ ਦਿਖਾਉਣਾ ਚਾਹੀਦਾ ਹੈ। ਜੇ ਸਾਡਾ weight ਘਟਦਾ ਪਿਆ ਹੈ, ਭੁੱਖ ਮਰਦੀ ਪਈ ਹੈ ਤੇ ਉਹਦਾ ਕੋਈ ਹੋਰ ਕਾਰਨ ਨਹੀਂ ਲੱਭਦਾ ਪਿਆ, ਦੈਨ ਯੂ ਹੈਵ ਟੂ ਕੰਸਲਟ ਅ ਡਾਕਟਰ। ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ ਡਾਕਟਰ ਤ੍ਰਿਹਨ ਤੇ ਡਾਕਟਰ ਅੰਸ਼ੁਲ, ਤੁਸੀਂ ਆਪਣਾ ਕੀਮਤੀ ਸਮਾਂ ਸਾਨੂੰ ਦਿੱਤਾ, ਖਾਸ ਕਰਕੇ ਜਿਹੜੀ ਜਾਣਕਾਰੀ ਤੁਸੀਂ ਦਿੱਤੀ ਜਿਸ ਦੇ ਬਾਰੇ ਸ਼ਾਇਦ ਬਹੁਤ ਘੱਟ ਲੋਕ ਜਾਣਦੇ ਨੇ। ਥਾਇਰਾਇਡ ਕੈਂਸਰ ਬਾਰੇ ਤੁਸੀਂ ਜਾਣਕਾਰੀ ਦਿੱਤੀ, ਉਸ ਲਈ ਬਹੁਤ ਬਹੁਤ ਧੰਨਵਾਦ। ਤੇ ਡਾਕਟਰ ਤ੍ਰਿਹਨ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਦੱਸਿਆ ਕਿ ਆਮ ਲੋਕਾਂ ਨੂੰ ਕਿਹੜੀਆਂ ਉਹ ਚੀਜ਼ਾਂ ਜਿਹੜੀਆਂ ਨੇ ਉਹਨਾਂ ਦੇ ਉੱਤੇ ਜਿਹੜਾ ਰੈਗੂਲਰ ਦੇ ਬੇਸਿਸ ਤੇ ਚੈੱਕ ਰੱਖਣਾ ਚਾਹੀਦਾ, ਜਿਸ ਨਾਲ ਕਿਤੇ ਨਾ ਕਿਤੇ ਕੈਂਸਰ ਦਾ ਜਿਹੜੀ ਹੈ ਰੋਕਥਾਮ ਹੈ ਉਹ ਜਲਦ ਤੋਂ ਜਲਦ ਸੰਭਵ ਹੋ ਸਕੇ। ਬਹੁਤ ਬਹੁਤ ਧੰਨਵਾਦ। ਸੋ ਇਹ ਸਨ ਸਾਡੇ ਨਾਲ ਸੁਹਾਨਾ ਕੈਂਸਰ ਸਪੈਸ਼ਲਿਟੀ ਜਿਹੜਾ ਰਿਸਰਚ ਸੈਂਟਰ ਹੈਗਾ ਹੈ, ਕੈਂਸਰ ਦਾ ਰਿਸਰਚ ਸੈਂਟਰ ਜੋ ਸੁਹਾਨਾ ਹਸਪੀਟਲ ਦੇ ਵਿੱਚ ਬਣਾਇਆ ਗਿਆ, ਉਸ ਦੇ ਵਿੱਚ ਜਿਹੜੇ ਡਾਕਟਰਸ, ਜੋ ਸਰਜਨਸ ਨੇ, ਜੋ ਲਗਾਤਾਰ ਕੈਂਸਰ ਦੇ ਮਰੀਜ਼ਾਂ ਨੂੰ ਟਰੀਟ ਕਰਦੇ ਨੇ, ਉਹਨਾਂ ਨੇ ਦੱਸਿਆ ਕਿ ਕਿਹਨਾਂ ਉਹ ਸਥਿਤੀਆਂ ਜਿਹੜੀਆਂ ਹੁੰਦੀਆਂ ਨੇ ਜਿਨ੍ਹਾਂ ਦੇ ਵਿੱਚ ਸਰਜਰੀ ਦੀ ਜ਼ਰੂਰਤ ਪੈਂਦੀ ਹੈ। ਹਾਲਾਂਕਿ ਉਹਨਾਂ ਨੇ ਇਹ ਵੀ ਦੱਸਿਆ ਕਿ ਬਹੁਤ ਸਾਰੇ ਕੇਸਿਸ ਅਜਿਹੇ ਹੁੰਦੇ ਨੇ ਜਿੱਥੇ ਕਿ ਕੈਂਸਰ ਨੂੰ ਘਟਾਉਣ ਦੇ ਲਈ ਜਾਂ ਖਤਮ ਕਰਨ ਦੇ ਲਈ ਕੀਮੋਥੈਰੇਪੀ ਵੀ ਇਸਤੇਮਾਲ ਕੀਤੀ ਜਾਂਦੀ ਹੈ, ਪਰ ਬਹੁਤ ਘੱਟ ਅਜਿਹੀਆਂ ਚਾਂਸਿਸ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਜਿਹੜੀ ਸਰਜਰੀ ਦੀ ਜਿਹੜੀ ਜ਼ਰੂਰਤ ਪੈਂਦੀ ਹੈ। ਔਰ ਕਿਸੇ ਨੂੰ ਸਭ ਤੋਂ ਵੱਡੀ ਗੱਲ ਇਹ ਹੈ ਕਿ ਸਭ ਤੋਂ ਪਹਿਲਾਂ ਵਿਸ਼ਵਾਸ ਜਿਹੜਾ ਉਸ ਨੂੰ ਆਪਣੇ ਇੱਕ ਮਰੀਜ਼ ਨੂੰ ਆਪਣੇ ਡਾਕਟਰ ਤੇ ਰੱਖਣਾ ਪਏਗਾ। ਡਾਕਟਰ ਤੇ ਜਦ ਵਿਸ਼ਵਾਸ ਹੋਏਗਾ ਤਾਂ ਹੀ ਜਿਹੜਾ ਹੈ ਇੱਕ ਡਾਕਟਰ ਵੀ ਚੱਜ ਨਾਲ ਕੈਂਸਰ ਦਾ ਟ੍ਰੀਟਮੈਂਟ ਕਰ ਸਕਦਾ ਤੇ ਉਸ ਮਰੀਜ਼ ਨੂੰ ਜਿਹੜਾ ਹੈ ਖੁਸ਼ਹਾਲ ਜ਼ਿੰਦਗੀ ਵਾਪਸ ਦੇ ਸਕਦਾ। ਤੇ ਜੇਕਰ ਤੁਸੀਂ ਵੀ ਚਾਹੁੰਦੇ ਹੋ ਕਿ ਇੱਕੋ ਛੱਤ ਦੇ ਥੱਲੇ ਤੁਹਾਡੇ ਸਾਰੇ ਟੈਸਟ ਹੋਣ, ਉਹ ਸਾਰੇ ਟੈਸਟ ਨੂੰ ਲੈ ਕੇ ਤੁਸੀਂ ਜਿਹੜਾ ਕੋਈ ਵੀ ਅਗਰ ਤੁਸੀਂ ਚੈੱਕਅਪ ਕਰਾਉਣਾ ਚਾਹੁੰਦੇ ਹੋ ਤਾਂ ਸੁਹਾਨਾ ਹਸਪੀਟਲ ਸੈਕਟਰ 77 ਦੇ ਵਿੱਚ ਆ ਸਕਦੇ ਹੋ। ਮੋਹਾਲੀ ਦੇ ਵਿੱਚ ਸਥਿਤ ਹੈ, ਏਅਰਪੋਰਟ ਦੇ ਬੇहद ਨਜ਼ਦੀਕ ਹੈ ਤੇ ਇੱਥੇ ਆ ਕੇ ਤੁਸੀਂ ਆਪਣੇ ਇੱਕੋ ਛੱਤ ਥੱਲੇ ਸਾਰੇ ਟੈਸਟ ਵੀ ਕਰਵਾ ਸਕਦੇ ਹੋ। ਤੇ ਜੇਕਰ ਤੁਹਾਨੂੰ ਕਿਸੇ ਟ੍ਰੀਟਮੈਂਟ ਦੀ ਜ਼ਰੂਰਤ ਵੀ ਪੈਂਦੀ ਹੈ ਤਾਂ ਉਹ ਸਾਰੇ ਇਲਾਜ ਜਿਹੜੇ ਨੇ ਉਹ ਸੁਹਾਨਾ ਹਸਪੀਟਲ ਦੇ ਵਿੱਚ ਤੁਹਾਨੂੰ ਮਿਲ ਜਾਣਗੇ। ਕੈਮਰਾ ਪਰਸਨ ਰਵਿੰਦਰ ਦੇ ਨਾਲ ਸਾਹਿੰਦਰ ਉਲਾ, ਲਿਵਿੰਗ ਇੰਡੀਆ ਨਿਊਜ਼, ਮੋਹਾਲੀ।